बोले सोने हाल सासरी अकाल। ਸਤਿ ਸ਼੍ਰੀ ਅਕਾਲ। ਰਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਅਸੀਂ ਸਪੈਸ਼ਲ ਸ਼ੋਅ ਲੈ ਕੇ ਆਉਂਦੇ ਹਾਂ 11 ਤੋਂ 12 ਟਿਊਜ਼ਡੇ ਡਾਕਟਰ ਰਾਜ ਬੈਂਸ ਦੇ ਨਾਲ। ਤੇ ਮੈਂ ਹਮੇਸ਼ਾ ਵੀ ਜਦੋਂ ਸਟਾਰਟ ਕਰਾਂ ਮੇਰੇ ਇੱਕ ਲਫ਼ਜ਼ ਹੁੰਦੇ ਦੇਖੋ ਮੈਂ ਬੋਲਣਾ ਘੱਟ ਹੈਗਾ, ਅਸੀਂ ਡਾਕਟਰ ਦਾ ਸ਼ੋਅ ਡਾਕਟਰ ਨੇ ਆਪਣਾ ਦੱਸਣਾ, ਲੋਕਾਂ ਨੇ ਬੜੇ ਲੋਕ ਐਪਰੀਸ਼ੀਏਟ ਕਰਦੇ ਨੇ ਤੇ ਮੈਂ ਸਿੱਧਾ ਹੀ ਜਾ ਕੇ ਡਾਕਟਰ ਸਾਹਿਬ ਨੂੰ ਮੈਂ ਸਵਾਗਤ ਕਰਦਾ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਭਾਜੀ ਡਾਕਟਰ ਜੀ ਮੈਨੂੰ ਬਹੁਤ ਘੱਟ ਗੱਲ ਕਰਦੇ ਨੇ, ਮੈਨੂੰ ਪਹਿਲਾਂ ਨਹੀਂ ਦੱਸਦੇ ਕਿ ਕੀ ਸਬਜੈਕਟ ਹੁੰਦਾ ਹੈ। ਲਾਸਟ ਟਾਈਮ ਵੀ ਬੜਾ ਅੱਛਾ ਇਹਨਾਂ ਨੇ ਕੀਤਾ ਸੀਗਾ, ਦੈਟ ਵਾਸ ਕੁਆਇਟ ਸਰਪ੍ਰਾਈਜ਼ਿੰਗ। ਬੜੇ ਲੋਕਾਂ ਦੇ ਕਾਲ ਆਏ ਕਿ ਦੇਖੋ ਕਈ ਦਫਾ ਨਹੀਂ ਪਤਾ ਹੁੰਦਾ ਨਵੀਆਂ ਨਵੀਆਂ ਗੱਲਾਂ। ਸਮਟਾਈਮਸ ਵੀ ਥਿੰਕ ਸਾਨੂੰ ਸਾਰਾ ਕੁਝ ਪਤਾ ਬਟ ਵੀ ਲਰਨ ਐਵਰੀ ਡੇ। ਡਾਕਟਰ ਸਾਹਿਬ ਅੱਜ ਕੀ ਗੱਲ ਆ ਦੱਸੋ ਕਿੱਦਾਂ ਸਰ? ਭਾਜੀ ਅੱਜ ਦਾ ਟੌਪਿਕ ਹੈਗਾ ਐਂਜ਼ਾਈਮਸ। ਐਂਜ਼ਾਈਮ ਦਾ, ਹਾਂ ਹਾਂਜੀ, ਐਂਜ਼ਾਈਮਸ ਉਹ ਚੀਜ਼ ਹੁੰਦੀ ਹੈ ਜਿਹੜੀ ਆਪਣੇ ਸਰੀਰ ਦੇ ਵਿੱਚ ਪੈਦਾ ਹੁੰਦੀ ਆ ਤੇ ਤੁਹਾਡੀ ਖੁਰਾਕ ਨੂੰ ਹਜਮ ਕਰਕੇ ਖੂਨ ਦੇ ਵਿੱਚ ਪਹੁੰਚਾਉਂਦੀ ਆ। ਓਕੇ ਦੈਟਸ ਅ ਗੁੱਡ ਥਿੰਗ, ਵੈਰੀ ਗੁੱਡ। ਉਹਦੇ ਬਾਰੇ ਸੋ ਇਹ ਬੜਾ ਜ਼ਰੂਰੀ ਸਬਜੈਕਟ ਆ ਤੇ ਕੁਝ ਥੋੜੇ ਜਿਹੇ ਸੀਕ੍ਰੇਟ ਵੀ ਹੈਗੇ ਆ, ਅੱਜ ਮੈਂ ਸਾਂਝੀ ਕਰਾਂਗਾ ਤੁਹਾਡੇ ਨਾਲ। ਹਾਂ ਤੇ ਇਹ ਦੇਖੋ ਜਿਹੜੀ ਖੁਰਾਕ ਆ ਉਹ ਜੇ ਤੁਹਾਨੂੰ ਹਜਮ ਨਹੀਂ ਹੁੰਦੀ ਹੈਗੀ ਤਾਂ ਤੁਹਾਡੇ ਸਰੀਰ ਨੂੰ ਪੂਰੀ ਤਾਕਤ ਮਿਲਦੀ ਨਹੀਂ ਹੈਗੀ ਤੇ ਕੋਈ ਨਾ ਕੋਈ ਬਿਮਾਰੀ ਤਾਂ ਸ਼ੁਰੂ ਹੋਣੀ ਹੈ। ਡਾਕਟਰ ਸਾਹਿਬ ਇਹਦੇ ਬਾਰੇ ਗੱਲ ਕਰਾਂਗੇ, ਮੈਂ ਮਾਫੀ ਚਾਹਾਂਗਾ ਕਿਉਂਕਿ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ। ਲਾਸਟ ਟਾਈਮ ਆਪਾਂ ਦਿਖਾਇਆ ਸੀਗਾ ਉਹ ਲੜਕੇ ਦਾ ਆਪਣੀ ਬੋਲੀ ਨਾ, ਹਾਂ ਉਹਦਾ ਦਿਖਾਇਆ ਕਿ ਜਿਹਨੂੰ ਆਕਸੀਜਨ ਦੀ ਲੋੜ ਸਾਰੀ ਪੈਂਦੀ ਸੀ, ਹਰ ਦਫਾ ਉਹ ਲੈ ਕੇ ਨਾਲ ਕੈਰੀ ਕਰਦੀ ਸੀਗੀ। ਔਰ ਉਹ ਬਹੁਤ ਉਹ ਤੋਂ ਬਾਅਦ ਲੋਕਾਂ ਨੂੰ ਦੇਖ ਕੇ ਨਾ ਇੱਕ ਤਰ੍ਹਾਂ ਦਾ ਵਿਸ਼ਵਾਸ ਹੋ ਗਿਆ ਕਿ ਯਾਰ ਡਾਕਟਰ ਸਾਹਿਬ ਨੇ ਇੱਦਾਂ ਦਾ ਵੀ ਇਲਾਜ ਕੀਤਾ ਗਿਆ ਹੈ, ਬੜਾ ਸੀਰੀਅਸ ਬੜਾ। ਉਸ ਤੋਂ ਬਾਅਦ ਬੜੇ ਫੋਨ ਕਾਲ ਆਏ ਤੇ ਕਾਫੀ ਹੁਣ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਕਿਉਂਕਿ ਪਹਿਲਾਂ ਸ਼ੋਅ ਦੇਖਦੇ ਨੇ 1-2 ਵੀਕ ਡਾਕਟਰ ਜੀ ਨੂੰ ਕਿੰਨਾ ਕੁ ਜਾਣ ਪਛਾਣ ਲੱਗੀ ਹੈ। ਹੁਣ ਕਾਫੀ ਲੋਕਾਂ ਨੂੰ ਉਮੀਦ ਹੈ, ਪੱਕਾ ਲੱਗ ਗਿਆ ਉਹਨਾਂ ਨੂੰ। ਤੇ ਡਾਕਟਰ ਸਾਹਿਬ ਮੈਂ ਆਪਾਂ ਥੋੜੀ ਜਿਹੀ ਗੱਲ ਕਰ ਰਹੇ ਸੀ, ਕਿਸੇ ਇਨਸਾਨ ਨੂੰ ਨਾ 3-4 ਸਾਲ ਹੋ ਗਏ ਸਟ੍ਰੋਕ ਹੋਏ ਨੂੰ ਤੇ ਹੀ ਸਟਿਲ ਇਨ ਬੈਡ, ਮੂਵਮੈਂਟ ਨਹੀਂ ਹੈਗੀ ਕੋਈ ਵੀ। ਤੇ ਮਾਂ ਉਹਦੀ ਕਾਫੀ ਬਜ਼ੁਰਗ ਹੈ ਵਿਚਾਰੀ, ਸ਼ੀ ਇਜ਼ ਪ੍ਰੋਬਬਲੀ 85 ਹੋ ਗਈ, 90 ਦੇ ਕੋਲ ਤੇ ਉਹਨੂੰ ਲੁੱਕ ਆਫਟਰ ਕਰਦੇ। ਕੀ ਉਹਦਾ ਕੁਝ ਹੋ ਸਕਦਾ? ਹਾਂਜੀ ਭਾਜੀ ਸੋ ਜਿੱਦਾਂ ਤੁਸੀਂ ਦੇਖਿਆ ਉਹ ਲੇਡੀ ਨੂੰ ਪੋਲੀਨਾ ਨੂੰ ਉਹਨੂੰ ਰਾਈਟ ਆਫ ਕਰ ਦਿੱਤਾ ਸੀ ਉਹਨੇ। ਬਿਲਕੁਲ ਡਬਲ ਲੰਗ ਟ੍ਰਾਂਸਪਲਾਂਟ ਤੇਰਾ ਹੋਣਾ ਹੈ, ਹੋਰ ਕੁਝ ਨਹੀਂ ਹੈਗਾ। ਤੇ ਉਹ ਵੀ ਫੇਰ ਕਹਿੰਦੇ ਵੀ ਤੇਰਾ ਹਾਈ ਰਿਸਕ ਆ, ਅਸੀਂ ਕਰਨਾ ਨਹੀਂ ਹੈਗਾ। ਤੇ ਉਹਦੇ ਤਾਂ ਡੈਥ ਸੈਂਟੈਂਸ ਹੋ ਗਿਆ ਸੀ, ਉਹੀ ਹੋ ਗਿਆ ਨਾ, ਮੌਤ ਹੋ ਜਾਣੀ ਸੀ ਉਹਦੀ। ਤੇ ਉਹ ਦੇਖੋ ਜੀ ਉਹ ਬਚ ਗਈ ਆ ਤਾਂ 100% ਕਿਉਰ ਹੋ ਗਈ ਆ। ਭਾਜੀ ਇਸੇ ਕਰਕੇ ਹੁਣ ਇਹ ਸਵਾਲ ਆਇਆ ਜਿਹੜਾ ਤੁਸੀਂ ਸਟ੍ਰੋਕ ਦੀ ਵੀ ਗੱਲ ਕਰਦੇ ਹੋ ਤੇ ਮੈਨੂੰ ਬਹੁਤ ਭਲਾ ਹੋਏਗਾ ਕਿਸੇ ਦਾ ਕਿ ਉਹ ਪਹਿਲੀ ਤੇ ਗੱਲ ਆਪਾਂ ਲੰਮੀ ਨਹੀਂ, ਮੈਂ ਥੋੜਾ ਤੁਹਾਨੂੰ ਦੱਸ ਦੇਵਾਂ। ਪਤਾ ਨਹੀਂ ਬਹੁਤ ਐਕਸਰਸਾਈਜ਼ ਦਾ ਉਹਨਾਂ ਨੂੰ ਕੋਈ ਹੈ ਨਹੀਂ ਉਧਰੋਂ ਆਫਰ ਕਾਉਂਸਲ ਵੱਲੋਂ ਜਾਂ ਹਸਪੀਟਲ ਵੱਲੋਂ ਕਿ ਉਹਨਾਂ ਨੂੰ ਫਿਜ਼ੀਓ ਕਰਾਉਂਦੇ ਕਿ ਨਹੀਂ ਕਰਾਉਂਦੇ ਨੇ, ਪਰ ਕੋਈ ਇੰਪਰੂਵਮੈਂਟ ਨਹੀਂ ਹੈ 3 ਸਾਲ ਤੇ। ਹਾਂਜੀ ਚਲੋ ਫਿਜ਼ੀਓ ਤਾਂ ਚਾਹੀਦਾ ਆ ਕਿਉਂਕਿ ਨਹੀਂ ਤਾਂ ਲੰਮੇ ਪਿਆਂ ਦਾ ਮਸਲ ਜਿਹੜੇ ਆ ਵੇਸਟ ਹੋਣ ਲੱਗ ਪੈਂਦੇ, ਕਮਜ਼ੋਰ ਹੁੰਦੇ ਰਹਿੰਦੇ ਆ ਤੇ ਉਹਨਾਂ ਦੀ ਫਿਜ਼ੀਓ ਜ਼ਰੂਰੀ ਆ। ਤੇ ਪਰ ਉਹਨਾਂ ਕੋਲ ਇਹਦਾ ਕੋਈ ਖਾਸ ਇਲਾਜ ਨਹੀਂ ਹੈਗਾ। ਸੋ ਦੇਖੋ ਆਪਾਂ ਪਹਿਲਾਂ ਇਹੀ ਸੋਚਦੇ ਹੁੰਦੇ ਸੀ ਕਿ ਜਿਹੜੇ ਬਾਡੀ ਦੇ ਸੈੱਲ ਜਿਹੜੇ ਮਰ ਗਏ ਉਹ ਰੀਜਨਰੇਟ ਨਹੀਂ ਹੁੰਦੇ ਹੈਗੇ। ਹੁਣ ਜਿੱਦਾਂ ਵੀ ਮੇਰੀ ਪ੍ਰੈਕਟਿਸ ਵਧੀ ਜਾਂਦੀ ਆ ਤੇ ਸਾਲ ਪਰ ਸਾਲ ਮੈਂ ਖੁਦ ਆਪ ਸਰਪ੍ਰਾਈਜ਼ ਹੁੰਨਾ ਪਈ ਹੋਮਿਓਪੈਥੀ ਕਿੰਨੀ ਗਹਿਰਾਈ ਵਿੱਚ ਜਾਂਦੀ ਆ ਤੇ ਕਿੱਦਾਂ ਕਿਉਰ ਕਰਦੀ ਆ ਤੇ ਉਹ ਜੇ ਸੈੱਲ ਜਿਹੜੇ ਮਰੇ ਹੁੰਦੇ ਉਹਨਾਂ ਨੂੰ ਰੀਜਨਰੇਟ ਕਿੱਦਾਂ ਕਰ ਦਿੰਦੀ ਆ। ਸੋ ਵੈਰੀ ਸਰਪ੍ਰਾਈਜ਼ਿੰਗ ਰਿਜ਼ਲਟਸ ਆ ਰਹੇ ਆ। ਤੇ ਇਹ ਲੇਡੀ ਪੋਲੀਨਾ ਦਾ ਜਿੱਦਾਂ ਕੇਸ ਹੈ ਮੈਂ ਖੁਦ ਸਰਪ੍ਰਾਈਜ਼ ਸੀਗਾ ਵੀ ਇਹਦਾ ਕਿੰਨਾ ਇੰਪਰੂਵਮੈਂਟ ਹੋ ਗਿਆ। ਐਬਸੋਲੂਟਲੀ। ਸੋ ਹੋਮਿਓਪੈਥੀ ਇੰਨੀ ਡੂੰਘੀ ਦਵਾਈ ਹੈ, ਐਨਰਜੀ ਮੈਡੀਸਨ ਆ, ਇੰਨੀ ਡੂੰਘੀ ਜਾਂਦੀ ਆ ਤੇ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਹੈ ਨਾ। ਤੇ ਅਮੇਜ਼ਿੰਗ ਰਿਜ਼ਲਟਸ ਇਦਾਂ ਦੇ ਆ ਸਕਦੇ ਆ ਤੇ ਹੋਰ ਵੀ ਕਈ ਇਦਾਂ ਦੇ ਅਮੇਜ਼ਿੰਗ ਰਿਜ਼ਲਟ ਆਏ ਆ ਤੇ ਆਪਾਂ ਉਹ ਵੀ ਡਿਸਕਸ ਕਰਾਂਗੇ ਕਿਸੇ ਦਿਨ। ਆਈ ਹੋਪ ਤੁਸੀਂ ਪ੍ਰੋਗਰਾਮ ਦੇਖਦੇ ਸੀਗੇ। ਮੈਨੂੰ ਤੁਹਾਨੂੰ ਵੀ ਪਤਾ ਕਿ ਮੈਂ ਤੁਹਾਡਾ ਨਾਮ ਨਹੀਂ ਲਿੱਤਾ ਜਿਨ੍ਹਾਂ ਦਾ ਜ਼ਿਕਰ ਕੀਤਾ। ਤੁਸੀਂ ਚਾਹੋਗੇ ਤੇ ਪਲੀਜ਼ ਕਾਲ ਕਰਨਾ ਤੇ ਤੁਹਾਡਾ ਕਾਲ ਫਿਰ ਡਾਕਟਰ ਜੀ ਨੂੰ ਦਿੱਤਾ ਜਾਏਗਾ, ਤੁਸੀਂ 1 to 1 ਬਾਅਦ ਵਿੱਚ ਗੱਲ ਕਰ ਸਕਦੇ ਹੋ। ਜੀ ਡਾਕਟਰ ਸਾਹਿਬ। ਹਾਂਜੀ ਸੋ ਆਪਾਂ ਸਬਜੈਕਟ ਹੈਗਾ ਐਂਜ਼ਾਈਮਸ। ਤੇ ਸੋ ਖੁਰਾਕ ਤੁਹਾਡੀ ਨੋਰਮਲੀ ਹੁੰਦੀ ਜਾਂ ਕਾਰਬੋਹਾਈਡਰੇਟ ਜਾਂ ਪ੍ਰੋਟੀਨ ਤੇ ਜਾਂ ਫੈਟਸ। ਹਾਂਜੀ ਬਾਕੀ ਮਿਨਰਲਸ ਵਿਟਾਮਿਨਸ ਤੇ ਪਾਣੀ ਤਾਂ ਹੁੰਦਾ ਹੀ ਆ। ਤੇ ਉਹਨਾਂ ਨੂੰ ਹਜਮ ਕਿੱਦਾਂ ਕਰਨਾ ਹੈ ਤੇ ਤੁਹਾਡੇ ਜਦੋਂ ਤੁਸੀਂ ਕੋਈ ਕਾਰਬੋਹਾਈਡਰੇਟ ਪਹਿਲਾਂ ਖਾਂਦੇ ਆ ਮੂੰਹ ਵਿੱਚ ਜਾਂਦਾ ਆ ਤਾਂ ਆਟੋਮੈਟਿਕਲੀ ਲਾਭ ਸ਼ੁਰੂ ਹੋ ਜਾਂਦਾ ਬਣਨਾ। ਹਾਂਜੀ ਸਲਾਈਵਾ ਬਣਦਾ ਹੈ ਤੇ ਸਲਾਈਵਾ ਦੇ ਵਿੱਚ ਇੱਕ ਐਂਜ਼ਾਈਮ ਹੁੰਦਾ ਭਾਜੀ, ਉਹਨੂੰ ਐਮਿਲੇਜ਼ ਕਹਿੰਦੇ ਆ। ਤੇ ਉਹ ਕਾਰਬੋਹਾਈਡਰੇਟ ਸਟਾਰਚ ਨੂੰ ਬ੍ਰੇਕ ਡਾਊਨ ਇੱਕਦਮ ਹੀ ਸ਼ੁਰੂ ਕਰ ਦਿੰਦਾ ਉਸੇ ਵੇਲੇ। ਹਾਂਜੀ ਦੇਖੋ ਕਿੰਨੀ ਅਮੇਜ਼ਿੰਗ ਚੀਜ਼ ਆ। ਤੁਸੀਂ ਮੂੰਹ 'ਚ ਜਦੋਂ ਪਾਉਂਦੇ ਆ ਤੁਹਾਡੇ ਮੂੰਹ 'ਚ ਕਈ ਵਾਰੀ ਪਾਣੀ ਆ ਜਾਂਦਾ ਦੇਖ ਕੇ, ਹਨਾ ਬੜਾ ਸਵਾਦ ਚੀਜ਼ ਬਣੀ ਆ, ਕਹਿੰਦੇ ਨਹੀਂ ਮੂੰਹ 'ਚ ਪਾਣੀ ਆ ਗਿਆ ਮੇਰੇ। ਡਾਕਟਰ ਮੈਂ ਤੁਹਾਨੂੰ ਰੋਕਦਾ ਨਹੀਂ, ਕੱਲ ਹੀ ਅਸੀਂ ਬੈਠੇ ਕਿਉਂਕਿ ਮੈਂ ਦੱਸਦਾ ਜਿੱਥੇ ਵੀ ਬੈਠਦਾ ਨਾ ਜ਼ਿਕਰ ਹੁੰਦਾ ਪ੍ਰੋਗਰਾਮ ਦਾ ਆਪਣਾ ਸ਼ੋਅ ਦਾ
ਤੇ ਅਸੀਂ ਇਹ ਤਾਂ ਗੱਲਾਂ ਕਰਦੇ ਜੋ ਕਹਿੰਦੇ ਦੁਨੀਆ 'ਚ ਕੋਈ ਐਦਾਂ ਦੀ ਮਸ਼ੀਨਰੀ ਨਹੀਂ ਬਣੀ ਹੋਈ ਜੋ ਰੱਬ ਨੇ ਇੱਕ ਨਾ ਜਿਸਮ ਬਣਾਇਆ 100% ਭਾਜੀ ਹੈਂ? ਇੰਨਾ ਪਰਫੈਕਟ ਚੀਜ਼ ਬਣਾਈ ਕੀ ਹੈ ਪਰਫੈਕਟ ਬਣਾਈ ਹੈ ਭਾਜੀ ਜਿੱਦਾਂ ਤੁਸੀਂ ਗੱਲ ਕਰਦੇ ਹੋ ਉਹਦੇ ਨਾਲ ਹੀ ਨਾ ਹੁਣ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਹਾਂਜੀ, ਹਾਂਜੀ। ਆਮ ਸ਼ੋਰ ਵੀ ਸਾਰੇ ਵਾਚ ਕਰਦੇ ਹੋਣੇ ਹਾਂਜੀ ਹਾਂਜੀ ਅੱਛਾ ਹਾਂਜੀ ਫਿਰ ਚੀਜ਼ ਪਰਫੈਕਟ ਹੈ ਅਸੀਂ ਖੁਦ ਖਰਾਬ ਕਰ ਲੈਂਦੇ ਖਰਾਬ ਕਰ ਲੈਂਦੇ ਹਾਂਜੀ ਸੋ ਇੱਕਦਮ ਤੁਹਾਡੇ ਉਹ ਡਾਈਜੈਸਸ਼ਨ ਜਿਹੜਾ ਆ ਸ਼ੁਰੂ ਹੋ ਜਾਂਦਾ ਹੈ ਮੂੰਹ 'ਚ ਹੀ ਭਾਜੀ ਹਾਂਜੀ ਸੋ ਜਦੋਂ ਤਾਈਂ ਉਹ ਫੂਡ ਤੁਸੀਂ ਨਿਗਾਉਂਦੇ ਆ ਮਿੱਦੇ ਵਿੱਚ ਪਹੁੰਚ ਤਾਂ ਬੋਡੀ ਤਿਆਰ ਹੋ ਜਾਂਦੀ ਹੈ ਉਹਨੂੰ ਹੈ ਬੋਡੀ ਪਹਿਲੀ ਤਿਆਰ ਹੋ ਪਹਿਲਾਂ ਤਿਆਰ ਹੋ That's ਜਾਂਦੀ ਹੈ। right। ਤੇ ਜਿਹੜੇ ਤੁਹਾਡੇ ਮਿੱਦੇ ਵਿੱਚ ਵੀ ਡਾਈਜੈਸਟਿਵ ਐਂਜ਼ਾਈਮ ਆ ਉਹ ਵੀ ਇੱਕਦਮ ਹੀ ਰੈਡੀ ਹੋ ਜਾਂਦੇ ਆ ਉਹਨੂੰ ਜਦੋਂ ਪਤਾ ਲੱਗਦਾ ਵੀ ਫੂਡ ਆ ਰਿਹਾ ਹੈ ਨਾ ਉਸੇ ਵੇਲੇ ਸਟਮਕ ਤੁਹਾਡਾ ਰਿਲੀਜ਼ ਕਰਨ ਲੱਗ ਪੈਂਦਾ ਐਂਜ਼ਾਈਮਸ ਇਟਸ ਸੱਚ ਅਮੇਜ਼ਿੰਗ ਥਿੰਗ ਪਰ ਜੀ ਦੇਖੋ ਮੈਂ ਥੋੜਾ ਨਹੀਂ ਆ ਕਿ ਮੈਂ ਹੁਣ ਬੋਡੀ ਦੀ ਤਾਰੀਫ ਕਰਦਾ ਜਦੋਂ ਸਭ ਤੋਂ ਪਹਿਲਾਂ ਤੁਹਾਡੀਆਂ ਅੱਖਾਂ ਦੇਖਦੀਆਂ ਨੇ ਉਹਨੂੰ ਹਾਂਜੀ ਹਾਂਜੀ ਹੈ ਉਹ ਚੀਜ਼ ਨੂੰ ਹਾਂ। ਫਿਰ ਤੁਹਾਡੀ ਜ਼ੁਬਾਨ ਤੇ ਉਹਦਾ ਟੇਸਟ ਆਉਂਦਾ ਬਗੈਰ ਖਾਦੇ ਤੋਂ ਹੀ ਹਾਂ ਫਿਰ ਸਟੋਮਿਕ ਨੂੰ ਜਿਹੜੀ ਲੱਗੀ ਹੈ ਤਮਾ ਉਹ ਪੂਰੀ ਕਰਦਾ ਹੈ ਸਾਰੀਆਂ ਸੈਂਸਸ ਇਕੱਠੀਆਂ ਕੰਮ ਕਰ ਰਹੀਆਂ ਕਿਹੜਾ ਬੰਦਾ ਜਦੋਂ ਤੁਹਾਡੇ ਸਾਹਮਣੇ ਫੂਡ ਪਿਆ ਤੁਸੀਂ ਗੱਲਾਂ ਸੋਚਦੇ ਹੋ ਕਦੀ ਨਹੀਂ ਸੋਚਦੇ ਨਾ ਕਦੇ ਨਹੀਂ ਸੋਚਦੇ ਅਸੀਂ ਤਾਂ ਬਸ ਖਾਣ ਦੀ ਖਾਣ ਦੀ ਕਰੀ ਕਰੀ ਦੀ ਹੈ। ਹਾਂਜੀ ਸੋ ਐਨੀਵੇ ਉਹ ਡਾਈਜੈਸਸ਼ਨ ਸ਼ੁਰੂ ਹੋ ਜਾਂਦਾ ਐਮਿਲੇਜ਼ ਵਿੱਚ ਉਹ ਸਲਾਈਵਾ ਦੇ ਹੁੰਦਾ ਹੈ ਤੇ ਇਹ ਐਮਿਲੇਜ਼ ਐਕਚੁਅਲੀ ਜਦੋਂ ਫਿਰ ਮਿੱਦੇ ਵਿੱਚੋਂ ਬਾਹਰ ਵੀ ਖੁਰਾਕ ਜਾਂਦੀ ਲਿਕੁਇਡ ਹੋ ਕੇ ਨਾ ਫਿਰ ਪੈਨਕ੍ਰੀਅਸ ਆਉਂਦਾ ਹੈ ਪੈਨਕ੍ਰੀਅਸ ਆਰਗਨ ਜਿਹੜਾ ਉਹਦੇ ਦੋ ਰੋਲ ਆ ਭਾਜੀ ਤੇ ਇੱਕ ਪਾਸਾ ਜਿਹੜਾ ਇਨਸੂਲਿਨ ਰਿਲੀਜ਼ ਕਰਦਾ ਜਿੱਦਾਂ ਆਪਾਂ ਪਹਿਲਾਂ ਦੱਸਿਆ ਸੀ ਡਾਇਬੀਟੀਜ਼ ਵਿੱਚ ਹੈ ਨਾ ਸ਼ੂਗਰ ਕੰਟਰੋਲ ਕਰਨ ਲਈ ਤੇ ਇੱਕ ਪਾਸੇ ਹੈਗੇ ਆ ਐਂਜ਼ਾਈਮਸ ਪੈਨਕ੍ਰੀਆਟਿਕ ਐਂਜ਼ਾਈਮਸ ਤੇ ਉੱਥੇ ਸਾਰੇ ਐਂਜ਼ਾਈਮ ਜਿਹੜੇ ਚਾਹੀਦੇ ਆ ਇਹ ਲਾਈਪੇ ਫੈਟਸ ਲਈ ਪ੍ਰੋਟੀਨ ਲਈ ਤੇ ਕਾਰਬੋਹਾਈਡਰੇਟ ਲਈ ਉਹ ਸਾਰੇ ਪੈਨਕ੍ਰੀਅਸ ਰਿਲੀਜ਼ ਕਰਦਾ ਹੈ ਡਾਈਜੈਸਸ਼ਨ ਕੰਪਲੀਟ ਕਰਨ ਲਈ ਹਾਂਜੀ ਪਰ ਸ਼ੁਰੂ ਹੁੰਦਾ ਹੈ ਪਹਿਲਾਂ ਹੀ ਸੋ ਲਾਭ ਦੇ ਵਿੱਚ ਜਿਹੜਾ ਐਂਜ਼ਾਈਮ ਉਹ ਸ਼ੁਰੂ ਕਰ ਦਿੰਦਾ ਹੈ ਤੇ ਅਪਰ ਪਾਰਟ ਜਿਹੜਾ ਸਟਮਕ ਦਾ ਉਹਨੂੰ ਕਾਰਡੀਅਕ ਕਹਿੰਦੇ ਕਾਰਡੀਅਕ ਪਾਰਟ ਆਫ ਦਾ ਸਟਮਕ ਤੇ ਉੱਥੇ ਕਾਰਬੋਹਾਈਡਰੇਟ ਦੀ ਹੋ ਜਾਂਦੀ ਸ਼ੁਰੂ ਡਾਈਜੈਸਸ਼ਨ ਹੋਣੀ ਤੇ ਫਿਰ ਜਿਹੜਾ ਪਾਇਲੋਰਿਕ ਪਾਰਟ ਆ ਉਹ ਥੱਲੜਾ ਪਾਰਟ ਹੈ ਸਟਮਕ ਦਾ ਉੱਥੇ ਫਿਰ ਪ੍ਰੋਟੀਨ ਦਾ ਡਾਈਜੈਸਸ਼ਨ ਸ਼ੁਰੂ ਹੁੰਦਾ ਤੇ ਉੱਥੇ ਇੱਕ ਐਂਜ਼ਾਈਮ ਪ੍ਰੋਟੀਏਜ਼ ਪੈਪਸਿਨ ਜਿਹਨੂੰ ਕਹਿੰਦੇ ਰਿਲੀਜ਼ ਹੁੰਦਾ ਤੇ ਉਹ ਕੰਮ ਕਰਨ ਲਈ ਐਂਜ਼ਾਈਮ ਨੂੰ ਐਸਿਡ ਚਾਹੀਦੀ ਸੋ ਸਟਮਕ ਹਾਈਡਰੋਕਲੋਰਿਕ ਐਸਿਡ ਬੜੀ ਸਟਰੋਂਗ ਹਾਈਡਰੋਕਲੋਰਿਕ ਐਸਿਡ ਤੇ ਉਹ ਪ੍ਰੋਡਿਊਸ ਕਰਦਾ ਉਹ ਹੈ ਪ੍ਰੋਡਿਊਸ ਕਰਦਾ ਭਾਜੀ ਹਾਂਜੀ ਤੇ ਉਹਦੇ ਨਾਲ ਪ੍ਰੋਟੀਨ ਦੀ ਡਾਈਜੈਸਸ਼ਨ ਹੁੰਦੀ ਹੈ ਨਹੀਂ ਤਾਂ ਪ੍ਰੋਟੀਨ ਤੁਹਾਨੂੰ ਪਤਾ ਮੀਟ ਜਿਹੜਾ ਵਗੈਰਾ ਜਿਹੜਾ ਉਹ ਬ੍ਰੇਕ ਡਾਊਨ ਨਹੀਂ ਹੁੰਦਾ ਐਸਿਡ ਨਾਲ ਘੁਲਣਾ ਪੈਂਦਾ ਉਹਨੂੰ ਕੀ ਬਾਤ ਹੈ ਕੀ ਬਾਤ ਹੈ ਤੇ ਉਹ ਐਂਜ਼ਾਈਮ ਵੀ ਜਿਹੜਾ ਉਹ ਐਸਿਡ ਵਿੱਚ ਹੀ ਕੰਮ ਕਰ ਸਕਦਾ ਜੇ ਐਲਕਨਾਈਨ ਹੋਵੇ ਨਾ ਤਾਂ ਉਹ ਕੰਮ ਨਹੀਂ ਕਰਦਾ ਐਂਜ਼ਾਈਮ ਹਾਂਜੀ ਤੇ ਫਿਰ ਉਹ ਸਟਮਕ ਰਿਲੀਜ਼ ਕਰਦਾ ਲਿਕੁਇਡ ਉਹਨੂੰ ਘੋਲ ਕੇ ਲਿਕੁਇਡ ਐਨ ਕਰਕੇ ਹੈ ਨਾ ਤੇ ਰਿਲੀਜ਼ ਕਰ ਦਿੰਦਾ ਅੱਗੇ ਸਮੋਲ ਇੰਟੈਸਟੀਨ ਵਿੱਚ ਤੇ ਉੱਥੇ ਫਿਰ ਜਿਹੜਾ ਗੈਲ ਬਲੈਡਰ ਆ ਉਹਦੇ ਵਿੱਚੋਂ ਕੁਝ ਰਿਲੀਜ਼ ਹੁੰਦੇ ਫਲੂਇਡਸ ਤੇ ਬਾਇਲ ਸੋਲਟਸ ਤੇ ਜਿਹੜਾ ਕੋਈ ਫੈਟ ਹੁੰਦਾ ਖਾਦਾ ਮੀਲ ਵਿੱਚ ਹੈ ਨਾ ਉਹ ਫੈਟ ਨੂੰ ਇਮਲਸ਼ਨ ਬਣਾਉਂਦਾ ਹੈ ਅੱਛਾ ਹਾਂਜੀ ਉਹਦਾ ਹਾਜਮਾ ਜਿਹੜਾ ਸ਼ੁਰੂ ਹੋ ਜਾਂਦਾ ਉੱਥੇ ਇਮਲਸੀਫਿਕੇਸ਼ਨ ਹੋ ਜਾਂਦਾ ਤੇ ਫਿਰ ਥੋੜੀ ਦੇਰ ਬਾਅਦ ਉਹ ਪੈਨਕ੍ਰੀਅਸ ਕੋਲ ਪਹੁੰਚਦਾ ਹੈ ਤੇ ਉੱਥੇ ਫਿਰ ਸਾਰੇ ਐਂਜ਼ਾਈਮਸ ਫਿਰ ਰਿਲੀਜ਼ ਹੁੰਦੇ ਆ ਤੇ ਉਹ ਫਿਰ ਫੈਟ ਨੂੰ ਹਜਮ ਕਰ ਦਿੰਦੇ ਆ ਤੇ ਐਦਾਂ ਵੀ ਜਿਹੜੇ ਐਂਜ਼ਾਈਮਸ ਆ ਉਹ ਹਰੇਕ ਫੂਡ ਦੇ ਆਈਟਮ ਨੂੰ ਬਹੁਤੇ ਬਰੀਕ ਬਣਾਉਂਦਾ ਹੈ ਹਾਂਜੀ ਸੋ ਜਿੱਦਾਂ ਕਾਰਬੋਹਾਈਡਰੇਟ ਆ ਉਹਦਾ ਐਂਡ ਰਿਜ਼ਲਟ ਗਲੂਕੋਜ਼ ਬਣ ਜਾਂਦਾ ਹੈ ਗਲੂਕੋਜ਼ ਈਜ਼ੀ ਬਲੱਡ ਸਟ੍ਰੀਮ ਵਿੱਚ ਪਹੁੰਚ ਜਾਂਦਾ ਜਿਹੜਾ ਪ੍ਰੋਟੀਨ ਆ ਉਹਦੇ ਅਮਾਈਨੋ ਐਸਿਡਸ ਬਣ ਜਾਂਦੇ ਬਹੁਤੇ ਬਰੀਕ ਆਈਟਮ ਤੇ ਉਹ ਫਿਰ ਬਲੱਡ ਸਟ੍ਰੀਮ ਵਿੱਚ ਐਬਜ਼ੌਰਬ ਹੋ ਜਾਂਦੇ ਆ ਤੇ ਜਿਹੜਾ ਫੈਟਸ ਆ ਉਹਦੇ ਫੈਟੀ ਐਸਿਡਸ ਬਣਦੇ ਨੇ ਸ਼ੋਰਟ ਚੇਨ ਫੈਟੀ ਐਸਿਡਸ ਬਣ ਜਾਂਦੇ ਆ ਸੋ ਬੋਡੀ ਉਹਨੂੰ ਚੱਕ ਕੇ ਖੂਨ ਵਿੱਚ ਪਹੁੰਚਾ ਸਕੇ ਵੀ ਜਿੱਥੇ ਲੋੜ ਆ ਬੋਡੀ ਖੂਨ ਦੇ ਰਾਹ ਸਾਰਾ ਆਪੋ ਆਪਣਾ ਕੰਮ ਕਰਦੇ ਨੇ ਆਪਣੇ ਸਾਰਾ ਆਪ ਜਿੱਦਾਂ ਫੈਕਟਰੀ ਨਹੀਂ ਹੁੰਦੀ Factory ਪ੍ਰੋਡਕਸ਼ਨ ਹੁੰਦੀ। ਲਾਈਨ ਇਸ ਤਰੀਕੇ ਨਾਲ ਦੇਖੋ ਬਣਾਇਆ ਗਿਆ ਸਭ ਡਾਕਟਰ ਸਾਹਿਬ ਨਾਲ ਦੀ ਨਾਲ ਦੱਸੋ ਹੁਣ ਕਿਉਂਕਿ ਮੈਡੀਕਲ ਹੈ ਆਪਣਾ ਸ਼ੋਅ ਕਰਦੇ ਤੇ ਵੀ ਕੈਨ ਟਾਕ ਕੁਆਇਟ ਓਪਨਲੀ ਜਦੋਂ ਫੂਡ ਤੁਹਾਡੇ ਗਲੇ ਤੋਂ ਥੱਲੇ ਉਤਰਦਾ ਅਪ ਟੂ ਰਾਤ ਪ੍ਰੋਸੈਸ ਇਹ ਕਿੰਨਾ ਟਾਈਮ ਲੱਗਦਾ ਸਾਰਾ ਇਹਨੂੰ ਹਾਂਜੀ ਸੋ ਟੋਟਲ ਪ੍ਰੋਸੈਸ ਲਈ 2 to 3 ਆਵਰਸ ਲੱਗ ਸਕਦੇ 2 to 3 hours ਹਾਂਜੀ ਡਿਪੈਂਡ ਕਰਦਾ ਵੀ ਤੁਸੀਂ ਕੀ ਖਾਧਾ ਹੈ ਹਨਾ ਜਿੱਦਾਂ ਹੁਣ ਪ੍ਰੋਟੀਨ ਆ ਉਹਨੂੰ ਜ਼ਿਆਦਾ ਟਾਈਮ ਚਾਹੀਦਾ ਡਾਈਜੈਸਟ ਹੋਣ ਨੂੰ ਸੋ ਜਦੋਂ ਤੁਸੀਂ ਹੈਵੀ ਮੀਲ ਖਾ ਲੈਂਦੇ ਪ੍ਰੋਟੀਨ ਦਾ ਮੀਟ ਦਾ ਹਨਾ ਫਿਰ ਤੁਹਾਨੂੰ ਭੁੱਖ ਬਹੁਤ ਦੇਰ ਬਾਅਦ ਲੱਗਦੀ ਆ ਬਿਲਕੁਲ ਹਾਂਜੀ ਜੇ ਤੁਸੀਂ ਫਰੂਟ ਖਾਂਦੇ ਆ ਉਹ ਇੱਕਦਮ ਡਾਈਜੈਸਟ ਹੋ ਬਹੁਤ ਈਜ਼ੀ ਡਾਈਜੈਸਟ ਹੋ ਜਾਂਦਾ ਤੁਹਾਨੂੰ ਜਲਦੀ ਫਿਰ ਭੁੱਖ ਲੱਗ ਜਾਂਦੀ ਹੈ ਡਾਕਟਰ ਸਾਹਿਬ ਜੇ ਤੁਸੀਂ ਵੇਟ ਨਾ ਕਰੋ ਉਹ ਪ੍ਰੋਸੈਸ ਤੁਹਾਡਾ ਪੂਰਾ ਹੋਇਆ ਨਹੀਂ ਤੁਸੀਂ ਹੋਰ ਖਾਈ ਜਾਣ ਉਹਦਾ ਕੀ ਨੁਕਸਾਨ ਹੈ ਫਿਰ ਹਾਂਜੀ ਉਹ ਫਿਰ ਡਾਈਜੈਸਟਿਵ ਪ੍ਰੋਸੈਸ ਜਿਹੜਾ ਆ ਉਹਨੂੰ ਦੁਬਾਰਾ ਫੇਰ ਕੰਮ ਸ਼ੁਰੂ ਕਰਨਾ ਪੈਂਦਾ ਫਿਰ ਕਰਨਾ ਪੈਂਦਾ ਹਾਂ ਦੈਟਸ ਰਾਈਟ ਕੋਈ ਇਹਦੇ ਨਾਲ ਇੰਡੀਜੈਸਸ਼ਨ ਕਈ ਮਸ਼ੀਨਰੀ ਸਾਰੀ ਕਨਫਿਊਜ਼ ਹੋ ਜਾਂਦੀ ਕਨਫਿਊਜ਼ ਹੋ ਜਾਂਦਾ ਸਿਸਟਮ ਜਿਹੜਾ ਹਾਂਜੀ ਸੋ ਇੰਡੀਜੈਸ਼ਨ ਹੋ ਜਾਂਦਾ ਹੈ ਤੁਹਾਡਾ ਫਿਰ ਹਾਜਮਾ ਸਹੀ ਨਹੀਂ ਹੁੰਦਾ ਹੈ ਨਾ ਤੇ ਉਹ ਐਸਿਡ ਪਹਿਲੇ ਸਟਮਕ 'ਚ ਹੁੰਦੀ ਆ ਤੇ ਸਟਮਕ ਹੋਰ ਐਸਿਡ ਫਿਰ ਰਿਲੀਜ਼ ਕਰ ਦਿੰਦਾ ਹੈ ਤੁਹਾਡੇ ਫਿਰ ਜਲਨ ਹੁੰਦੀ ਆ ਜਾਂ ਫਿਰ ਤੁਹਾਨੂੰ ਢਕਾਰ ਆਉਣ ਲੱਗ ਪੈਂਦੇ ਖੱਟੇ ਜਾਏ ਤੋ ਇਦਾਂ ਹੀ ਜੇ ਤੁਸੀਂ ਸਹੀ ਤਰੀਕੇ ਨਾਲ ਨਹੀਂ ਖਾਂਦੇ ਹੋ ਨਾ
ਫਿਰ ਤੁਸੀਂ ਆਪਣਾ ਡਾਈਜੈਸ਼ਨ ਖੁਦ ਖਰਾਬ ਕਰ ਲੈਂਦੇ ਹੋ। ਤੇ ਇੱਕ ਸਾਨੂੰ ਆਦਤ ਆ ਵੀ ਅਸੀਂ ਮਿਰਚਾਂ ਬਹੁਤ ਖਾਈਦੀਆਂ ਹਾਂਜੀ। ਤੇ ਮਿਰਚਾਂ ਜਿਹੜੀਆਂ ਉਹ ਐਕਚੁਅਲੀ ਇਰੀਟੇਸ਼ਨ ਆ ਉਹ ਹਾਂਜੀ। ਤੁਹਾਨੂੰ ਪਤਾ ਜਦੋਂ ਤੁਸੀਂ ਖਾਂਦੇ ਮੂੰਹ ਵਿੱਚ ਇਰੀਟੇਸ਼ਨ ਹੁੰਦੀ ਹੈ ਤੁਹਾਡੀ ਹੈ ਨਾ। ਤੇ ਇਸੇ ਤਰ੍ਹਾਂ ਸਟਮਕ ਦੀ ਲਾਈਨਿੰਗ ਜਿਹੜੀ ਆ ਉਹਨੂੰ ਵੀ ਇਰੀਟੇਸ਼ਨ ਕਰਦੀ ਆਮ ਸ਼ੋਰ ਕੋਈ ਤਾਂ ਹਾਰਮ ਕਰਦੀ ਹੋਏਗੀ ਨਾ। ਕਰਦੀ ਆ ਹਾਂਜੀ। ਸੋ ਉਹਦੇ ਨਾਲ ਐਸਿਡ ਜ਼ਿਆਦਾ ਪੈਦਾ ਹੁੰਦੀ ਹੈ, ਜਿੰਨੀ ਲੋੜ ਤੋਂ ਵੱਧ ਐਸਿਡ ਬਣਦੀ ਆ ਉਹ ਫਿਰ ਤੁਹਾਡੇ ਸਟਮਕ ਨੂੰ ਡੈਮੇਜ ਕਰਨ ਲੱਗ ਪੈਂਦੀ ਆ ਹਾਂਜੀ। ਸੋ ਇਹ ਬੜਾ ਕੰਪਲਿਕੇਟਡ ਜਿਹਾ ਪ੍ਰੋਸੈਸ ਆ, ਪਰ ਹੈਗਾ ਬੜਾ ਵਧੀਆ ਚੀਜ਼ ਵੀ ਇਹ ਜਿੱਦਾਂ ਡਿਜ਼ਾਈਨ ਕੀਤਾ ਗਿਆ। ਨਹੀਂ ਪਤਾ ਕੀ ਭਾਜੀ, ਇੱਦਾਂ ਦੀ ਗੱਲਾਂ ਕਰਨੀਆਂ ਚਾਹੀਦੀਆਂ। ਇਨਸਾਨ ਦੀ ਫਿਤਰਤ ਕੁਛ ਇੱਦਾਂ ਦੀ ਹੋ ਗਈ, ਲਾਈਫ ਇੰਨੀ ਫਾਸਟ ਹੋ ਗਈ ਹੈ। ਜਦੋਂ ਤੁਹਾਡੇ ਖਾਣਾ ਕਈ ਦਫਾ ਤੁਹਾਨੂੰ ਵਾਕਿਆ ਤੁਸੀਂ ਵਿਹਲੇ ਹੁੰਦੇ ਨਾ, ਤੁਸੀਂ ਉਦੋਂ ਐਪਰੀਸ਼ੀਏਟ ਕਰਦੇ ਹੋ ਯਾਰ ਅੱਛੀ ਚੀਜ਼ ਬਣੀ, ਮੈਂ ਸਵਾਦ ਨਾਲ ਖਾਣੀ ਹੈ। ਨੋਰਮਲੀ ਤਾਂ ਦੌੜ ਭੱਜ ਦੇ ਵਿੱਚ ਬੰਦਾ ਦੇਖਦਾ ਵੀ ਨਹੀਂ ਕੀ ਬਣਿਆ, ਚਲੋ ਮੈਂ ਖਾ ਲੈਂਦਾ ਚਲੋ। ਨਾ ਤੇ ਉਹਨੂੰ ਅੱਖਾਂ ਦੇ ਨਾਲ ਨਾ ਜ਼ੁਬਾਨ ਨਾਲ ਚੰਗੀ ਤਰ੍ਹਾਂ ਖਾਂਦੇ ਨੇ, ਅੰਦਰ ਗੱਲ ਸਿੱਟਣ ਦੀ ਕਰਦੇ ਨੇ ਬਸ। ਦੈਟਸ ਰਾਈਟ। ਇਸੇ ਕਰਕੇ ਫਿਰ ਉਹ ਜਿਹੜੇ ਡਾਈਜੈਸਟਿਵ ਐਂਜ਼ਾਈਮ ਹੈ ਨਾ ਉਹ ਰਿਲੀਜ਼ ਨਹੀਂ ਸਹੀ ਤਰੀਕੇ ਨਾਲ ਹੁੰਦੇ। ਜੇ ਤੁਸੀਂ ਆਰਾਮ ਨਾਲ ਖਾਓ ਹੈ ਨਾ, ਆਪਣਾ ਇੰਜੋਏ ਕਰੋ ਫੂਡ, ਤੇ ਉਹ ਸਹੀ ਤਰੀਕੇ ਨਾਲ ਤੁਹਾਡੀ ਬਾਡੀ ਵਿੱਚ ਰਿਲੀਜ਼ ਕਰਗੇ। ਜਿੱਦਾਂ ਤੁਸੀਂ ਕਹਿੰਦੇ ਵੀ ਅੱਖਾਂ ਨਾਲ ਤੁਸੀਂ ਦੇਖੋਗੇ ਤੇ ਤੁਸੀਂ ਉਹਦਾ ਖੁਸ਼ਬੂ ਵੀ ਲਓਗੇ ਫੂਡ ਦੀ, ਉਹਦੇ ਨਾਲ ਹੀ ਐਂਜ਼ਾਈਮਸ ਰਿਲੀਜ਼ ਹੁੰਦੇ ਆ ਜਿਹੜੀਆਂ ਸੈਂਸਸ ਆ ਹਾਂਜੀ। ਤੇ ਭਾਜੀ ਇਹ ਦੇਖੋ ਸੱਚੀ ਕਹਿੰਦਾ ਬੰਦਾ ਗੱਲਾਂ ਕਰੇ ਤਾਂ ਪਤਾ ਲੱਗਦਾ, ਕਿਉਂਕਿ ਟਾਈਮ ਹੀ ਨਹੀਂ ਹੁੰਦਾ ਲੋਕਾਂ ਦਾ। ਤੁਹਾਡੀਆਂ ਚੀਜ਼ਾਂ ਜਿਹੜੇ ਬਾਡੀ ਦੇ ਹੈਗੀਆਂ, ਨੱਕ ਹੋਇਆ, ਜ਼ੁਬਾਨ ਹੋਈ, ਅੱਖਾਂ ਹੋਈਆਂ, ਇਹ ਮੈਸੇਜ ਪਹੁੰਚਾਉਂਦੀਆਂ ਨੇ ਬਾਡੀ ਨੂੰ ਸਾਰਾ ਮੈਸੇਜ ਭਾਜੀ। ਐਵਰੀਥਿੰਗ A to Z ਹੈ। ਤੇ ਜਿੱਦਾਂ ਤੁਸੀਂ ਕਹਿੰਦੇ ਵੀ ਲਾਈਫ ਸਟਾਈਲ ਬਹੁਤ ਬਿਜ਼ੀ ਹੋ ਗਿਆ, ਰਸ਼ ਵਿੱਚ ਬੰਦਾ ਖਾ ਲੈਂਦਾ ਸੈਂਡਵਿਚ ਖਾ ਕੇ ਫਿਰ ਦੌੜ ਜਾਂਦਾ ਕੰਮ ਤੇ ਉਹ ਇਹਦੇ ਨਾਲ ਹੀ ਸਟ੍ਰੈਸ ਨਾਲ ਹੀ ਕਈ ਵਾਰੀ ਇੰਡੀਜੈਸਸ਼ਨ ਹੋ ਜਾਂਦੀ ਆ। ਹਾਜ਼ਮਾ ਜਿਹੜਾ ਸਾਰਾ ਸਭ ਤੋਂ ਵੱਧ ਸਟ੍ਰੈਸ ਨਾਲ ਖਰਾਬ ਹੁੰਦਾ ਭਾਜੀ। ਨੰਬਰ 1 ਇਹਦਾ ਪ੍ਰੋਬਲਮ ਜਿਹੜਾ ਸਟ੍ਰੈਸ ਆ, ਇੰਡੀਜੈਸਸ਼ਨ ਪ੍ਰੋਬਲਮਸ ਤੇ ਐਸਿਡਿਟੀ। ਇਹ ਹੁਣ ਬਹੁਤ ਇਹ ਲੋਕਾਂ ਨੂੰ ਐਸਿਡਿਟੀ ਆ, ਹਾਈਪਰ ਐਸਿਡਿਟੀ, ਤੇ ਉਹ ਫਿਰ ਰੀਫਲਕਸ ਵੀ ਹੋਣ ਲੱਗ ਪੈਂਦਾ ਹੈ। ਤੇ ਉਹ ਐਸਿਡ ਇੱਦਾਂ ਵਾਪਸ ਉੱਤੇ ਨੂੰ ਆਉਂਦੀ ਆ ਤੇ ਉਹਦੇ ਨਾਲ ਕਈ ਨਿਸ਼ਾਨੀਆਂ ਹੁੰਦੀਆਂ ਵੀ ਤੁਹਾਡੇ ਰੀਫਲਕਸ ਹੋ ਰਿਹਾ। ਇੱਕ ਤਾਂ ਹੁੰਦੀ ਵੀ ਜਲਣ ਹੁੰਦੀ ਛਾਤੀ ਵਿੱਚ ਹਾਂਜੀ। ਤੇ ਨੰਬਰ 2 ਹੁੰਦੀ ਹੈ ਤੁਹਾਡਾ ਗਲਾ ਦੁਖਣ ਲੱਗ ਪੈਂਦਾ ਥੋੜਾ ਸੋ ਥਰੋਟ। ਉਹ ਕਹਿੰਦੇ ਨੇ ਮੈਨੂੰ ਤਾਂ ਸੋ ਥਰੋਟ ਰਹਿੰਦਾ ਹੈ, ਪਤਾ ਨਹੀਂ ਕਿਉਂ ਰਹਿੰਦਾ ਹੈ। ਉਹ ਐਕਚੁਅਲੀ ਉਹਦੀ ਵਜ੍ਹਾ ਇਹ ਹੁੰਦੀ ਰੀਫਲਕਸ, ਐਸਿਡ ਉੱਤੇ ਨੂੰ ਆਉਂਦਾ ਹੁੰਦਾ। ਅੱਛਾ ਉੱਪਰ ਨੂੰ ਆਉਂਦਾ ਹੈ। ਡਾਕਟਰ ਸਾਹਿਬ ਕਈ ਦਫਾ ਲੋਕ ਜਦੋਂ ਖਾਣਾ ਖਾਂਦੇ ਸਮ ਕੁਆਇਟ ਸੈਟੀਸਫਾਈਡ ਕਿ ਜੋ ਸਿਸਟਮ 'ਚ ਜਾ ਰਿਹਾ ਇੰਟੈਸਟਾਈਨ ਦੇ ਵਿੱਚ ਜਿੱਥੇ ਜਾਣਾ ਚਲੇ ਜਾਂਦਾ। ਕਈ ਕਹਿੰਦੇ ਮੇਰੇ ਉਹ ਇੱਥੇ ਪਿਆ ਰਹਿੰਦਾ ਉੱਪਰ ਹੀ ਹਾਂਜੀ। ਉਹ ਇਦਾਂ ਕਿਉਂ ਫੀਲਿੰਗ ਹੁੰਦੀ ਹੈ? ਉਹ ਡਾਈਜੈਸਸ਼ਨ ਨਹੀਂ ਹੁੰਦਾ, ਸਲੋ ਹੋ ਗਿਆ ਡਾਈਜੈਸਟਿਵ ਪ੍ਰੋਸੈਸ ਉਹਨਾਂ ਦਾ। ਅੱਛਾ ਸਲੋ ਹੋ ਗਿਆ ਹਾਂਜੀ। ਇਸੇ ਉਹਨਾਂ ਨੂੰ ਫੀਲਿੰਗ ਹੁੰਦਾ ਵੀ ਜਿਹੜਾ ਖਾਣਾ ਆ ਉਹ ਮੇਰੇ ਮਿਹਦੇ ਦੇ ਵਿੱਚ ਹੀ ਪਿਆ ਰਹਿੰਦਾ ਬਹੁਤ ਚਿਰ ਲੱਗਦਾ ਉਹਨੂੰ ਹਾਂਜੀ। ਉਹ ਡਾਈਜੈਸਟਿਵ ਸਿਸਟਮ ਨਾਲ ਖਰਾਬ ਹੋ ਗਿਆ ਬਸ। ਰੀਅਲੀ ਹਾਂ ਦੈਟਸ ਰਾਈਟ। ਇਹਦਾ ਵਜ੍ਹਾ ਇਹ ਵੀ ਹੋ ਸਕਦੀ ਵੀ ਜਿਹੜੇ ਐਂਜ਼ਾਈਮਸ ਦੀ ਘਾਟ ਹੋ ਗਈ ਉਹਨਾਂ ਦੇ। ਤੇ ਇਹ ਬੜੀ ਇੰਟਰਸਟਿੰਗ ਚੀਜ਼ ਆ ਭਾਜੀ, ਸਟੱਡੀ ਕੀਤੀ ਗਈ ਆ ਵੀ 30 ਸਾਲ ਤੋਂ ਵੱਧ ਤੁਹਾਡੇ ਐਂਜ਼ਾਈਮ ਪ੍ਰੋਡਕਸ਼ਨ ਬਾਡੀ ਦਾ ਆਟੋਮੈਟਿਕਲੀ ਘਟਣ ਲੱਗ ਪੈਂਦਾ ਹੈ ਹਾਂਜੀ। ਆਪਾਂ ਗੱਲ ਕਰੀਦੀ ਨਾ ਕਈ ਵਾਰੀ ਵੀ ਸਿਹਤ 30 ਸਾਲ ਤੋਂ ਹੀ ਬੜੇ ਫਿੱਟ ਰਹਿੰਦਾ, ਜੋ ਮਰਜ਼ੀ ਖਾਈ ਪੀ ਜਾਓ ਸਭ ਕੁਝ ਹਜਮ ਹੋ ਜਾਂਦਾ ਹੈ ਨਾ। ਤੇ ਉਹ ਤੋਂ ਬਾਅਦ ਫਿਰ ਤੁਹਾਡੀ ਸਿਹਤ ਥੋੜ੍ਹੀ ਜਿਹੀ ਖਰਾਬ ਹੋਣ ਲੱਗ ਪੈਂਦੀ ਹੈ। ਇਹਦਾ ਰੀਜ਼ਨ ਖਾਸ ਇਹੀ ਆ ਵੀ ਬਾਡੀ ਵਿੱਚ ਐਂਜ਼ਾਈਮ ਜਿਹੜੇ ਘਟਣ ਲੱਗ ਪੈਂਦੇ ਭਾਜੀ। ਤੇ ਜਦ ਤੁਸੀਂ 45-50 ਸਾਲ ਦੀ ਉਮਰ ਤੇ ਪਹੁੰਚਦੇ ਹਨ ਤੇ 50% ਐਂਜ਼ਾਈਮ ਰਹਿ ਜਾਂਦੇ ਸਿਰਫ ਬਾਡੀ ਵਿੱਚ। ਉਦੋਂ ਬੰਦਾ ਫਿਰ ਬਾਡੀ ਨੂੰ ਧਿਆਨ ਦੇਣਾ ਸ਼ੁਰੂ ਕਰਦਾ। ਮੈਂ 1 ਮਿੰਟ ਜ਼ਰਾ ਟੈਲੀਫੋਨ ਨੰਬਰ ਪਹਿਲਾਂ ਕਰਨਾ ਚਾਹੀਦਾ ਸੀ, ਮਾਫੀ ਚਾਹਾਂਗਾ। ਜੋ ਤੇ ਸਕਰੀਨ ਤੇ ਵੀ ਆ ਰਿਹਾ ਥੱਲੇ, ਪਲੀਜ਼ ਤੁਸੀਂ ਕਾਲ ਕਰੋ। ਕਿਸੇ ਵੀ ਜ਼ਰੂਰੀ ਨਹੀਂ ਜਿਹੜੇ ਸਬਜੈਕਟ ਤੇ ਅਸੀਂ ਗੱਲ ਕਰਦੇ ਹਾਂ ਤੁਸੀਂ ਉਹਦੀ ਕਰਨੀ ਹੈ। ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਪਲੀਜ਼ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰੋ। The telephone number is 0121 551 1001. ਪਲੀਜ਼ ਕਾਲ ਕਰੋ, ਸ਼ੋਅ ਦੇ ਦਰਮਿਆਨ ਕਰਿਆ ਕਰੋ ਤਾਂ ਕਿ ਡਾਕਟਰ ਜੀ ਨਾਲ ਗੱਲ ਹੋ ਸਕੇ ਜਾਂ ਉਹਨਾਂ ਨੂੰ ਤੁਹਾਡਾ ਨੰਬਰ ਦਿੱਤਾ ਜਾਏਗਾ। ਜੀ ਡਾਕਟਰ ਸਾਹਿਬ ਜੀ। ਸੋ ਇਹ ਮੈਂ ਸੀਕ੍ਰੇਟ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਹੜੇ ਇਹ ਐਂਜ਼ਾਈਮਸ ਆ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਭਾਜੀ। ਭਾਜੀ ਆਫ ਕੋਰਸ ਗੱਲ ਕਰਦੇ ਤਾਂ ਪਤਾ ਲੱਗ ਰਿਹਾ ਨਾ ਉਹਦਾ। ਤੇ ਇਹ ਫਿਰ ਜਦੋਂ ਕਮੀ ਹੋ ਜਾਂਦੀ ਹੈ ਨਾ ਐਂਜ਼ਾਈਮਸ ਦੀ ਤੇ ਤੁਹਾਡਾ ਸਿਰਫ ਇਹ ਡਾਈਜੈਸ਼ਨ ਦਾ ਪ੍ਰੋਬਲਮ ਨਹੀਂ ਆਉਂਦਾ, ਤੁਹਾਡੀ ਹੋਰ ਵੀ ਬਹੁਤ ਸਿਹਤ ਦੇ ਪ੍ਰੋਬਲਮ ਆਉਂਦੇ ਆ। ਤੇ ਉਹ ਮੈਂ ਤੁਹਾਨੂੰ ਹੌਲੀ ਹੌਲੀ ਦੱਸੂਗਾ। ਤੇ ਅਸੀਂ ਇੱਕ ਵੀਡੀਓ ਬਣਾਇਆ ਹੈਗਾ, ਡੈਮੋਨਸਟ੍ਰੇਸ਼ਨ ਦਿੰਦੇ ਵੀ ਐਂਜ਼ਾਈਮਸ ਕਿੱਦਾਂ ਕੰਮ ਕਰਦੇ, ਕਿੱਦਾਂ ਹਜਮ ਕਰਦੇ ਆ। ਅੱਛਾ ਤੁਸੀਂ ਬਣਾਇਆ, ਮੈਂ ਸੁਖਦੇਵ ਨੂੰ ਕਹਾਂ। ਅੱਛਾ ਅਸੀਂ ਐਂਜ਼ਾਈਮਸ ਬਾਰੇ ਡਿਸਕਸ਼ਨ ਕਰ ਰਹੇ ਹਾਂ ਤੇ ਇੱਕ ਡੈਮੋਨਸਟ੍ਰੇਸ਼ਨ ਦੇਣਾ ਚਾਹਾਂਗੇ ਵੀ ਜੋ ਐਂਜ਼ਾਈਮਸ ਸਾਰੀ ਖੁਰਾਕ ਤੁਹਾਡੀ ਹਜਮ ਕਰਦੇ ਆ ਤੇ ਉਹ ਕਿਸ ਤਰ੍ਹਾਂ ਕੰਮ ਕਰ ਰਹੇ। ਤੇ ਕੋਈ ਵੀ ਖੁਰਾਕ ਹਜਮ ਕਰਨੀ ਉਹ ਐਂਜ਼ਾਈਮਸ ਤੁਹਾਡੀ ਬਾਡੀ ਬਣਾਉਂਦੀ ਆ ਅਤੇ ਰਿਲੀਜ਼ ਕਰਦੀ ਆ ਅੰਦਰਾਂ ਵਿੱਚ ਵੀ ਖੁਰਾਕ ਜਲਦੀ ਹਜਮ ਹੋ ਜਾਵੇ। ਜੋ ਤੁਸੀਂ ਸੋਲਿਡ ਖੁਰਾਕ ਖਾਂਦੇ ਆ ਉਹ ਜ਼ਰੂਰੀ ਆ ਵੀ ਬਹੁਤ ਬਰੀਕ ਕਰਨਾ
ਤੇ ਜਦੋਂ ਬਰੀਕ ਹੋ ਜਾਂਦੀ ਆ ਤੇ ਆਂਦਰਾਂ ਵਿੱਚੋਂ ਖੂਨ ਦੀਆਂ ਨਾੜੀਆਂ ਉਹ ਖੁਰਾਕ ਨੂੰ ਚੱਕ ਸਕਦੀਆਂ ਤੇ ਵਾਈਟਲ ਆਰਗਨਸ ਨੂੰ ਪਹੁੰਚਾ ਸਕਦੀਆਂ। ਸੋ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਇਹ ਪਹਿਲਾਂ ਦਲੀਆ ਬਣਾਇਆ ਹੈਗਾ ਤੇ ਇਹ ਬਿਲਕੁਲ ਸੋਲਿਡ ਆ, ਦੇਖੋ ਇਸ ਗਲਾਸ ਦੇ ਨਾਲ ਹੀ ਤਕਰੀਬਨ ਲੱਗਾ ਹੈ। ਤੇ ਹੁਣ ਆਪਾਂ ਕੈਪਸੂਲ ਲਈਏ ਐਂਜ਼ਾਈਮਸ ਦੇ, ਤੇ ਇਹ ਅਸੀਂ ਵਧੀਆ ਤੋਂ ਵਧੀਆ ਐਂਜ਼ਾਈਮਸ ਮੰਗਾਈਦੇ ਆ USA ਤੋਂ। ਤੇ ਹੁਣ ਕੈਪਸੂਲ ਨੂੰ ਖੋਲ ਕੇ ਆਪਾਂ ਪਾਊਡਰ ਦਲੀਏ ਦੇ ਉੱਤੇ ਪਾ ਦੇਣਾ। ਤੇ ਦਲੀਏ ਦੇ ਉੱਤੇ ਪਾ ਕੇ ਆਪਾਂ ਘੋਲ ਦੇਣਾ। ਸੋ ਤੁਸੀਂ ਦੇਖਿਆ ਸੀ ਭਈ ਬਿਲਕੁਲ ਸੋਲਿਡ ਸੀ ਦਲੀਆ। ਤੇ ਤੁਸੀਂ ਦੇਖ ਰਹੇ ਹੋ ਭਈ ਜਲਦੀ ਜਿਹੜਾ ਸੋਲਿਡ ਸੀ ਉਹ ਥੋੜਾ ਜਿਹਾ ਲਿਕੁਇਡ ਹੋ ਰਿਹਾ। ਤੇ ਤੁਹਾਨੂੰ ਪਤਾ ਉਹਦੇ ਵਿੱਚ ਕੋਈ ਪਾਣੀ ਨਹੀਂ ਸੀਗਾ, ਬਿਲਕੁਲ ਡਰਾਈ ਸੀ। ਤੇ ਤੁਸੀਂ ਦੇਖ ਰਹੇ ਹੋ, ਦੇਖੋ ਕਿੱਦਾਂ ਲਿਕੁਇਡ ਹੋਈ ਜਾਂਦਾ ਹੈ। ਤੇ ਇਹ ਸਾਰਾ ਦੇਖੋ ਡਰਾਈਨੈਸ ਖਤਮ ਹੋ ਗਿਆ ਤੇ ਬਿਲਕੁਲ ਲਿਕੁਇਡ ਬਣ ਗਿਆ ਸਿਰਫ ਐਂਜ਼ਾਈਮਸ ਦੇ ਨਾਲ। ਸੋ ਜਦੋਂ ਸਰੀਰ ਵਿੱਚ ਐਂਜ਼ਾਈਮਸ ਦੀ ਘਾਟ ਹੋ ਜਾਂਦੀ ਆ ਤੇ ਖੁਰਾਕ ਨੂੰ ਹਜਮ ਨਹੀਂ ਕਰ ਸਕਦਾ। ਸੋ ਅਸੀਂ ਸਪਲੀਮੈਂਟ ਦੇਈਦਾ। ਦੇਖੋ ਜੀ, ਤੁਸੀਂ ਦੇਖ ਸਕਦੇ ਹੋ ਬਿਲਕੁਲ ਲਿਕੁਇਡ ਹੋ ਗਿਆ। ਸਿਰਫ 2 ਮਿੰਟਾਂ ਵਿੱਚ ਇੰਨਾ ਫਰਕ ਪੈ ਗਿਆ। ਤੇ ਇਹਨੂੰ ਆਪਾਂ ਥੋੜ੍ਹਾ ਚਿਰ ਹੋਰ ਰਹਿਣ ਦਈਏ ਤਾਂ ਤੁਸੀਂ ਨੋਟ ਕਰੋਗੇ ਤੇ ਇਹਦੇ ਨਾਲ ਵੀ ਜ਼ਿਆਦਾ ਲਿਕੁਇਡ ਬਣ ਜਾਏਗਾ। ਕਿੰਨਾ ਪਤਲਾ ਹੋ ਗਿਆ ਫਿਰ ਉਹ। ਹਾਂਜੀ ਦੇਖੋ ਜੀ, ਇਹ ਦਲੀਆ ਸੀਗਾ। ਹਾਂਜੀ ਹਾਂ ਤੇ ਦਲੀਆ ਬਿਲਕੁਲ ਸੁੱਕਾ ਸੀ। ਤੁਸੀਂ ਬਿਲਕੁਲ ਮੈਂ ਦੇਖਿਆ, ਗਲਾਸ ਦੇ ਨਾਲ ਇੰਜ ਸਟਕ ਹੋਇਆ ਸੀ। ਉਹਦੇ ਉੱਤੇ ਸਿਰਫ ਪਾਊਡਰ ਐਂਜ਼ਾਈਮ ਪਾਏ ਆ ਉੱਤੇ ਤੇ ਉਹਦਾ ਬਿਲਕੁਲ ਲਿਕੁਇਡ ਹੋ ਗਿਆ। ਦੇਖੋ ਲੇਕਿਨ ਪਾਣੀ ਕੁਝ ਵੀ ਨਹੀਂ, ਤੁਸੀਂ ਹੈ ਕੋਈ ਕਮਾਲ ਪਾਣੀ ਦੀ ਨਹੀਂ ਪਾਇਆ ਗੱਲ। ਉੱਤੇ। ਹਾਂਜੀ ਸੋ ਇਹ ਕਮਾਲ ਦੀ ਗੱਲ ਆ। ਇਸ ਤਰ੍ਹਾਂ ਤੁਹਾਡੇ ਐਂਜ਼ਾਈਮਸ ਬੋਡੀ ਦੇ ਕੰਮ ਕਰਦੇ, ਇੰਨੇ ਸਟਰੋਂਗ ਐਂਜ਼ਾਈਮਸ ਆ ਇਹ। ਹਾਂ ਤੇ ਇਹ ਕੁਦਰਤ ਨੇ ਬਣਾਏ, ਦੇਖੋ। ਹਾਂਜੀ ਤੇ ਇਹ ਅਸੀਂ ਇਹ ਐਂਜ਼ਾਈਮਸ ਦੇਈਦੇ ਜਿਨ੍ਹਾਂ ਦੀ ਘਾਟ ਹੋ ਜਾਂਦੀ ਹੈ। ਅੱਛਾ, ਇਹ ਦਿੰਦੇ ਹੋ ਤੁਸੀਂ? ਹਾਂਜੀ ਹੈਂ? ਕੈਪਸੂਲ ਦੇ ਦੇਈਦੇ ਅਸੀਂ। ਹਾਂਜੀ ਤੇ ਇਹਦੇ ਨਾਲ ਤੁਹਾਡਾ ਹਾਜ਼ਮਾ ਜਿਹੜਾ ਫਿਰ ਸਹੀ ਰਹਿੰਦਾ ਹੈ। ਕਬਜ਼ ਨਹੀਂ ਹੁੰਦੀ? ਹਾਂਜੀ ਦੈਟਸ ਰਾਈਟ। ਡਾਈਜੈਸਸ਼ਨ ਜੋ ਸ਼ੁਰੂ ਹੋ Digestion। ਜਾਵੇ, ਹੋਰ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਭਾਈ ਇਹਦੇ ਨਾਲ। ਇੱਕ ਨਹੀਂ, ਸਿਰਫ ਡਾਈਜੈਸਸ਼ਨ ਨਹੀਂ, ਹੋਰ ਕਈ ਚੀਜ਼ਾਂ ਠੀਕ ਹੁੰਦੀਆਂ ਇਹਦੇ ਨਾਲ। ਹੌਲੀ ਹੌਲੀ ਆਪਾਂ ਉੱਥੇ ਆਉਂਦੇ ਹਾਂ। ਪਰ ਇਹ ਦੇਖੋ ਕਮਾਲ ਦੀ ਗੱਲ ਆ ਇਹ। ਤੇ ਇਹ ਜਿਹੜੇ ਐਂਜ਼ਾਈਮਸ ਆ ਇਹ ਬਹੁਤ ਵਧੀਆ ਐਂਜ਼ਾਈਮਸ ਆ ਤੇ ਆਮ ਇਹ ਹਾਈ ਸਟਰੀਟ ਤੇ ਤੁਹਾਨੂੰ ਮਿਲਣੇ ਨਹੀਂ ਗਏ। ਜਿਹੜੇ ਮਿਲਦੇ ਆ ਉਹ ਇਸ ਤਰੀਕੇ ਨਾਲ ਕੰਮ ਨਹੀਂ ਕਰਨੇ। ਬੇਸ਼ੱਕ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਲਿਓ। ਤੇ ਰੀਜ਼ਨ ਇਹਦਾ ਇਹ ਆ ਵੀ ਇਹ ਐਂਜ਼ਾਈਮ ਜਿਹੜੇ ਸਰੀਰ ਵਿੱਚ ਹੁੰਦੇ ਆ ਨਾ, ਇਹਨਾਂ ਦੇ ਨਾਲ ਕੁਝ ਇੱਕ ਹੋਰ ਚੀਜ਼ ਹੁੰਦੀ, ਕੋ ਐਂਜ਼ਾਈਮਸ ਕਹਿੰਦੇ ਉਹਨਾਂ ਨੂੰ। ਉਹ ਹੁੰਦੇ ਜਿੱਦਾਂ ਵਿਟਾਮਿਨਸ, ਮਿਨਰਲਸ, ਹਾਂਜੀ, ਕਾਪਰ, ਆਇਰਨ, ਮੈਗਨੀਜ਼ੀਅਮ, ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਉਹਦੇ ਨਾਲ ਅਟੈਚ ਹੋਈਆਂ। ਇਸ ਤਰੀਕੇ ਨਾਲ ਫਿਰ ਉਹ ਐਂਜ਼ਾਈਮਸ ਬਹੁਤ ਵਧੀਆ ਕੰਮ ਕਰਦੇ ਆ। ਹਾਂਜੀ ਸੋ ਇਹ ਜਿਹੜਾ ਸਪਲੀਮੈਂਟ ਅਸੀਂ ਵਰਤੀਦਾ, ਇਹਦੇ ਵਿੱਚ ਉਹ ਸਾਰੇ ਕੋ ਫੈਕਟਰਸ ਹੈਗੇ ਆ, ਆਮ ਉਹ ਮਿਲਦੇ ਨਹੀਂ ਹੈਗੇ। ਜੋ ਜਿਸਮ ਨੂੰ ਕਰਨਾ ਚਾਹੀਦਾ ਉਹ ਗੋਲੀ ਕੰਮ ਕਰਦੀ ਹੈ। ਉਹ ਗੋਲੀ ਕੰਮ ਕਰਦੀ ਆ। ਹਾਂਜੀ ਦੱਸ ਰਾਈਟ ਆ। ਤੇ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਹੈ ਭਾਜੀ, ਵੀ ਸਿਰਫ ਇਹ ਫੂਡ ਨੂੰ ਡਾਈਜੈਸਟ ਨਹੀਂ ਕਰਦੇ ਐਂਜ਼ਾਈਮਸ, ਪਰ ਇਹ ਐਂਜ਼ਾਈਮ ਜਿਹੜੇ ਜਦੋਂ ਤੁਹਾਡੀ ਬਲੱਡ ਸਟਰੀਮ 'ਚ ਵੀ ਪਹੁੰਚਦੇ ਹਨ ਨਾ, ਉੱਥੇ ਵੀ ਇਹ ਕਮਾਲ ਕਰਦੇ ਭਾਜੀ। ਹਾਂਜੀ ਸੋ ਬਲੱਡ ਸਟਰੀਮ ਵਿੱਚ ਤੁਹਾਨੂੰ ਪਤਾ ਹੀ ਆ ਵੀ ਜਦੋਂ ਤੁਸੀਂ ਖੁਰਾਕ ਖਾਂਦੇ ਆ, ਉਹ ਜੇ ਪੂਰੀ ਨਹੀਂ ਡਾਈਜੈਸਟ ਹੁੰਦੀ ਹੈ ਨਾ, ਤੇ ਉਹ ਲਾਰਜ ਫੂਡ ਪਾਰਟੀਕਲਸ ਐਂਟਰ ਹੋ ਜਾਂਦੇ ਆ। ਹਾਂਜੀ ਤੇ ਉਹਨੂੰ ਇੱਕ ਹੁਣ ਨਵੀਂ ਟਰਮ ਦਿੱਤੀ ਆ ਸਾਇੰਟਿਸਟ ਨੇ, ਤੇ ਉਹਨੂੰ ਕਹਿੰਦੇ ਆ ਇਮਿਊਨ ਕੰਪਲੈਕਸ। ਹਾਂਜੀ ਤੇ ਫਲੋਟਿੰਗ ਇਮਿਊਨ ਕੰਪਲੈਕਸ ਕਹਿੰਦੇ ਉਹਨੂੰ। ਉਹ ਜਾਣੀ ਕਿ ਲਾਰਜ ਫੂਡ ਪਾਰਟੀਕਲਸ ਬਲੱਡ ਸਟਰੀਮ ਵਿੱਚ ਚਲ ਜਾਂਦੇ ਆ, ਤੇ ਉਹ ਫਿਰ ਜਿਹੜੇ ਤੁਹਾਡੀ ਬਾਡੀ ਆ ਉਹ ਕਹਿੰਦੀ ਵੀ ਇਹ ਤਾਂ ਕੋਈ ਫੋਰਨ ਜਿਹਾ ਸਬਸਟੈਂਸ ਆ ਗਿਆ, ਉਹ ਇਮਿਊਨ ਸਿਸਟਮ ਨੂੰ ਐਕਟੀਵੇਟ ਕਰ ਦਿੰਦਾ, ਉਹਨੂੰ ਅਟੈਕ ਕਰਨ ਲੱਗ ਪੈਂਦੇ ਆ। ਹਾਂਜੀ ਇੱਥੋਂ ਐਲਰਜੀ ਸ਼ੁਰੂ ਹੋ ਜਾਂਦੀਆਂ। ਲੋਕਾਂ ਨੂੰ ਫੂਡ ਐਲਰਜੀਜ਼ ਬਹੁਤ ਹੁੰਦੀਆਂ ਬਹੁਤ ਜ਼ਿਆਦਾ। ਹਾਂ ਰੀਜ਼ਨ ਇਹਦਾ ਇਹ ਹੈ ਭਾਜੀ। ਅੱਛਾ, ਤਾਂ ਆਪਾਂ ਇਹਦੀ ਗੱਲ ਕਰਦੇ ਬਹੁਤ ਇੰਟਰਸਟ ਐਲਰਜੀ ਦਾ। ਆਪਾਂ ਕਾਲ ਲੈ ਲੈਂਦੇ ਪਹਿਲਾਂ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਵਾਗਤ ਕਰਦੇ ਹਾਂ। ਤੁਸੀਂ ਆਪਣਾ ਨਾਮ ਦੱਸਣਾ ਚਾਹੋਗੇ? ਹਾਂਜੀ ਹਾਂਜੀ।
ਹਾਂਜੀ ਦੱਸੋ ਕਿੱਥੋਂ ਬੋਲਦੇ ਹੋ ਜੀ, ਨਾਲੇ ਨਾਮ ਹਾਂਜੀ, ਦੱਸੋ। ਮੈਂ ਦਿੱਲੀ ਤੋਂ ਰਣਜੀਤ ਕੌਰ ਬੋਲਦੀ ਹਾਂ। ਰਣਜੀਤ ਕੌਰ ਭੈਣ ਜੀ, ਤੁਹਾਡਾ ਸ਼ੁਕਰਾਨਾ ਕਰਦੇ ਹਾਂ, ਤੁਸੀਂ ਕਾਲ ਕੀਤਾ। ਡਾਕਟਰ ਸਾਹਿਬ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਂ ਨਾ ਇਹਨਾਂ ਤੋਂ ਸ਼ਿੰਗਲ ਦੀ ਦਵਾਈ ਲਈ ਸੀ। ਮੇਰੇ ਕੋਲ ਇਹਨਾਂ ਦਾ ਫੋਨ ਨੰਬਰ ਲੋਸਟ ਹੋ ਗਿਆ ਸੀਗਾ, ਹਾਂ ਹਾਂ। ਤੇ ਮੈਂ ਇਹਨਾਂ ਨੂੰ ਫਿਰ ਪੁੱਛਣਾ ਸੀ ਵੀ ਮੈਨੂੰ ਹੋਰ ਦਵਾਈ ਦੀ ਜ਼ਰੂਰਤ ਹੈਗੀ ਹੈ ਜਾਂ ਨਹੀਂ। ਤੇ ਭੈਣ ਜੀ, ਡਾਕਟਰ ਦਾ ਜਵਾਬ ਦੇਣ ਤੋਂ ਪਹਿਲਾਂ ਅਗਰ ਇਹਨਾਂ ਦਾ ਨੰਬਰ ਲਾਸਟ ਹੋ ਜਾਏ ਨਾ, ਤੇ ਕਾਲ ਚੱਲਣ ਤੋਂ ਤੁਸੀਂ ਹਮੇਸ਼ਾ ਕਾਲ ਕਰਿਆ ਕਰੋ, ਉਹ ਤੁਹਾਡਾ ਕੰਟੈਕਟ ਹੈਗਾ। ਹਾਂਜੀ, ਮੈਂ ਉਹਨਾਂ ਨੂੰ ਕੀਤਾ ਸੀਗਾ, ਹਾਂ। ਤਾਂ ਉਹਨਾਂ ਨੇ ਸੋਲਿਸਟਰ ਨੂੰ ਦਿੱਤਾ ਮੇਰਾ ਨੰਬਰ। ਨਹੀਂ, ਅਸਲ 'ਚ ਪਤਾ ਕੀ ਹੁੰਦਾ ਹੈ, ਕਈ ਦਫਾ ਸਾਡੇ ਪ੍ਰੋਗਰਾਮ 'ਚ ਇਮੀਗ੍ਰੇਸ਼ਨ ਦਾ ਕਾਲ ਆ ਜਾਂਦੇ ਨੇ, ਇਮੀਗ੍ਰੇਸ਼ਨ ਦੇ ਕਦੀ ਮੈਡੀਕਲ ਆ ਜਾਂਦੇ ਨੇ, ਤੇ ਟਾਈਮ ਤੇ ਵੀ ਹਾਂ, ਇੱਕ ਟਾਈਮ ਤੇ ਵੀ ਬੜਾ ਡਿਪੈਂਡ ਕਰਦਾ। ਜਿਹੜੇ ਹੁਣ ਇਹਦੇ, ਮੈਂ ਤਾਂ ਹੀ ਕਹਿੰਦਾ ਸਾਡੇ ਸ਼ੋਅ ਦੇ ਦਰਮਿਆਨ ਕਾਲ ਕਰੋ, ਜਿਹੜੇ ਇਹਦੇ ਦਰਮਿਆਨ ਕਾਲ ਆਣਗੇ ਉਹ ਸਾਰੇ ਡਾਕਟਰ ਜੀ ਦੇ ਹੋਣਗੇ, ਕੋਈ ਇਮੀਗ੍ਰੇਸ਼ਨ ਦਾ ਨਹੀਂ ਹੋਏਗਾ। ਮਾਫੀ ਚਾਹਾਂਗੇ ਜੀ ਡਾਕਟਰ ਸਾਹਿਬ। ਹਾਂਜੀ ਹਾਂਜੀ ਭੈਣ ਜੀ, ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਫੋਨ ਕਰਾਂਗੇ, ਤੇ ਜੇ ਤੁਹਾਡੇ ਲਈ ਇਹ ਦਵਾਈ ਮਾਫਕ ਬੈਠੀ ਆ ਤੇ ਫਿਰ ਤੁਹਾਨੂੰ ਹੋਰ ਭੇਜ ਦੇਵਾਂਗੇ। ਜੇ ਨਹੀਂ ਮਾਫਕ ਬੈਠੀ ਹੈਗੀ ਫਿਰ ਆਪਾਂ ਦਵਾਈ ਬਦਲ ਦੇਵਾਂਗੇ, ਠੀਕ ਹੈ? ਅਸੀਂ ਤੁਹਾਨੂੰ ਹੁਣ ਫੋਨ ਕਰਾਂਗੇ। ਅੱਛਾ, ਮੈਨੂੰ ਲੱਗਦਾ ਸ਼ਾਇਦ ਤੁਸੀਂ ਸੁਣ ਲਿਆ ਨਾ ਭੈਣ ਜੀ। ਡਾਕਟਰ ਸਾਹਿਬ ਦਾ ਕਾਲ ਦਾ ਵੇਟ ਕਰੋ, ਤੁਹਾਨੂੰ ਕਾਲ ਕਰਾਂਗੇ ਪੱਕਾ, ਫਿਰ ਤੁਸੀਂ ਖੁੱਲ ਕੇ ਗੱਲ ਕਰ ਲਿਓ। ਡਾਕਟਰ ਸਾਹਿਬ ਨੇ ਕਿਹਾ ਜੇ ਉਹ ਦਵਾਈ ਨਹੀਂ ਕੰਮ ਕਰਦੀ ਤਾਂ ਕੋਈ ਚੇਂਜ ਕਰ ਦੇਣਗੇ, ਸੋ ਪਲੀਜ਼ ਉਹਨਾਂ ਦਾ ਕਾਲ ਦੀ ਵੇਟ ਕਰਿਓ। ਹਾਂਜੀ ਡਾਕਟਰ ਸਾਹਿਬ ਨੇ ਐਲਰਜੀ ਦੀ ਗੱਲ ਕਰੋ, ਬੜੀ ਇੰਟਰਸਟਿੰਗ ਹੋ ਵੀ ਨਾਲੇ। ਇਹਦੇ ਟੌਪਿਕ ਫੇਰ ਵੀ ਕਰਾਂਗੇ, ਪਰ ਆਪਾਂ ਥੋੜਾ ਜਿਹਾ ਟੱਚ ਕਰ ਲੈਂਦੇ ਹਾਂ ਅੱਜ। ਤੇ ਜਦੋਂ ਫਿਰ ਇਹ ਫੂਡ ਕੰਪਲੈਕਸ ਜਿਹੜਾ ਆ ਇਹ ਤੁਹਾਡੇ ਖੂਨ ਵਿੱਚ ਪਹੁੰਚ ਜਾਂਦਾ ਆ, ਤੇ ਉਹ ਕਰਕੇ ਉਹ ਪੂਰਾ ਡਾਈਜੈਸਟ ਨਹੀਂ ਹੋਇਆ ਹੁੰਦਾ ਨਾ, ਛੋਟੇ ਛੋਟੇ ਯੂਨਿਟ ਨਹੀਂ ਬਣੇ ਹੁੰਦੇ, ਜਿੱਦਾਂ ਆਪਾਂ ਦੱਸਿਆ ਅਮਾਈਨੋ ਐਸਿਡ ਨਹੀਂ ਬਣੇ ਹੁੰਦੇ ਨਾ, ਤੇ ਉਹ ਫਿਰ ਤੁਹਾਡੇ ਜਿਹੜੇ ਬਾਡੀ ਆ ਉਹ ਸਮਝਦੀ ਪਈ ਹੈ ਕੋਈ ਓਪਰੀ ਚੀਜ਼ ਆ ਗਈ ਹੈ ਖੂਨ ਵਿੱਚ। ਹਾਂਜੀ, ਤੇ ਉਹ ਇਮਿਊਨ ਸਿਸਟਮ ਨੂੰ ਐਕਟੀਵੇਟ ਕਰ ਦਿੰਦਾ ਹੈ, ਇਮਿਊਨ ਸਿਸਟਮ ਉਹਨੂੰ ਅਟੈਕ ਕਰਦਾ ਹੈ। ਉੱਥੋਂ ਫਿਰ ਤੁਹਾਡਾ ਐਲਰਜਿਕ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ ਵੀ ਇਹ ਫੋਰਨ ਸਬਸਟੈਂਸ ਆ। ਉਹ ਫਿਰ ਬਾਡੀ ਜਿਹੜੀ ਸੈਂਸਿਟਾਈਜ਼ ਹੋ ਜਾਂਦੀ ਹੈ, ਉਹੀ ਚੀਜ਼ ਜਦੋਂ ਫੇਰ ਆਉਂਦੀ ਹੈ ਬਾਡੀ ਵਿੱਚ, ਉਹ ਫਿਰ ਇਮਿਊਨ ਸਿਸਟਮ ਫੇਰ ਕਹਿੰਦਾ ਇਹ ਤਾਂ ਉਹੀ ਚੀਜ਼ ਫੇਰ ਆ ਗਈ, ਉਹ ਰੈਕਗਨਾਈਜ਼ ਕਰ ਲੈਂਦਾ ਹੈ ਨਾ, ਤੇ ਉਹ ਫਿਰ ਤੁਹਾਡੇ ਐਲਰਜਿਕ ਰਿਐਕਸ਼ਨ ਹੋਣ ਲੱਗ ਪੈਂਦੇ ਉਸ ਫੂਡ ਤੋਂ ਭਾਜੀ। ਇਹ ਰੀਜ਼ਨ ਆ ਐਲਰਜੀਜ਼ ਦਾ। ਪਰ ਡਾਕਟਰ ਸਾਹਿਬ ਜਿਹੜੀ ਹੁਣ ਐਲਰਜੀ ਹੈਗੀ ਹੈ ਨਾ, ਆਪਾਂ ਤੇ ਤੁਸੀਂ ਕਿਹਾ ਬੜਾ ਲੰਮਾ ਸਬਜੈਕਟ ਹੈ, ਬਾਤ ਕਰਾਂਗੇ। ਇਟ ਕੈਨ ਬੀ ਕੁਆਇਟ ਫੇਟਲ। ਹਾਂਜੀ ਹਾਂਜੀ, ਹਨਾ, ਡੈਥ ਵੀ ਹੋ ਜਾਂਦੀ ਉਹਦੇ ਨਾਲ। ਤੇ ਉਹ ਕਿੱਦਾਂ ਰਿਐਕਸ਼ਨ ਹੁੰਦੀ ਹੈ ਜੇ ਇਦਾਂ ਹੋ ਜਾਂਦਾ? ਹਾਂਜੀ ਭਾਜੀ, ਉਹ ਬਾਡੀ ਇੰਨੀ ਸੈਂਸਿਟਾਈਜ਼ ਜ਼ਿਆਦਾ ਹੋ ਗਈ ਹੈ ਨਾ, ਤੇ ਉਹ ਥੋੜਾ ਜਿਹਾ ਵੀ ਉਹਨਾਂ ਨੂੰ ਸਟਿਮੂਲਸ ਮਿਲਦਾ ਹੈ ਵੀ ਜਿੱਦਾਂ ਪੀਨਟ ਦਾ ਅੱਜ ਕੱਲ ਬਹੁਤ ਹੋਇਆ ਬੱਚਿਆਂ ਨੂੰ ਹਨਾ, ਤੇ ਉਹ ਪੀਨਟ ਜਦੋਂ ਥੋੜੀ ਜਿਹੀ ਵੀ ਖਾ ਲੈਣ ਤੇ ਉਹ ਇਮਿਊਨ ਸਿਸਟਮ ਇੱਕਦਮ ਰਿਐਕਸ਼ਨ ਕਰਦਾ, ਬਹੁਤ ਜ਼ਿਆਦਾ ਓਵਰ ਦ ਟੌਪ ਰਿਐਕਸ਼ਨ ਕਰਦਾ ਹੈ, ਤੇ ਉਹਦੇ ਨਾਲ ਤੁਹਾਡਾ ਫਿਰ ਉਹ ਸਾਹ ਰੁਕ ਸਕਦਾ ਆ ਤੇ ਮੌਤ ਹੋ ਸਕਦੀ ਆ। ਹਾਂਜੀ, ਕਿਉਂਕਿ 에ਅਰਵੇ ਸਾਰੇ ਬਲੌਕ ਹੋ ਜਾਂਦੀ। ਇਮਿਊਨ ਸਿਸਟਮ ਜਦੋਂ ਐਕਟੀਵੇਟ ਹੁੰਦਾ, ਹਿਸਟਾਮਿਨ ਰਿਲੀਜ਼ ਹੋ ਜਾਂਦੀ ਆ, ਤੇ ਤੁਹਾਨੂੰ ਪਤਾ ਵੀ ਐਲਰਜੀ ਲਈ ਅੱਜ ਕੱਲ ਐਂਟੀ ਹਿਸਟਾਮਿਨ ਟੈਬਲੇਟ ਆਮ ਦਿੰਦੇ ਜੀਪੀ ਹੈ ਨਾ, ਤੇ ਉਹ ਰਿਐਕਸ਼ਨ ਬਲੌਕ ਕਰਨ ਲਈ। ਤੇ ਇਦਾਂ ਹੀ ਉਹ ਮਾਈਲਡ ਰਿਐਕਸ਼ਨ ਵੀ ਹੋ ਸਕਦਾ ਹੈ, ਬਹੁਤ ਸਿਵੀਅਰ ਵੀ ਹੋ ਸਕਦਾ ਹੈ, ਸੋ ਇਟ ਕੈਨ ਬੀ ਡੇਂਜਰਸ ਟੂ। ਕਮਾਲ ਦੀ ਗੱਲ ਹੈ। ਦੇਖੋ ਬਾਡੀ ਨੂੰ ਕੀ ਚੀਜ਼ ਚਾਹੀਦੀ, ਕੀ ਨਹੀਂ ਚਾਹੀਦੀ, ਉਹਨੂੰ ਸਾਰਾ ਪਤਾ ਹੈ। ਹਾਂਜੀ, ਲੇਕਿਨ ਇਨਸਾਨ ਨੂੰ ਨਹੀਂ ਪਤਾ ਉਹਨੂੰ ਬਾਡੀ ਨੂੰ ਕੀ ਦੇਣਾ ਹੈ। ਪਤਾ ਸੀ, ਅਸੀਂ ਸਭ ਭੁੱਲ ਗਏ ਭਾਜੀ, ਆਪਣੀ ਖੁਰਾਕ ਆਪਾਂ ਖੁਦ ਖਰਾਬ ਕਰ ਲਈ ਆ। ਤੇ ਤੁਹਾਨੂੰ ਪਤਾ ਹੀ ਪਈ ਪੁਰਾਣੇ ਟਾਈਮਾਂ 'ਚ ਇਦਾਂ ਦੀਆਂ ਬਿਮਾਰੀਆਂ ਜਿਹੜੀਆਂ ਨਹੀਂ ਹੁੰਦੀਆਂ ਸੀਗੀਆਂ ਉਹ ਅੱਜ ਕੱਲ ਹੈਗੀਆਂ ਆ। ਹਾਂਜੀ, ਤੇ ਪੁਰਾਣੇ ਟਾਈਮ 'ਚ ਕਿੰਨਾ ਕਿ ਲੋਕਾਂ ਨੂੰ ਹਾਰਟ ਡਿਜ਼ੀਜ਼ ਹੁੰਦੀ ਸੀਗੀ, ਕਿੰਨੀਆਂ ਕੁ ਨੂੰ ਡਾਇਬੀਟੀਜ਼ ਹੁੰਦੀ ਸੀਗੀ। ਹਾਂਜੀ, ਤੇ ਹੁਣ ਤਾਂ ਆਵਾਗੁਣ ਇਹ ਬਿਮਾਰੀਆਂ ਹਰੇਕ ਨੂੰ ਹੋਈਆਂ, ਇਹ ਸਿਰਫ ਖੁਰਾਕ ਕਰਕੇ ਆ ਭਾਜੀ। ਹਾਂਜੀ, ਤੇ ਐਂਜ਼ਾਈਮਸ ਦੀ ਘਾਟ ਕਰਕੇ ਖਾਸ ਕਰਕੇ ਇਹ ਪ੍ਰੋਬਲਮ ਹੈ ਸਾਰੀ। ਤੇ ਸੋ ਜਿੱਦਾਂ ਆਪਾਂ ਕਹਿੰਦੇ ਪਏ ਜਿਹੜੇ ਐਂਜ਼ਾਈਮਸ ਆ ਜਦੋਂ ਖੂਨ ਵਿੱਚ ਜਾਂਦੇ ਆ, ਇਹਨਾਂ ਦੀਆਂ ਦੋ ਜੌਬਸ ਆ। ਤੇ ਨੰਬਰ 1 ਤਾਂ ਹੈਗਾ ਵੀ ਜਿੱਥੇ ਕਿਤੇ ਡੈਮੇਜ ਹੋਈ ਉਹਨੂੰ ਰਿਪੇਅਰ ਕਰਨਾ। ਹਾਂਜੀ, ਤੇ ਦੂਸਰੀ ਹੈਗੀ ਆ ਵੀ ਤੁਸੀਂ ਇਹ ਕਲੀਨਿੰਗ ਅਪ ਕਰਨਾ। ਹਾਂਜੀ, ਸੋ ਜਿੱਦਾਂ ਵੀ ਇਹ ਫੂਡ ਪਾਰਟੀਕਲਸ ਆ ਗਏ, ਇਹ ਨਹੀਂ ਹੋਣੇ ਚਾਹੀਦੇ ਇੱਥੇ, ਉਹ ਐਂਜ਼ਾਈਮਸ ਉਹਨੂੰ ਡਾਈਜੈਸਟ ਕਰ ਦਿੰਦੇ ਆ। ਠੀਕ ਹੈ, ਖੂਨ ਵਿੱਚ ਵੀ ਉਹ ਡਾਈਜੈਸਟ ਕਰ ਸਕਦੇ ਆ, ਤੇ ਜੇ ਉਹਨਾਂ ਨੂੰ ਬ੍ਰੇਕ ਡਾਊਨ ਹੋ ਜਾਣ ਫਿਰ ਤੁਹਾਨੂੰ ਐਲਰਜੀ ਨਹੀਂ ਹੋ ਸਕਦੀ। ਠੀਕ ਹੈ ਹਨਾ, ਜਦੋਂ ਲਾਰਜ ਫੂਡ ਪਾਰਟੀਕਲਸ ਆ ਗਏ ਖੂਨ ਵਿੱਚ ਤੇ ਉੱਥੇ ਜੇ ਐਂਜ਼ਾਈਮ ਹੋਣ ਤਾਂ ਉਹਨੂੰ ਡਾਈਜੈਸਟ ਕਰ ਦੇਣ, ਫਿਰ ਐਲਰਜਿਕ ਰਿਐਕਸ਼ਨ ਹੋਣਾ ਨਹੀਂਗਾ। ਹਾਂਜੀ, ਇਮਿਊਨ ਸਿਸਟਮ ਨੇ ਅਟੈਕ ਨਹੀਂ ਕਰਨਾ ਹੈਗਾ, ਕਿਉਂਕਿ ਉਹ ਤਾਂ ਹਜਮ ਹੋ ਗਏ ਆ, ਉਹ ਨੈਚੁਰਲ ਫੂਡ ਆਈਟਮਸ ਬਣ ਗਏ ਬਰੀਕ ਜਿਹੜੇ ਹੁੰਦੇ। ਭਾਜੀ ਇੱਕ ਅਸੀਂ ਨਾ ਬੜੀ ਆਦਤ ਹੈ ਕਿ ਅਸੀਂ ਆਪਣੇ ਜਿਸਮ ਨੂੰ ਸਾਫ਼ ਰੱਖਦੇ ਹਾਂ, ਲੇਕਿਨ ਅੰਦਰੋਂ ਸਾਫ਼ ਨਹੀਂ ਰੱਖਦੇ। ਹਾਂਜੀ ਹਾਂਜੀ, ਪੱਕੀ ਗੱਲ ਹੈ ਨਾ, ਜੇ ਤੁਸੀਂ ਇਸ਼ਨਾਨ ਕਰਦੇ ਹੋ, ਨਾਨੇ ਧੋਣੇ ਤਿਆਰ ਕਰਦੇ ਹੋ, ਅੰਦਰ ਵੀ ਦੇਖੋ ਤੁਸੀਂ ਸਿਸਟਮ ਜੋ ਮੂੰਹ 'ਚ ਪਾਇਆ ਉਹ ਜ਼ਰੂਰ ਜਾਣਾ ਚਾਹੀਦਾ ਕਿਤੇ ਨਾ ਕਿਤੇ। ਜੇ ਜਿਸਮ 'ਚ ਰਹਿੰਦਾ ਤੇ ਉਹ ਤਾਂ ਬੜੀ ਭੈੜੀ, ਉਹਦੇ ਕਾਫੀ ਬਿਮਾਰੀਆਂ ਹੁੰਦੀਆਂ। ਹਾਂਜੀ ਹਾਂਜੀ, ਦੈਟਸ ਰਾਈਟ। ਸੋ ਇਹ ਆਪਾਂ ਖਿਆਲ ਘੱਟ ਰੱਖਦੇ ਹਾਂ ਆਪਣੀ ਖੁਰਾਕ ਦਾ, ਤੇ ਬੜੀ ਇਹ ਅਫਸੋਸ ਦੀ ਗੱਲ ਆ
ਵੀ ਇੱਥੋਂ ਇੰਨੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਕਰਕੇ ਆਪਾਂ ਸਹੀ ਖੁਰਾਕ ਨਹੀਂ ਖਾ ਰਹੇ, ਨੈਚੁਰਲ ਖੁਰਾਕ ਨਹੀਂ ਖਾ ਰਹੇ। ਹਰ ਵੇਲੇ ਅਸੀਂ ਕੋਈ ਨਾ ਕੋਈ ਪੈਕੇਟ ਖੋਲ ਲੈਂਦੇ ਆ ਜਾਂ ਕੋਈ ਟੀਨ ਓਪਨ ਟੀਨ ਖੋਲ ਕੇ ਉਹਨੂੰ ਉਹਦੇ ਵਿੱਚੋਂ ਗਰਮ ਕਰਕੇ ਚੀਜ਼ ਖਾ ਲੈਂਦੇ ਆ, ਤੇ ਉਹ ਵੀ ਮਾਈਕ੍ਰੋਵੇਵ 'ਚ ਪਾ ਦਿਓ, ਉਸੇ ਵੇਲੇ ਗਰਮ ਹੋ ਜਾਂਦੀ ਹੈ ਹਨਾ। ਉਹਦੇ ਵਿੱਚ ਵੈਲਿਊ ਤਾਂ ਕੋਈ ਫੂਡ ਵੈਲਿਊ ਤਾਂ ਰਹਿੰਦੀ ਨਹੀਂ ਮਾਈਕ੍ਰੋਵੇਵ 'ਚ ਪਾਉਣ ਦੀ, ਹਾਂਜੀ। ਸੋ ਮੈਨੀ ਥਿੰਗਸ ਅਸੀਂ ਆਪਣੇ ਆਪ ਖਰਾਬ ਕੀਤੀਆਂ ਭਾਜੀ। ਤੇ ਐਨੀਵੇ ਉਹ ਐਂਜ਼ਾਈਮਸ ਜਦੋਂ ਤਾਂ ਉਹ ਫੂਡ ਜਿਹੜੇ ਆਈਟਮ ਖਰਾਬ ਭਾਜੀ ਆਪਾਂ ਟਾਈਮ ਬੜੀ ਫਾਸਟ ਚੱਲ ਰਿਹਾ, ਮੈਂ ਮਾਫੀ ਚਾਹਾਂਗਾ। ਜਦੋਂ ਗੱਲ ਸਟਾਰਟ ਕਰਾਂਗੇ ਫਿਰ ਬ੍ਰੇਕ ਤੋਂ ਬਾਅਦ ਕਰਦੇ ਹਾਂ। ਠੀਕ ਹੈ ਜੀ। ਪਲੀਜ਼ ਤੁਸੀਂ ਵਾਚ ਕਰਦੇ ਰਹੋ, ਕਾਫੀ ਇੰਟਰਸਟਿੰਗ ਸਬਜੈਕਟ ਹੈਗਾ, ਹਰ ਵੀਕ ਇੰਟਰਸਟਿੰਗ ਹੁੰਦੇ ਨੇ, ਅੱਜ ਵੀ ਕਾਫੀ ਅੱਛਾ ਹੈਗਾ। ਤੇ ਟੈਲੀਫੋਨ ਨੰਬਰ ਮੈਂ ਫਿਰ ਰਿਪੀਟ ਕਰ ਦੇਣਾ 0121 551 1001। ਜਿਹਦਾ ਭੈਣ ਜੀ ਦਾ ਕਾਲ ਹੈ ਸੀ, ਪਲੀਜ਼ ਤੁਸੀਂ ਸ਼ੋਅ ਦੇ ਦਰਮਿਆਨ ਕਾਲ, ਫਿਰ 100% ਪਤਾ ਹੁੰਦਾ ਹੈ ਕਿ ਡਾਕਟਰ ਰਾਜ ਜੀ ਦੇ ਕਾਲ ਹੈਗੇ ਨੇ, ਕਿਉਂਕਿ ਤੁਸੀਂ ਇਮੇਜਿਨ ਕਰ ਸਕਦੇ ਹੋ ਡਾਕਟਰ ਨੂੰ 1.5-2 ਵੀਕ ਲੱਗ ਜਾਂਦੇ ਨੇ ਆਪਣੇ ਕਾਲ ਹੈਂਡਲ ਕਰਨ ਲਈ। ਇੱਕ ਪ੍ਰੋਗਰਾਮ ਦੇ ਇੰਨੇ ਕਾਲ ਆਉਂਦੇ ਨੇ, ਔਰ ਅਕਾਲ ਚੈਨਲ ਕਿੰਨਾ ਪ੍ਰੋਗਰਾਮ ਕਰਦਾ ਤੁਸੀਂ ਇਮੇਜਿਨ ਕਰ ਸਕਦੇ ਹੋ, ਸਾਡਾ ਕਾਲ ਸੈਂਟਰ ਕਿੰਨਾ ਬਿਜ਼ੀ ਹੁੰਦਾ। ਜਿਹੜੀ ਪ੍ਰੋਡਕਸ਼ਨ ਟੀਮ ਹੁੰਦੀ ਹੈ ਹੋਰ ਹੁੰਦੀ ਹੈ, ਕਈ ਦਫਾ ਉਹਨਾਂ ਨੂੰ ਵੀ ਉਠਾ ਕੇ ਕਾਲ ਸੈਂਟਰ ਤੇ ਬਿਠਾਉਣਾ ਪੈਂਦਾ ਹੈ ਕਰਨ ਲਈ। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੁਸੀਂ ਡੋਂਟ ਗੋ ਟੂ ਫਾਰ, ਫਿਰ ਵਾਪਸ ਤੁਹਾਡਾ ਮੁਲਾਕਾਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਡਾਕਟਰ ਰਾਜ ਬੈਂਸ ਆਪਣਾ ਹੋਮਿਓਪੈਥੀ ਦਾ ਅੱਜ ਡਾਈਜੈਸਟਿਵ ਸਿਸਟਮ ਬਾਰੇ ਗੱਲ ਕਰ ਰਹੇ ਨੇ, ਬਹੁਤ ਇੰਟਰਸਟਿੰਗ। ਮੈਂ ਫਿਰ ਨੰਬਰ ਰਿਪੀਟ ਕਰ ਦੇਣਾ ਜੋ ਸਕਰੀਨ ਤੇ ਆ ਰਿਹਾ, ਪਲੀਜ਼ ਤੁਸੀਂ ਕਾਲ ਕਰੋ 0121 551 1001 ਤੇ ਕਾਲ ਕਰਕੇ ਡਾਕਟਰ ਜੀ ਨਾਲ ਕਿਸੇ ਮੁੱਦੇ ਤੇ ਵੀ ਗੱਲ ਕਰ ਸਕਦੇ ਹੋ। ਆਫ ਕੋਰਸ ਜਦੋਂ ਮੈਂ ਕਹਿੰਦਾ ਕਿਸੇ ਵੀ ਮੁੱਦਾ ਮੈਡੀਕਲ ਦਾ ਹੋਵੇ, ਇਮੀਗ੍ਰੇਸ਼ਨ ਦਾ ਕੋਈ ਏਦਾਂ ਦਾ ਨਾ ਹੋਵੇ। ਥੈਂਕ ਯੂ ਜੀ। ਡਾਕਟਰ ਸਾਹਿਬ ਹਾਂਜੀ, ਸੋ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੇ ਐਂਜ਼ਾਈਮਸ ਖੂਨ ਦੀ ਨਾੜੀ ਵਿੱਚ ਹੁੰਦੇ ਆ, ਵੀ ਇੱਕ ਤਾਂ ਰਿਪੇਅਰ ਕਰਦੇ ਆ ਖੂਨ ਦੀਆਂ ਨਾੜੀਆਂ ਨੂੰ, ਦੂਸਰਾ ਉਹਨਾਂ ਦੀ ਕਲੀਨਿੰਗ ਕਰਦੇ ਆ। ਹਾਂਜੀ, ਸੋ ਕਲੀਨਿੰਗ ਕਰਦੇ ਆ ਜਦੋਂ ਲਾਰਜ ਫੂਡ ਪਾਰਟੀਕਲਸ ਖੂਨ ਦੀ ਨਾੜੀ ਵਿੱਚ ਪਹੁੰਚ ਜਾਂਦੇ ਆ, ਜਿੱਦਾਂ ਆਪਾਂ ਕਹਿੰਦਾ ਵੀ ਪੂਰੀ ਡਾਈਜੈਸਸ਼ਨ ਨਹੀਂ ਹੋਈ ਤੇ ਲਾਰਜ ਫੂਡ ਪਾਰਟੀਕਲਸ ਪਹੁੰਚ ਗਏ ਖੂਨ ਵਿੱਚ, ਤੇ ਉਹ ਇਦਾਂ ਹੁੰਦਾ ਭਾਜੀ ਵੀ ਆਪਾਂ ਜਦੋਂ ਡਾਈਜੈਸਸ਼ਨ ਘਟ ਜਾਂਦੀ, ਐਂਜ਼ਾਈਮਸ ਘਟ ਜਾਂਦੇ ਆ, ਉਹ ਜ਼ਿਆਦਾ ਫੂਡ ਪਾਰਟੀਕਲਸ ਜਿਹੜੇ ਵੱਡੇ ਵੱਡੇ ਚਲੇ ਜਾਂਦੇ, ਮੋਟੇ ਮੋਟੇ ਪਾਰਟੀਕਲਸ ਖੂਨ ਦੀ ਨਾੜੀ 'ਚ ਪਹੁੰਚ ਜਾਂਦੇ ਆ, ਤੇ ਉਹ ਫਿਰ ਜੌਬ ਜਿਹੜੀ ਐਂਜ਼ਾਈਮਸ ਦੀ ਉਹ ਸਾਰਾ ਟਾਈਮ ਉਹਨੂੰ ਡਾਈਜੈਸਟ ਹੀ ਕਰਦੇ ਰਹਿੰਦੇ ਐਂਜ਼ਾਈਮਸ। ਇਸ ਕਰਕੇ ਕਹਿੰਦੇ ਚਬਾ ਕੇ ਦੇਰ ਚੰਗੀ ਤਰ੍ਹਾਂ ਖਾਓ ਨਾ। ਦੈਟਸ ਰਾਈਟ, ਜਿੰਨਾ ਬਰੀਕ ਤੁਸੀਂ ਫੂਡ ਨੂੰ ਕਰੋਗੇ ਉਨਾ ਈਜ਼ੀ ਡਾਈਜੈਸਸ਼ਨ ਹੋਊਗਾ। ਆਪੇ ਕਾਲ ਲੈ ਲੈਣੇ ਫਿਰ ਜ਼ਰਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਹਾਂਜੀ, ਆਪਣਾ ਨਾਮ ਦੱਸਣਾ ਚਾਹੋਗੇ, ਕੌਣ ਬੋਲਦੇ ਹੋ ਜੀ? ਅਸੀਂ ਇੱਥੋਂ ਲੈਮਨਟਸ ਪਾਰ ਤੋਂ ਬੋਲਦੇ ਹਾਂ। ਮੇਰੀ ਵਾਈਫ ਨੇ ਗੱਲ ਕਰਨੀ ਹੈ, ਉਹਦਾ ਨਾਮ ਕੁਲਦੀਪ ਕੌਰ ਆ। ਬਿਲਕੁਲ, ਤੁਸੀਂ ਉਹਨਾਂ ਨੂੰ ਫੋਨ ਦੇ ਦਿਓ, ਡਾਕਟਰ ਸਾਹਿਬ ਸੁਣ ਰਹੇ, ਕੀ ਪੁੱਛਣਾ? ਹੈਲੋ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਮੈਨੂੰ ਨਾ ਮੇਰੇ ਹੱਥਾਂ ਦੇ ਵਿੱਚ ਆਰਥਰਾਈਟਿਸ ਆ, ਮੈਂ ਉਹਦੇ ਬਾਰੇ ਇਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ। ਹਾਂਜੀ, ਦੱਸੋ ਭੈਣ ਜੀ, ਕੀ ਪੁੱਛਣਾ? ਮੇਰੇ ਹੱਥ ਨਾ ਉਂਗਲੀਆਂ ਜਿੱਦਾਂ ਦੁਖਣ ਲੱਗ ਜਾਂਦੀਆਂ, ਅੰਗੂਠੇ ਵੀ ਤਾਂ ਜਿੱਦਾਂ ਉਂਗਲੀਆਂ ਵੀ। ਆਰਥਰਾਈਟਿਸ ਆ ਉਂਗਲੀਆਂ 'ਚ? ਹਾਂਜੀ ਹਾਂਜੀ, ਆਰਥਰਾਈਟਿਸ ਹੋਈ ਹੈ। ਹਾਂਜੀ, ਤੇ ਸੋਜ ਵੀ ਪੈਂਦੀ ਭਾਜੀ ਭੈਣ ਜੀ? ਵਿੱਚ ਕਦੀ ਕਦੀ ਸੁੱਜ ਜਾਂਦੀਆਂ ਉਂਗਲੀਆਂ, ਕਦੀ ਕਦੀ, ਹੈ ਨਾ। ਹਾਂਜੀ, ਇਹ ਨਿਸ਼ਾਨੀ ਹੈ ਰੂਮੇਟੋਇਡ ਆਰਥਰਾਈਟਿਸ ਦੀ ਹੈ ਭੈਣ ਜੀ। ਹਾਂਜੀ, ਇਹਨੂੰ ਰੂਮੇਟੋਇਡ ਆਰਥਰਾਈਟਿਸ ਕਹਿੰਦੇ ਆ। ਮੈਨੂੰ ਸ਼ੁਰੂ ਹੋਈ ਨੂੰ? ਨਹੀਂ ਨਹੀਂ ਨਹੀਂ, ਤੁਹਾਨੂੰ ਬਿਮਾਰੀ ਦਾ ਨਾਮ ਦੱਸ ਰਹੇ ਨੇ ਭੈਣ ਜੀ। ਹਾਂਜੀ, ਅੱਛਾ ਜੀ। ਹਾਂਜੀ, ਤੇ ਇਹਦੇ ਲਈ ਤੁਹਾਨੂੰ ਕੁਝ ਪਰਹੇਜ਼ ਚਾਹੀਦਾ ਆ। ਹਾਂਜੀ, ਮੈਨੂੰ ਪਰਹੇਜ਼ ਵੀ ਚਾਹੀਦਾ, ਜੇ ਦਵਾਈ ਵੀ ਹੋਵੇ ਤਾਂ ਮੈਂ ਉਹ ਵੀ ਲੈ ਸਕਦੀ ਹਾਂ। ਹਾਂਜੀ, ਬਿਲਕੁਲ, ਹੋਮਿਓਪੈਥਿਕ ਦਵਾਈ ਇਹਨੂੰ ਬਿਲਕੁਲ ਠੀਕ ਕਰ ਦਊਗੀ। ਹਾਂਜੀ ਹਾਂਜੀ, ਇਹ ਜਿਹੜੀਆਂ ਉਂਗਲੀਆਂ ਦੇ ਜੁਆਇੰਟਸ ਵਿੱਚ ਹੋਇਆ, ਇਹ ਹਲੇ ਬਿਮਾਰੀ ਬਹੁਤੀ ਵਧੀ ਨਹੀਂ ਹੈਗੀ। ਹਾਂਜੀ, ਨਹੀਂ ਹਾਲੇ ਜ਼ਿਆਦਾ ਨਹੀਂ ਹੈਗੀ। ਹਾਂ, ਦੈਟਸ ਰਾਈਟ। ਇਹਨੂੰ ਜੇ ਹੁਣ ਆਪਾਂ ਅਰਲੀ ਪਹਿਲਾਂ ਫੜ ਲਈਏ ਤਾਂ ਇਹ ਜਲਦੀ ਠੀਕ ਹੋ ਸਕਦੀ ਹੈ। ਜਦੋਂ ਫਿਰ ਗੋਡਿਆਂ ਵਿੱਚ ਪਹੁੰਚ ਜਾਂਦੀ ਹੈ ਜਾਂ ਹੋਰ ਜੁਆਇੰਟਸ ਵਿੱਚ ਪਹੁੰਚ ਜਾਂਦੀ ਹੈ, ਫਿਰ ਮੁਸ਼ਕਲ ਹੋ ਜਾਂਦਾ। ਠੀਕ ਹੈ ਜੀ। ਹਾਂਜੀ ਹਾਂਜੀ, ਮੇਰੇ ਜਿੱਦਾਂ ਹੱਥ ਤੋਂ ਮੈਨੂੰ ਡਾਕਟਰ ਨੇ ਵੀ ਇਹਦੇ ਐਕਸਰੇ ਵਗੈਰਾ ਕੀਤੇ ਸੀਗੇ। ਉਹ ਵੀ ਕਹਿੰਦੇ ਸੀ ਜਿੱਦਾਂ ਉਂਗਲਾਂ ਦੇ ਵਿੱਚ ਤਾਂ ਮੇਰੇ ਹੱਥ ਦੇ ਵਿੱਚ ਜਿੱਦਾਂ ਹਨਾ ਹੈਗਾ ਗੁੱਛਾਂ 'ਚ। ਹਾਂਜੀ, ਤੇ ਹੋਰ ਇਦਾਂ ਨੀਗਾ ਹੈਗਾ ਇੰਨਾ ਜ਼ਿਆਦਾ ਕਿਤੇ ਵੀ ਉਦਾਂ। ਤੇ ਗੋਡੇ ਮੇਰੇ ਕਦੀ ਕਦੀ ਉਦਾਂ ਭਾਵੇਂ ਮਾੜਾ ਮਾੜਾ ਦੁਖਣ, ਜਿੱਦਾਂ ਉਦਾਂ ਨਹੀਂ ਦੁਖਦੇ ਹੈਗੇ। ਹਾਂਜੀ, ਕੋਈ ਪ੍ਰੋਬਲਮ ਨਹੀਂ, ਅਸੀਂ ਤੁਹਾਨੂੰ ਫੋਨ ਕਰਾਂਗੇ ਤੇ ਸਲਾਹ ਤੁਹਾਨੂੰ ਦੇਵਾਂਗੇ ਕਿ ਕਿੱਦਾਂ ਆਪਣਾ ਡਾਈਟ ਚੇਂਜ ਕਰਨਾ ਹੈ ਤੇ ਕਿਹੜੀਆਂ ਦਵਾਈਆਂ ਵਰਤਣੀਆਂ। ਠੀਕ ਹੈ ਜੀ। ਅੱਛਾ ਜੀ। ਹਾਂਜੀ, ਥੈਂਕ ਯੂ ਜੀ ਭੈਣ ਜੀ, ਥੈਂਕ ਯੂ ਕਾਲ ਕਰਨ ਦਾ।
ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਮੈਂ ਵਿੱਚ ਗੱਲ ਪਕੜੀ ਹੈ ਕਿਉਂਕਿ ਸ਼ੁਰੂਆਤ ਹੋਣੀ ਹੋਈ ਹੈ ਤੇ ਛੇਤੀ ਅੰਦਰ ਤੁਸੀਂ ਨਾ ਜਿਹੜੀ ਬਿਮਾਰੀ ਜ਼ਰੂਰੀ ਨਹੀਂ ਮੈਂ ਇਹਨਾਂ ਦੀ ਗੱਲ ਕਰਦਾ ਕੋਈ ਵੀ ਬਿਮਾਰੀ ਹੁੰਦੀ ਨਾ ਉਹਦੀ ਵੇਟ ਨਾ ਕਰੋ ਹਾਂਜੀ ਹਾਂਜੀ ਜਿਹੜਾ ਵੀ ਹੈਗਾ ਇਲਾਜ ਫਟਾਫਟ ਕਰਾਓ ਤਾਂ ਕਿ ਉਹ ਕਈ ਦਫਾ ਦੇਰੀ ਹੋ ਜਾਂਦੀ ਹੈ ਉਹਨਾਂ ਮੁਸ਼ਕਲ ਹੁੰਦਾ ਉਹਦਾ ਇਲਾਜ ਕਰਨਾ ਹਾਂਜੀ ਹਾਂਜੀ ਉਹ ਬਿਮਾਰੀ ਵੱਧ ਜਾਂਦੀ ਹੈ ਨਾ ਵੱਧ ਜਾਂਦੀ ਹੈ ਠੀਕ ਹੈ ਜਦੋਂ ਉਹਨਾਂ ਨੇ ਕਿਹਾ ਮੈਂ ਤੁਹਾਡਾ ਟੈਸਟ ਲੈ ਰਿਹਾ ਥੋੜਾ ਜਿਹਾ ਨਹੀਂ ਕਿਉਂਕਿ ਮੇਰਾ ਬੜਾ ਦਿਮਾਗ ਮੈਂ ਬੜੇ ਪਿਆਰ ਨਾਲ ਸੁਣਦਾ ਨਾ ਤਾਂ ਉਹਨਾਂ ਨੇ ਕਿਹਾ ਮੇਰੀ ਉਂਗਲਾਂ 'ਚ ਹਾਲੇ ਸਟਾਰਟ ਹੋਈ ਹੈ ਤੇ ਤੁਹਾਨੂੰ ਕਿੱਦਾਂ ਪਤਾ ਕਿ ਹੁਣੀ ਸ਼ੁਰੂ ਹੋਈ ਆ ਇਹ ਦੇਖੋ ਜੀ ਸਮਾਲ ਜੁਆਇੰਟਸ ਵਿੱਚ ਹੋਈ ਆ ਪਹਿਲਾਂ ਹੈ ਹਾਂਜੀ ਤੇ ਉਹਨਾਂ ਦੇ ਟੋਨ ਤੋਂ ਪਤਾ ਲੱਗ ਜਾਂਦਾ ਸਾਨੂੰ ਅੱਛਾ 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 ਜਦੋਂ ਮਰੀਜ਼ ਬੋਲਦਾ ਹੈ ਨਾ ਉਹਨਾਂ ਦੀ ਵੌਇਸ ਤੋਂ ਟੋਨ ਤੋਂ ਅਸੀਂ ਦੱਸ ਸਕਦੇ ਹਾਂ ਵੀ ਇਹਨਾਂ ਨੂੰ ਕਿੰਨੀ ਕੁ ਤਕਲੀਫ ਆ ਰੀਅਲੀ ਇਹ ਸਾਡਾ ਸਕਿੱਲ ਹੈ ਕਿ ਭਾਜੀ ਹਾਂ ਸਪੈਸ਼ਲੀ ਹੋਮਿਓਪੈਥੀ ਵਿੱਚ ਹਾਂਜੀ ਬਗੈਰ ਦੇਖੇ ਤੋਂ ਪੇਸ਼ੈਂਟ ਦੇਖੇ ਤੋਂ ਪਰ ਮੈਂ ਸਰ ਹਮੇਸ਼ਾ ਇੱਕ ਮੈਡੀ ਤੇ ਗੱਲ ਕਰਦਾ ਹੁੰਦਾ ਜਦੋਂ ਵੀ ਸ਼ੋਅ ਕਰੀਦਾ ਆਪਣੇ ਲੋਕਾਂ ਨੂੰ ਜਦ ਤੱਕ ਤੁਸੀਂ ਉੱਥੇ ਕਾਊਚ ਦੇ ਉੱਪਰ ਲੰਮਾ ਨਾ ਪਾਓ ਉਹਨਾਂ ਦੀ ਨਬਜ਼ ਨਾ ਦੇਖੋ ਟੂਟੀਆਂ ਨਾ ਲਗਾਓ ਤੇ ਉਹਨਾਂ ਨੂੰ ਚੈਨ ਨਹੀਂ ਆਉਂਦੇ ਅਸੀਂ ਇਨਸਾਨ ਦੇਖਦੇ ਹਾਂ ਪਹਿਲਾਂ ਕੌਣ ਆ ਕਿੱਦਾਂ ਇਹਦਾ ਦਿਮਾਗ ਕੰਮ ਕਰਦਾ ਕੀ ਇਹਦੀ ਸੋਚ ਆ ਕੀ ਇਹਦਾ ਬਿਮਾਰੀ ਤੇ ਰਿਐਕਸ਼ਨ ਆ ਪਰ ਜੀ ਆਪਾਂ ਆਪਣਾ ਕੰਮ ਹੁੰਦਾ ਬੰਦਾ ਉਹਦੇ 'ਚ ਮਾਹਿਰ ਹੋ ਜਾਂਦਾ ਆਪਾਂ ਇੱਕ ਹੋਰ ਕਾਲ ਲੈ ਲੈਂਦੇ ਹਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ ਪਹਿਲਾਂ ਆਪਣਾ ਨਾਮ ਦੱਸਣਾ ਚਾਹੋਗੇ ਕਿ ਤੁਸੀਂ ਸਿੱਧੀ ਗੱਲ ਹੀ ਕਰਨੀ ਹੈ ਚੱਲ ਨਾਮ ਦਾ ਤਾਂ ਕੋਈ ਫਰਕ ਨਹੀਂ ਲਿਖ ਲਓ ਜਸਪਾਲ ਕੌਰ ਨਹੀਂ ਲਿਖਣਾ ਲੁਖਣਾ ਨਹੀਂ ਉਹਦਾ ਨਹੀਂ ਦੱਸਣਾ ਕੋਈ ਨਹੀਂ ਮੈਂ ਹਮੇਸ਼ਾ ਕਰਨਾ ਲੋੜ ਨਹੀਂ ਨਾਮ ਦੱਸਣ ਦੀ ਪਰ ਐਜ਼ ਅ ਪੋਲਾਈਟਨੈਸ ਹੁੰਦਾ ਕਿ ਅਸੀਂ ਨਾਮ ਲੈ ਕੇ ਗੱਲ ਕਰੀਏ ਅੱਛਾ ਲੱਗਦਾ ਹਾਂਜੀ ਹਾਂਜੀ ਗੱਲ ਕਰਾ ਦਿਓ ਪਲੀਜ਼ ਬਸ ਵਿੱਚ ਬੋਲੋ ਡਾਕਟਰ ਸਾਹਿਬ ਸੁਣ ਰਿਹਾ ਜੀ ਅੱਛਾ ਪਤਾ ਕਿ ਮੇਰਾ ਜੀ ਬਹੁਤ ਸੁੱਕਦੀ ਹੈ ਤੇ ਸਲਾਈਵਾ ਘੱਟ ਬਣਦਾ ਹੈ ਹਾਂਜੀ ਹਾਂਜੀ ਹੋਰ ਭੈਣ ਜੀ ਹੋਰ ਹਾਂਜੀ ਹੋਰ ਕੋਈ ਪ੍ਰੋਬਲਮ ਆਵਾਜ਼ ਨਹੀਂ ਸੁਣਦੀ ਮੈਨੂੰ ਹਾਂਜੀ ਹੋਰ ਕੋਈ ਪ੍ਰੋਬਲਮ ਵੀ ਹੈਗਾ ਭੈਣ ਨਹੀਂ ਜੀ ਹੋਰ ਕੋਈ ਤਾਂ ਨਹੀਂ ਗੀ ਅੱਛਾ ਜੀ ਜਿੱਦਾਂ ਸਲਾਈਵਾ ਘੱਟ ਬਣਦਾ ਹੈ ਜਿੱਦਾਂ ਜੀ ਬਹੁਤ ਸੁੱਕਦੀ ਆ ਓਕੇ ਕੋਈ ਟੈਸਟ ਕਰਾਇਆ ਤੁਸੀਂ ਹਾਂਜੀ ਉਹ ਡਾਕਟਰ ਕਹਿੰਦਾ ਮੈਂ ਇੰਡੀਆ ਗਈ ਸੀ ਗਰਮੀ ਚ 2018 ਚ ਉਦੋਂ ਦਾ ਹੀ ਹੋ ਗਿਆ ਉੱਥੇ ਗਰਮੀ ਬਹੁਤ ਜ਼ਿਆਦਾ ਸੀ ਅਪ੍ਰੈਲ ਦੇ ਵਿੱਚ ਹਾਂਜੀ ਭੈਣ ਜੀ ਕੋਈ ਐਕਸ-ਰੇ ਵਗੈਰਾ ਮੈਡੀਕਲ ਟੈਸਟ ਕਰਾਇਆ ਨਹੀਂ ਉਹ ਤਾਂ ਨਹੀਂ ਕਰਾਇਆ ਡਾਕਟਰ ਕਹੀ ਜਾਂਦਾ ਪਾਣੀ ਪੀ 4 ਲੀਟਰ ਪਾਣੀ ਪੀ ਬਸ ਇਹੀ ਗੱਲ ਕਹਿੰਦੇ ਹਾਂਜੀ ਕਈ ਵਾਰੀ ਭੈਣ ਜੀ ਉਹ ਤੁਹਾਡੇ ਮੂੰਹ ਵਿੱਚ ਗਲੈਂਡ ਹੁੰਦੇ ਸਲਾਈਵਰੀ ਗਲੈਂਡ ਜਿਹੜੇ ਲਾਭ ਬਣਾਉਂਦੇ ਆ ਹਾਂਜੀ ਤੇ ਉਹ ਕਈ ਵਾਰੀ ਬਲੌਕ ਹੋ ਜਾਂਦਾ ਆ ਹਾਂ ਹਾਂ ਤੇ ਕਈ ਵਾਰੀ ਉਹਦੇ ਵਿੱਚ ਇੱਕ ਪੱਥਰੀ ਵੀ ਬਣ ਸਕਦੀ ਹੈ ਜਿੰਨਾ ਬਲੌਕ ਹੋਇਆ ਹੋਵੇ ਡਕਟ ਹਾਂ ਹਾਂ ਹਾਂਜੀ ਇਹ ਫਿਰ ਖੁੱਲ ਕੇ ਗੱਲ ਤੁਹਾਡੇ ਨਾਲ ਕਿਸੇ ਵੇਲੇ ਕਰਾਂਗੇ ਤੇ ਫਿਰ ਸੁਜੈਸਟ ਕਰਾਂਗੇ ਵੀ ਕੀ ਕਰਨਾ ਠੀਕ ਹੈ ਜੀ ਤੇ ਉਹ ਠੀਕ ਤਾਂ ਹੋ ਸਕਦਾ ਹੈ ਨਾ ਹਾਂ ਠੀਕ ਹੋ ਜਾਊਗਾ ਭੈਣ ਜੀ ਤੇ ਤੁਸੀਂ ਪਰਹੇਜ਼ ਕਰਨਾ ਖੁਸ਼ਕੀ ਵਾਲੀਆਂ ਚੀਜ਼ਾਂ ਨਹੀਂ ਤੁਸੀਂ ਵਰਤਣੀਆਂ ਠੀਕ ਹੈ ਭਾਜੀ ਮੈਂ ਤਾਂ ਤਲੀਆਂ ਚੀਜ਼ਾਂ ਬਿਲਕੁਲ ਖਾਂਦੀ ਹੀ ਨਹੀਂ ਠੀਕ ਹੈ ਕਈਆਂ ਨੂੰ ਖੁਸ਼ਕੀ ਨਾਲ ਵੀ ਹੋ ਜਾਂਦਾ ਨਾ ਮੂੰਹ ਸੁੱਕਦਾ ਰਹਿੰਦਾ ਹਾਂ ਜਿੱਦਾਂ ਖੁਸ਼ਕੀ ਆ ਬਹੁਤ ਪੈ ਗਈ ਹਾਂ ਚਲੋ ਉਹ ਫਿਰ ਤੁਹਾਨੂੰ ਡਾਈਟ ਦੱਸਾਂਗੇ ਪਏ ਕਿੱਦਾਂ ਕੀ ਕਰਨਾ ਤੁਸੀਂ ਤੇ ਮੈਂ ਤੁਹਾਨੂੰ ਫੋਨ ਕਰਾਂ ਭਾਈ ਨਹੀਂ ਭੈਣ ਜੀ ਡਾਕਟਰ ਸਾਹਿਬ ਦੀ ਬਾਤ ਤੁਹਾਨੂੰ ਕਰਨਗੇ ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ ਜਦੋਂ ਤੁਹਾਡੀ ਟਰਨ ਆ ਗਈ ਨਾ 2-4 ਦਿਨ ਦੇ ਵਿੱਚ ਜਦ ਇੱਕ ਵੀਕ ਦੇ ਵਿੱਚ ਤੁਹਾਨੂੰ ਕਾਲ ਕਰਾਂਗੇ ਲੇਕਿਨ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਥੈਂਕ ਯੂ ਜੀ ਤੁਹਾਡਾ ਕਾਲ ਕਰਨ ਦਾ ਸ਼ੋਅ ਦੇਖਦੇ ਰਹੋ ਥੋੜੀ ਬਹੁਤੀ ਤੁਹਾਡੇ ਬਾਰੇ ਵੀ ਗੱਲ ਕਰਦੇ ਆ ਬਹੁਤ ਇੰਪੋਰਟੈਂਟ ਹੈ ਜਿਹੜਾ ਭੈਣ ਜੀ ਨੇ ਫੋਨ ਕੀਤਾ ਦੇਖੋ ਡਾਕਟਰ ਸਾਹਿਬ ਨਾ ਨਬਜ਼ ਫੜ ਲੈਂਦੇ ਬੰਦੇ ਦੀ ਤੁਹਾਨੂੰ ਪਤਾ ਲੱਗ ਗਿਆ ਕਿ ਕੀ ਉਹਨਾਂ ਨੂੰ ਹੈਗਾ ਹੈ ਹਾਂਜੀ ਡਾਕਟਰ ਤਾਂ ਤੁਸੀਂ ਹੁਣੇ ਕਹਿ ਕੇ ਹਟੇ ਸੀ ਕਿ ਤੁਸੀਂ ਬੰਦੇ ਦੀ ਆਵਾਜ਼ ਤੋਂ ਪਛਾਣ ਜਾਂਦੇ ਵਾਕਈ ਤੁਸੀਂ ਬਿਮਾਰੀ ਨਾ ਡਾਇਗਨੋਸ ਕਰ ਲਈ ਬੈਠੇ ਬੈਠੇ ਹਾਂਜੀ ਹਾਂਜੀ ਦੱਸੋ ਹਾਂਜੀ ਭਾਈ ਇੱਕ ਵਾਰੀ ਏਦਾਂ ਕਾਲ ਸਾਨੂੰ ਆਉਂਦਾ ਹੈ ਨਾ ਬੰਦਾ ਬਹੁਤ ਹੀ ਤਕਲੀਫ ਵਿੱਚ ਹੁੰਦਾ ਹੈ ਹਾਂਜੀ ਉਹ ਕਹਿੰਦਾ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਆ ਉਹ ਟੋਨ ਇਦਾਂ ਦੀ ਵਰਤਦੇ ਹਨ ਤੁਹਾਨੂੰ ਪਤਾ ਲੱਗ ਜਾਂਦਾ ਪਈ ਇਹਦੀ ਬਿਮਾਰੀ ਸਵੇਰ ਹੋ ਰਹੀ ਹੈ ਹਾਂ ਮੇਰਾ ਬਹੁਤ ਹੀ ਬੁਰਾ ਹਾਲ ਹੈ ਉਹਨੇ ਇਦਾਂ ਕਹਿਣਾ ਹੈ ਨਾ ਪਰ ਡਾਕਟਰ ਸਾਹਿਬ ਇਹਨੂੰ ਹੁਣ ਭੈਣ ਜੀ ਨੂੰ ਕਿਹਾ ਜਾਂਦਾ ਸੀ ਕਿ ਤੂੰ ਪਾਣੀ ਪੀ ਜਾ ਉਹ ਤਾਂ ਕੋਈ ਇਲਾਜ ਨਾ ਹੋਇਆ ਨਹੀਂ ਇਲਾਜ ਤਾਂ ਹੈ ਹੀ ਨਹੀਂਗਾ ਕਿੰਨਾ ਕੁ ਪਾਣੀ ਪੀ ਲੋਗੇ ਬੰਦਾ ਜਰੇ ਮੂੰਹ ਜ਼ਰਾ ਗਿੱਲਾ ਰਹੇਗਾ ਹੋਰ ਤਾਂ ਕੁਝ ਨਹੀਂ ਹੁੰਦਾ ਦੈਟਸ ਰਾਈਟ ਹਾਂਜੀ ਇੱਕ ਉਹ ਆਰਟੀਫੀਸ਼ੀਅਲ ਸਲਾਈਵਾ ਵੀ ਬਣਾਇਆ ਹੁੰਦਾ ਸਪਰੇ ਹਾਂ ਉਹ ਵੀ ਜਦੋਂ ਮੂੰਹ ਸੁੱਕਦਾ ਤੁਸੀਂ ਸਪਰੇ ਮਾਰ ਲਓ ਨਾ ਉਹ ਵੀ ਟੈਂਪਰੇਰੀ ਅੱਛਾ ਉਹ ਵੀ ਹੈਗੀ ਹੈ ਟੈਂਪਰੇਰੀ ਇੱਕ ਪੈਸਟਲ ਵੀ ਬਣਾਏ ਆ ਉਹ ਪੈਸਟਲ ਤੁਸੀਂ ਚੂਸ ਲਓ ਤੇ ਉਹ ਇਦਾਂ ਲੱਗਦਾ ਜਿੱਦਾਂ ਲਾਭ ਹੁੰਦਾ ਮੂੰਹ ਵਿੱਚ ਪਰ ਕਿੰਨੇ ਕੁ ਚੂਸੀ ਜਾਓਗੇ ਤੁਸੀਂ ਚਲੋ ਭੈਣ ਜੀ ਗੁੱਡ ਨਿਊਜ਼ ਡਾਕਟਰ ਕਹਿੰਦੇ ਕਿ ਹਾਂ ਦਵਾਈ ਵਗੈਰਾ ਹੈ ਸਪਲੀਮੈਂਟ ਤੁਹਾਨੂੰ ਫੋਨ ਕਰਨਗੇ ਤੇ ਉਮੀਦ ਰੱਖਦਾ ਤੁਹਾਡਾ ਇਲਾਜ ਹੋ ਸਕੇਗਾ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਜੀ ਡਾਕਟਰ ਸਾਹਿਬ ਹਾਂਜੀ ਸੋ ਐਂਜ਼ਾਈਮਸ ਤੇ ਆਪਾਂ ਵਾਪਸ ਆਈਏ ਤੇ ਐਂਜ਼ਾਈਮ ਜਿਹੜੇ ਖੂਨ ਵਿੱਚ ਆ ਇੱਕ ਤਾਂ ਉਹ ਕਲੀਨ ਕਰਦੇ ਆ ਬੋਡੀ ਨੂੰ ਹਾਂਜੀ ਜਿਹੜੇ ਫੂਡ ਪਾਰਟੀਕਲਸ ਜ਼ਿਆਦਾ ਚਲੇ ਜਾਂਦੇ ਉਹਨਾਂ ਨੂੰ ਡਾਈਜੈਸਟ ਕਰ ਦਿੰਦੇ ਆ ਇੱਕ ਉਹ ਖੂਨ ਦੀਆਂ ਨਾੜੀਆਂ ਨੂੰ ਰਿਪੇਅਰ ਕਰਦੇ ਆ ਪਰ ਜਦੋਂ ਜ਼ਿਆਦਾ ਇਦਾਂ ਦੀ ਖੁਰਾਕ ਆਉਂਦੀ ਹੈ ਜਿਹੜੀ ਨਹੀਂ ਡਾਈਜੈਸਟ ਹੋਈ ਹੁੰਦੀ ਉਹ ਸਾਰਾ ਟਾਈਮ ਐਂਜ਼ਾਈਮਸ ਦਾ ਉੱਥੇ ਲੱਗ ਜਾਂਦਾ ਹੈ ਉਹਨਾਂ ਨੂੰ ਕਲੀਨ ਕਰਨਾ ਹਾਂਜੀ ਸੋ ਰਿਪੇਅਰ ਕਰਨ ਦਾ ਚਾਂਸ ਹੀ ਨਹੀਂ ਮਿਲਦਾ ਐਂਜ਼ਾਈਮ ਸੋ ਇੱਕ ਵਜ੍ਹਾ ਇਹ ਹੈਗੀ ਆ ਕਿ ਜਿਹੜੀ ਹਾਰਟ ਡਿਜ਼ੀਜ਼ ਹੁੰਦੀ ਹੈ ਨਾ
ਆਮ ਹੀ ਚੀਜ਼ ਹੈ ਨਾ ਹਾਰਟ ਡਿਜ਼ੀਜ਼ ਅੱਜ ਕੱਲ੍ਹ। ਅੱਗੇ ਮੈਂ ਤੁਹਾਨੂੰ ਦੱਸਿਆ ਵੀ ਵਿਟਾਮਿਨ ਸੀ ਜ਼ਰੂਰੀ ਆ ਉਹਨਾਂ ਦੀ ਨਾੜੀਆਂ ਦੀ ਹੈਲਥ ਵਾਸਤੇ। ਤੇ ਨੰਬਰ 2 ਜਿਹੜਾ ਇੰਪੋਰਟੈਂਸ ਹੈ ਉਹ ਐਂਜ਼ਾਈਮਸ ਆ ਭਾਜੀ। ਐਂਜ਼ਾਈਮਸ ਵੀ ਰਿਪੇਅਰ ਕਰਦੇ ਆ। ਜਦੋਂ ਹੁਣ ਤੁਹਾਡੇ ਕੋਈ ਇਨਫ ਐਂਜ਼ਾਈਮਸ ਹੈ ਹੀ ਨਹੀਂਗੇ ਰਿਪੇਅਰ ਕਰਨੇ ਨੂੰ, ਉਹ ਆਪੇ ਹੀ ਡੈਮੇਜ ਹੋਣੀਆਂ ਨਾੜੀਆਂ। ਆਪਾਂ ਉਹਦੀ ਵੀ ਗੱਲ ਕਰ ਲੈਂਦੇ, ਆਪਾਂ ਇੱਕ ਹੋਰ ਕਾਲ ਲੈ ਲਈਏ ਪਹਿਲਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ? ਹਾਂਜੀ, ਮੈਂ ਤਰਸੇਮ ਸਿੰਘ ਤੂਰ ਬੋਲਦਾ ਜੀ, ਕਵੰਟਰੀ ਤੋਂ। ਆਪਾਂ ਜੀ ਸਵਾਗਤ ਕਰਦੇ ਹਾਂ। ਕੀ ਪੁੱਛਣਾ ਚਾਹੁੰਦੇ? ਡਾਕਟਰ ਸਾਹਿਬ ਸੁਣ ਰਹੇ ਨੇ, ਪੁੱਛੋ ਕੀ ਪੁੱਛਣਾ ਤੁਸੀਂ। ਮੈਂ ਅੱਗੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਤੁਹਾਡੇ ਚੈਨਲ ਦੇ ਤੋਂ। ਹਾਂਜੀ ਮੈਂ ਐਡਵਾਈਸ ਲਈ ਸੀ ਤਾਂ ਮੈਂ ਇਹਨਾਂ ਨਾਲ ਪਰਸਨਲ ਗੱਲ ਵੀ ਕੀਤੀ ਸੀ। ਮੈਂ 2-2.5 ਸਾਲ ਦਾ 2-2.5 ਮਹੀਨੇ ਤੋਂ ਮੈਂ ਇਹਨਾਂ ਤੋਂ ਦਵਾ ਲੈ ਰਿਹਾ। ਹਾਂ। ਤੇ ਪਹਿਲੀ ਗੱਲ ਤੇ ਵੀ ਮੈਂ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਰਾਹੀਂ ਡਾਕਟਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਤੇ ਗਾਹਾਂ ਮੇਰੀ ਬਿਮਾਰੀ ਦਾ ਜਿਹੜਾ ਪ੍ਰੋਸੀਜਰ ਹੈ ਉੱਥੋਂ ਹੀ ਸ਼ੁਰੂ ਹੋਇਆ। ਕੀ ਬਾਤ ਹੈ, ਕੀ ਬਾਤ ਹੈ। ਹਾਂਜੀ, ਤੇ ਮੈਂ ਦੁਆ ਕਰਦਾ ਕਿ ਅਕਾਲ ਚੈਨਲ ਬਹੁਤ ਚੜ੍ਹਦੀ ਕਲਾ 'ਚ ਰਹੇ, ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਭਲਾ ਹੋ ਰਿਹਾ। ਲੇਕਿਨ ਮੇਰਾ ਜਿਹੜਾ ਭਲਾ ਹੋਇਆ ਮੈਂ ਉਹ ਤੁਹਾਨੂੰ ਥੋੜ੍ਹਾ ਜਿਹਾ ਵਰਣਨ ਕਰਨ ਲੱਗਾ 1 ਮਿੰਟ ਦੇ ਵਿੱਚ। ਤੁਸੀਂ ਖਿਆਲ ਰੱਖੋ ਮੈਂ ਕੀ ਬੋਲ ਰਿਹਾ। ਬਿਲਕੁਲ ਬਿਲਕੁਲ। ਹਾਂਜੀ, ਲੋਕਾਂ ਦਾ ਭਲਾ ਹੋ। ਇਹ ਮੇਰਾ ਜੀ ਲੱਤਾਂ ਦੇ ਵਿੱਚ ਬੜਾ ਸੋਜਾ ਸੀਗਾ ਤੇ ਪਾਣੀ ਜਿਹਾ ਭਰ ਜਾਂਦਾ ਸੀ, ਉਹ ਬਿਲਕੁਲ ਠੀਕ ਹੋ ਗਿਆ। ਲੱਤਾਂ ਵਿੱਚ ਦਰਦ ਹੁੰਦਾ ਸੀ, ਲੱਤਾਂ ਦੁਖਦੀਆਂ ਸਨ, ਉਹ ਹਟ ਗਈਆਂ। ਰਾਤ ਨੂੰ ਪਿਸ਼ਾਬ ਮੇਰਾ ਕਾਫੀ ਆ ਰਿਹਾ ਸੀ, ਉਹ ਬਹੁਤ ਤਾਦਾਦ ਦੇ ਵਿੱਚ ਘਟ ਗਿਆ ਹੈ। ਹੁਣ 2 ਵਾਰੀ ਆਉਂਦਾ ਹੈ ਤੇ ਪਹਿਲੇ 4-5 ਵਾਰੀ ਉੱਠਣਾ ਪੈਂਦਾ ਸੀਗਾ। ਦੂਸਰੀ ਟਾਇਲਟ ਦੀ ਵੀ ਸ਼ਿਕਾਇਤ ਸੀ, ਉਹ ਬਿਲਕੁਲ ਸਹੀ ਹੋ ਗਈ ਆ। ਤੇ ਅੱਗੇ ਮੈਂ ਫਲੈਟ ਨਹੀਂ ਸੌਂ ਸਕਦਾ, ਜੇ ਸੌਂਦਾ ਸੀ ਸਾਹ ਮੇਰਾ ਰੁਕਦਾ ਸੀ ਤੇ ਉਹ ਇੰਨਾ ਠੀਕ ਹੋ ਗਿਆ ਕਿ ਮੈਂ ਧੰਨਵਾਦ ਹੀ ਨਹੀਂ ਕਰ ਸਕਦਾ। ਦੂਸਰਾ, ਅੱਛੀ ਤਰ੍ਹਾਂ ਸੌਂ ਹੋ ਜਾਂਦਾ। ਤੇ ਰੋਟੀ ਮੇਰੇ ਗਲ ਦੇ ਵਿੱਚ ਜਿਹੜੀ ਵੱਡੀ ਪ੍ਰੋਬਲਮ ਸੀ ਉਹ ਵੀ ਰੋਟੀ ਖਾਂਦੇ ਖਾਂਦੇ ਆਪਣੇ ਅੜ ਜਾਂਦੀ ਸੀ ਵਿੱਚ। ਜੇ ਰੋਟੀ ਵੀ ਨਹੀਂ ਖਾਂਦੇ ਦੂਜੀ ਚੀਜ਼ਾਂ ਖਾਂਦਾ ਸੀ ਉਹ ਵੀ ਅੜ ਜਾਂਦੀਆਂ ਸੀ, ਹਲਕੀ ਚੀਜ਼ ਵੀ ਅੜ ਜਾਂਦੀ ਸੀ ਤੇ ਉਹ ਬਿਲਕੁਲ ਠੀਕ ਹੋ ਗਿਆ। ਮੈਂ ਜਾਨੀ ਮੇਰੇ ਲਫ਼ਜ਼ ਨਹੀਂ ਹੈ ਕਿ ਮੈਂ ਕੀ ਧੰਨਵਾਦ ਕਰਾਂ। ਥੋੜੀ ਜਿਹੀ 1-2 ਚੀਜ਼ਾਂ ਰਹਿ ਗਈਆਂ ਜਿਹੜੀਆਂ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਹੌਲੀ ਹੌਲੀ ਟਾਈਮ ਲੱਗਣਾ, ਇਹ ਵੀ ਹਟ ਜਾਣਗੀਆਂ। ਬਿਲਕੁਲ। ਸੋ ਮੇਰਾ ਦੱਸਣ ਤੋਂ ਭਾਵ ਇਹ ਹੈ ਕਿ ਜਿਹੜੀ ਇਹ ਹੋਮੋਪੈਥਿਕ ਦਵਾ ਡਾਕਟਰ ਸਾਹਿਬ ਐਡਵਾਈਜ਼ ਕਰ ਰਹੇ ਆ, ਇਹਨਾਂ ਟਾਈਮ ਥੋੜਾ ਜਿਹਾ ਲੱਗ ਰਿਹਾ, ਲੇਕਿਨ ਪੈਸੇ ਵੀ ਥੋੜੇ ਲੱਗ ਰਹੇ ਨੇ, ਲੇਕਿਨ ਇਹਨਾਂ ਆਰਾਮ ਜਿਹੜਾ ਆ ਰਿਹਾ ਉਹਦੀ ਆਪਾਂ ਦਾਤ ਨਹੀਂ ਦੇ ਸਕਦੇ, ਕਿਉਂਕਿ ਜਿਹੜੀਆਂ ਆਪਾਂ ਦਵਾਈਆਂ ਖਾ ਰਹੇ ਹਾਂ, ਇੰਗਲਿਸ਼ ਦਵਾਈਆਂ ਖਾ ਰਹੇ ਹਾਂ, ਦੂਆ ਖਾ ਰਹੇ ਹਾਂ, ਉਹ ਪੈਸੇ ਬੇਸ਼ੱਕ ਥੋੜੇ ਲੱਗਦੇ ਹੋਣਗੇ, ਲੇਕਿਨ ਉਹਦੀ ਬਰਬਾਦੀ ਇਹ ਹੋ ਰਹੀ ਹੈ ਕਿ ਸਾਈਡ ਇਫੈਕਟਾਂ ਤੁਹਾਨੂੰ ਹੋਰ ਬਿਮਾਰੀ ਨਾਲ ਲੱਗ ਰਹੀ ਹੈ ਜਿਹੜੀਆਂ ਮੈਨੂੰ ਲੱਗੀਆਂ। ਬਿਲਕੁਲ ਬਿਲਕੁਲ। ਉਹ ਮੈਂ ਸਾਰੀਆਂ ਤੁਹਾਨੂੰ ਵਰਣਨ ਕੀਤੀਆਂ ਜਿਹੜੀਆਂ ਹਟ ਗਈਆਂ ਤੇ ਜਿਨ੍ਹਾਂ ਦਾ ਮੈਂ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ। ਅਕਾਲ ਚੈਨਲ ਦਾ ਕਰਦਾ। ਅਕਾਲ ਚੈਨਲ ਤੇ ਵੀਰ ਜੀ ਨਾਲ ਬੈਠੇ ਨੇ, ਉਹਨਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਕਿ ਨਾਲ ਸੰਗਤ ਨੂੰ ਐਡਵਾਈਜ਼ ਕਰਦੇ ਨੇ ਕਿ ਤੁਸੀਂ ਐਂ ਕਰੋ, ਏਦਾਂ ਕਰੋ, ਐ ਕਰੋ। ਇਹ ਇੱਕ ਬਹੁਤ ਵੱਡੀ ਸਾਹ ਆ ਸੰਗਤ ਦੇ ਭਲੇ ਵਾਸਤੇ। ਸੋ ਇਹ ਜਿਹੜਾ ਭਲਾ ਤੁਸੀਂ ਕਰ ਰਹੇ ਹੋ, ਅਸੀਂ ਆਪਣੇ ਹੋਰ ਥਾਂ ਵੀ ਕਿੰਨੇ ਪੈਸੇ ਖਰਚਦੇ ਆ, ਕਿੰਨੇ ਕੁਛ ਕਰਦੇ ਆ। ਜੇ ਇਸ ਚੀਜ਼ ਤੇ ਜਿਹੜੀ ਸਿਹਤ ਚੰਗੀ ਵੱਡੀ ਨਿਆਮਤ ਹੈ, ਇਹਦੇ ਉੱਤੇ ਆਪਾਂ ਕੁਛ ਵੀ ਖਰਚ ਨੂੰ ਬਾਜੇ ਤਿਆਰ ਨਹੀਂ ਕਿ ਸਾਡਾ ਮੁਕਤੀ ਸਭ ਹੋ ਜਾਏ। ਮੈਂ ਵੀ ਚਾਹੁੰਦਾ, ਲੇਕਿਨ ਇਹਦੇ ਨਾਲ ਥੋੜੇ ਪੈਸੇ ਖਰਚਣ ਦੇ ਨਾਲ, ਐਡਵਾਈਸ ਲੈਣ ਦੇ ਨਾਲ ਤੁਹਾਨੂੰ ਇੱਕ ਬਹੁਤ ਵੱਡਾ ਬੂਸਟ ਮਿਲਦਾ ਜਿਹੜਾ ਕਿ ਮੈਨੂੰ ਮਿਲਿਆ। ਮੈਂ ਉਹ ਤੁਹਾਨੂੰ ਇਸੇ ਕਰਕੇ ਥੋੜੇ ਲਫ਼ਜ਼ਾਂ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਤਾਂ ਕਿ ਸੰਗਤ ਹੋਰ ਤਾਂ ਵੀ ਭਲਾ ਹੋ ਜਾਵੇ। ਅਕਾਲ ਚੈਨਲ ਭਲਾ ਕਰ ਰਹੀ ਹੈ, ਮੈਂ ਵੀ ਉਹ ਭਲੇ ਦੀ ਹੀ ਤਰਜੀਹ ਉੱਤੇ ਜਾ ਕੇ ਇਹ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਥੈਂਕ ਯੂ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਬਹੁਤ ਮਿਹਰਬਾਨੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ। ਆਪਣਾ ਟੀਵੀ ਦੇਖਦੇ ਰਹੋ ਭਾਜੀ, ਬਹੁਤ ਅੱਛਾ ਲੱਗਦਾ ਜਦੋਂ ਤੁਸੀਂ ਏਦਾਂ ਹਿੰਮਤ ਦਿੰਦੇ ਹੋ, ਸਾਨੂੰ ਹੌਸਲਾ ਹੁੰਦਾ ਬੜਾ। ਹਮੇਸ਼ਾ ਅਕਾਲ ਚੈਨਲ ਦੀ ਕੋਸ਼ਿਸ਼ ਹੁੰਦੀ ਕਿ ਆਪਣੀ ਸੰਗਤ ਜੋ ਵੀ ਤੁਸੀਂ ਸਾਨੂੰ ਸਪੋਰਟ ਕਰਦੇ ਹੋ, ਅਸੀਂ ਰਿਟਰਨ ਤੁਹਾਡੇ ਲਈ ਕੁਛ ਇੱਦਾਂ ਦਾ ਲੈ ਕੇ ਜਿੱਥੇ ਤੁਹਾਡਾ ਕੁਝ ਸਿਹਤ ਹੋ ਸਕੇ। ਬਾਕੀ ਭਾਜੀ ਤੁਸੀਂ ਪੈਸੇ ਦੀ ਗੱਲ ਕੀਤੀ, ਸਿਹਤ ਦੇ ਸਾਹਮਣੇ ਪੈਸੇ ਦੀ ਕੋਈ ਕੀਮਤ ਨਹੀਂ ਹੁੰਦੀ। ਪੈਸਾ ਕਮਾਇਆ ਜਾਏਗਾ ਲੇਕਿਨ ਸਿਹਤ ਇੱਕ ਦਫਾ ਗਵਾਚ ਜੇ ਉਹ ਵਾਪਸ ਮਿਲਣੀ ਬੜੀ ਮੁਸ਼ਕਿਲ ਹੁੰਦੀ ਹੈ। ਉਹ ਤੁਹਾਡੀ ਪ੍ਰੋਪਰ ਡਾਕਟਰ ਜਿਹਨੇ ਐਮਓਟੀ ਕਰ ਦਿੱਤੀ, ਬੜਾ ਅੱਛਾ ਲੱਗਦਾ ਡਾਕਟਰ ਸਾਹਿਬ। ਕਿੰਨੀਆਂ ਬਿਮਾਰੀਆਂ ਕੱਲੀ ਚੀਜ਼ ਹੌਲੀ ਹੌਲੀ ਠੀਕ ਹੋ ਰਹੀ ਹੈ। ਔਰ ਵੱਡੀ ਗੱਲ ਹੁਣ ਤੇ ਮੈਨੂੰ ਵੀ ਪਤਾ ਲੱਗ ਗਿਆ,
ਉਹਨਾਂ ਦੀ ਆਵਾਜ਼ ਤੋਂ ਕਿ ਸਹੀ ਨੇ ਹੁਣ ਠੀਕ ਨੇ ਹਾਂਜੀ ਹਾਂਜੀ ਤਾਂ ਆਵਾਜ਼ ਤੋਂ ਦੇਖੇ ਤੁਸੀਂ ਆਵਾਜ਼ ਤੋਂ ਪਤਾ ਲੱਗ ਗਿਆ ਨਾ। ਲੱਗ ਗਿਆ ਨਾ ਵੀ ਕਿੰਨਾ ਉਹਨਾਂ ਦੇ એનર્ਜੀ ਹੈਗੀ body ਦੇ એનર્ਜੀ ਵਿੱਚ, ਹੈਗੀ ਹੈ ਹਨਾ। એનર્ਜੀ ਹੈਗੀ ਹਾਂਜੀ ਕਈ ਏਦਾਂ ਬਹੁਤ ਹੀ ਡਿੱਗੀ ਹੋਈ ਜਿਹੀ ਆਵਾਜ਼ ਵਿੱਚ ਬੋਲਦੇ ਹੁੰਦੇ ਆ, ਉਹ ਤੁਹਾਨੂੰ ਪਤਾ ਲੱਗ ਜਾਂਦਾ ਵੀ ਠੀਕ ਭਾਜੀ ਨੇ 2-4 ਮਹੀਨੇ ਹੋਰ ਮਹੀਨੇ ਬੈਠੇ ਰਹੋ ਤੁਹਾਡਾ ਉਹ ਕੀ ਇੰਡੀਆ ਚ ਪੰਜਾਬੀ ਅਫਰੀਕਾ ਚ ਕੰਪਾਊਂਡਰ ਹੁੰਦਾ ਸੀ ਨਾ, ਫਿਰ ਕੰਪਾਊਂਡਰ ਬਣ ਜਾਓ ਤੁਹਾਡਾ। ਹਾਂਜੀ, ਚਲੋ ਜਦੋਂ ਮਰਜ਼ੀ ਆ ਜਾਓ। ਤੇ ਇਦਾਂ ਹੈਗਾ ਭਈ ਭਾਜੀ ਹੁਣੀ ਆਪਣੀ ਡਾਈਟ ਬਿਲਕੁਲ ਸਹੀ ਰੱਖੀ ਜਿੱਦਾਂ ਵੀ ਮੈਂ ਇਹਨਾਂ ਨੂੰ ਐਡਵਾਈਸ ਦਿੱਤੀ, ਤੇ ਦਵਾਈ ਜਿੱਦਾਂ ਮੈਂ ਇਹਨਾਂ ਨੂੰ ਦੱਸਿਆ ਹੀ ਨਹੀਂ, ਮੇਰੇ ਸਾਰੇ ਇਨਸਟਰਕਸ਼ਨ ਫੋਲੋ ਕੀਤੇ ਆ ਤੇ ਇਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ। ਪਰ ਡਾਕਟਰ ਸਾਹਿਬ ਦੇਖੋ ਜਰਾ ਮੈਂ ਇਹਦੇ ਤੇ ਵੀ ਥੋੜੀ ਗੱਲ ਕਰ ਲੈਂਦੇ, ਬੜਾ ਇੰਟਰਸਟਿੰਗ ਸੀਗਾ। ਹੁਣ ਲਾਈਵਲੀ ਨੇ ਭਾਜੀ, ਹੁਣ ਲਾਈਫ ਵੀ ਇੰਜੋਏ ਕਰਦੇ ਨੇ, ਖਾਣਾ ਵੀ ਇੰਜੋਏ ਕਰਦੇ ਹੋਣਗੇ। ਇਹ ਜਦੋਂ ਬਿਮਾਰੀਆਂ ਸਾਰੇ ਸੀਗੇ ਬੰਦੇ ਤੇ ਕਿੰਨਾ ਭਾਰ ਪਿਆ ਰਹਿੰਦਾ ਸਿਰ ਦੇ ਉੱਪਰ, ਨਾ ਖਾਣਾ ਇੰਜੋਏ ਕਰਨਾ, ਨਾ ਲਾਈਫ ਸਟਾਈਲ ਹੁੰਦੀ ਹੈ, ਨਾ ਗੱਲ ਕਰਨੀ। ਬੰਦੇ ਜੀ ਦੀ ਸਿਹਤ ਨਹੀਂ ਠੀਕ, ਬੰਦਾ ਗੱਲ ਵੀ ਚੰਗੀ ਤਰ੍ਹਾਂ ਨਹੀਂ ਕਰਦਾ। ਸਹੀ ਗੱਲ ਹੈ ਭਾਜੀ, ਡਿਪਰੈਸ਼ਨ ਚੱਲ ਜਾਂਦਾ, ਬੰਦਾ ਦੀ ਸਿਹਤ ਨਹੀਂ ਠੀਕ ਹੁੰਦੀ ਹੈਗੀ, ਮੱਲੋ ਮੱਲੀ ਡਿਪਰੈਸ਼ਨ ਚੱਲ ਜਾਂਦਾ। ਤੇ ਸਮਝ ਕੇ ਤੁਸੀਂ ਲਾਈਫ ਆਪਣਾ ਇੰਜੋਏ ਕਰਦੇ, ਤੁਰੋ ਫਿਰੋ ਜਿੱਦਾਂ ਮਰਜ਼ੀ ਕਰੋ, ਹਨਾ। ਸਮਝ ਕੇ ਤੁਸੀਂ ਹਰ ਵੇਲੇ ਫਿਕਰਾਂ 'ਚ ਰਹਿੰਦੇ ਆ। ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੋਅ ਤੇ ਆ ਕੇ ਆਪਣੇ ਬਾਰੇ ਦੱਸਿਆ। ਬਹੁਤ ਅੱਛਾ ਲੱਗਿਆ, ਬਹੁਤ ਨਾਈਸ, ਬਹੁਤ ਚੰਗੀ ਗੱਲ ਹੈ। ਠੀਕ ਹੈ। ਤੇ ਇਹਨੇ ਹਾਲੇ ਲਾਸਟ ਵੀਕ ਹੀ ਮੈਨੂੰ ਦੱਸਿਆ ਸੀ ਵੀ ਇਹਨਾਂ ਮੈਨੂੰ ਪਤਾ ਨਹੀਂ ਸੀ ਵੀ ਇਹ ਬਿਮਾਰੀ ਇੱਕ ਹੋਰ ਵੀ ਇਹਨਾਂ ਨੂੰ ਹੈਗੀ ਆ, ਉਹਨੂੰ ਕਹਿੰਦੇ ਇਨਕਲੂਜਨ ਬੋਡੀ ਮਾਇਓਸਾਈਟਿਸ। ਇੱਕ ਇਹ ਨਵੀਂ ਬਿਮਾਰੀ ਹਲੇ ਰੈਕਗਨਾਈਜ਼ ਨਹੀਂ ਪੂਰੀ ਹੋਈ ਹੈਗੀ। ਇਹਨੂੰ ਪੰਜਾਬੀ ਚ ਸਮਝਾਓ ਥੋੜਾ ਜਿਹਾ। ਹਾਂਜੀ ਮੈਂ ਸਮਝਾਉਣਾ, 1 ਮਿੰਟ ਸਮਝਾਓ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ, ਫਿਰ ਕਿਤੇ ਮਿਸ ਨਾ ਹੋ ਜਾਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਜਸਬੀਰ ਸਿੰਘ ਸੋਨਪਾਲ ਬੋਲਦਾ ਵਾ। ਕੀ ਬਾਤ ਹੈ, ਤੁਸੀਂ ਨਾਮ ਨਾ ਦੱਸਦੇ ਤੁਹਾਡੀ ਆਵਾਜ਼ ਮੈਂ ਉਹਦੇ ਪਛਾਣ ਜਾਣੀ ਸੀਗੀ ਭਾਜੀ। ਇਹ ਹੈਗਾ, ਮੈਂ ਕਿਹਾ ਕਿ ਨਾਲੇ ਮੈਂ ਆਵਾਜ਼ ਉੱਚੀ ਚ ਬੋਲਦਾ ਕਿਉਂਕਿ ਦਵਾਈ ਦਾ ਅਸਰ ਹੋ ਰਿਹਾ ਵਾ। ਮੈਂ ਅੱਧਾ ਕੁ ਡਾਕਟਰ ਮੈਂ ਵੀ ਬਣ ਗਿਆ, ਹੁਣ ਫਿਕਰ ਨਾ ਕਰੋ। ਮੈਂ ਕਿਹਾ ਤੂੰ ਵੀ ਬਣ ਗਿਆ, ਅੱਧਾ ਡਾਕਟਰ ਮੈਨੂੰ ਵੀ ਬਣਾਤਾ ਇਹਨਾਂ ਨੇ। ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਭਾਜੀ? ਮੈਂ ਬਸ ਆਪਣੇ ਕੀ ਉਹ ਆਪਣੇ ਪਹਿਲਾਂ ਭਾਜੀ ਆਏ ਸੀ, ਮੈਂ ਦੇਖ ਰਿਹਾ ਸੀ ਉਹਨਾਂ ਨੇ ਜੋ ਕੁਝ ਕਹਿਣਾ ਉਹ ਸਾਰਾ ਕੁਝ ਤਾਂ ਉਹ ਕਹਿ ਗਏ ਆ। ਅੱਛਾ ਅੱਛਾ। ਤਾਂ ਬਿਲਕੁਲ ਜੋ ਉਹਨਾਂ ਨੇ ਕਿਹਾ ਠੀਕ ਹੀ ਕਿਹਾ ਵਾ। ਤਾਂ ਦਵਾਈ ਮਤਲਬ ਮੈंने ਦੇਖੀ ਬਸ ਇੱਕੋ ਹੀ ਚੀਜ਼ ਹੈ ਕਿ ਜਿਹੜਾ ਡਾਈਟ ਆ ਥੋੜਾ ਜਿਹਾ ਤੁਸੀਂ ਡਾਈਟ ਸਟਿਕ ਆਪਣਾ ਕਰ ਲਵੋ। ਤਾਂ ਬਸ ਉਹਦੇ ਵਿੱਚ ਕੀ ਹੁੰਦਾ ਕਿ ਡਾਈਟ ਦੇ ਨਾਲ ਕੀ ਹੈ ਫਿਰ ਦਵਾਈ ਇਫੈਕਟ ਵੀ ਕਰਦੀ ਆ। ਬਿਲਕੁਲ ਬਿਲਕੁਲ। ਤਾਂ ਜਿੱਦਾਂ ਡਾਕਟਰ ਸਾਹਿਬ ਕਹਿ ਰਹੇ ਇਹਨਾਂ ਨੂੰ ਬਸ ਇਹਨਾਂ ਨੂੰ ਫੋਲੋ ਕਰੋ ਜਾਂ ਬਾਕੀ ਪੈਸੇ ਪੂਸੇ ਤਾਂ ਆਉਂਦੇ ਜਾਂਦੇ ਰਹਿੰਦੇ ਆ। ਬਿਲਕੁਲ ਉਹੀ ਮੈਂ ਗੱਲ ਕਰਕੇ ਹਟਿਆ, ਬਿਲਕੁਲ ਠੀਕ ਹੈ। ਬਾਕੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਠੀਕ ਹੋ, ਤੁਹਾਡੀ ਆਵਾਜ਼ ਤੋਂ ਪਤਾ ਲੱਗ ਗਿਆ, ਬੜਾ ਦਮ ਆਵਾਜ਼ ਤੋਂ ਬਸ ਆਪਣੇ ਮੈਂ ਕਿਹਾ ਉੱਥੇ ਵੀ ਪਤਾ ਲੱਗ ਗਿਆ ਕਿ ਸਭ ਕੁਝ ਬਲੱਡ ਪ੍ਰੈਸ਼ਰ ਵੀ ਕਾਫੀ ਹੁਣ ਲੋ ਹੋਇਆ ਹੋਇਆ ਵਾ। ਰੱਬ ਦੀ ਮਿਹਰ ਹੈ, ਦਮ ਆਵਾਜ਼ ਦੇ ਵਿੱਚ ਖਿੱਚੀ ਜਾਓ ਕੰਮ ਏਦਾਂ ਹੀ। ਬਸ ਖਿੱਚੀ ਜਾਓ ਆਪਣੇ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਬਹੁਤ ਮਿਹਰਬਾਨੀ, ਥੈਂਕ ਯੂ ਜੀ। ਬਾਜੀ ਡਾਕਟਰ ਸਾਹਿਬ ਬਹੁਤ ਅੱਛਾ ਲੱਗਦਾ ਜਦੋਂ ਲੋਕਾਂ ਨੂੰ ਨਾ ਦੇਖੋ ਫੀਲਿੰਗ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਕਿ ਖੁਸ਼ ਹੈਗਾ, ਤੰਦਰੁਸਤ ਹੈਗਾ। ਤੇ ਹਰ ਜਗ੍ਹਾ ਤੋਂ ਉਹਨੂੰ ਬੰਦਾ ਜੇ ਖੁਸ਼ ਹੋਵੇ ਤਾਂ ਬੰਦਾ ਚੰਗੇ ਕੰਮ ਕਰ ਲੈਂਦਾ, ਸਾਰਾ ਕੁਝ ਕਰ ਲੈਂਦਾ। ਦੈਟਸ ਰਾਈਟ। ਹੁਣ ਤੁਸੀਂ ਇਹਦੀ ਆਵਾਜ਼ ਤੋਂ ਸੁਣਿਆ ਨਾ, ਇਹਨਾਂ ਦੀ ਆਵਾਜ਼ ਵੀ ਇੱਕ ਲਫ਼ਜ਼ ਆਪਾਂ ਵਰਤੀ ਦਾ ਪੰਜਾਬੀ ਗੜਕ ਗੜਕ ਸੀ ਇਹਨਾਂ ਦੀ ਆਵਾਜ਼ ਵਿੱਚ, ਸੀਗੇ ਨਾ। ਉਹ ਤਾਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਪਰਸਨੈਲਿਟੀ। ਭਾਜੀ ਦਵਾਈਆਂ ਦਾ ਅਸਰ ਹੈ, ਮੈਨੂੰ ਲੱਗਦਾ ਸ਼ਾਇਦ ਇੱਕ ਕਾਲ ਆਪਾਂ ਟਰਾਈ ਕਰ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਮੈਨੂੰ ਲੱਗਦਾ ਕਾਲ ਡ੍ਰੌਪ ਹੋ ਗਿਆ, ਪਲੀਜ਼ ਤੁਸੀਂ ਵਾਪਸ ਕਾਲ ਕਰੋ, ਥੋੜਾ ਬਹੁਤਾ ਟਾਈਮ ਹੈ ਤੇ ਅਸੀਂ ਥੋੜਾ ਕਾਲ ਲੈ ਸਕਾਂਗੇ। ਹਾਂ ਡਾਕਟਰ ਸਾਹਿਬ। ਸੋ ਆਪਾਂ ਪਹਿਲੇ ਕਾਲਰ ਬਾਰੇ ਕਹਿ ਰਹੇ ਸੀ ਕਿ ਇਨਕਲੂਜਨ ਬੋਡੀ ਮਾਇਓਸਾਈਟਿਸ, ਉਹਨੇ ਹਲੇ ਪਿਛਲੇ ਹਫਤੇ ਦੱਸਿਆ ਵੀ ਕਈ ਸਾਲ ਪਹਿਲਾਂ ਉਹਨਾਂ ਦੀ ਇਹ ਡਾਇਗਨੋਜ਼ ਹੋਈ ਸੀ ਇਸ ਬਿਮਾਰੀ ਦੀ। ਪਹਿਲਾਂ ਨਾ ਉਹਨਾਂ ਨੂੰ ਬਾਹਲਾ ਪਤਾ ਸੀ ਇਹਦੇ ਬਾਰੇ, ਨਾ ਉਹਨਾਂ ਨੇ ਮੈਨੂੰ ਦੱਸਿਆ ਸੀ। ਫਿਰ ਤੇ ਤੇਰਾ ਆਸਤੇ ਦੱਸੋ ਕੀ ਕਹਿੰਦੇ ਇਹਨੂੰ? ਇਨਕਲੂਜਨ ਬੋਡੀ ਮਾਇਓਸਾਈਟਿਸ। ਅੱਛਾ ਅੱਛਾ। ਇਹਦਾ ਮਤਲਬ ਹੈਗਾ ਵੀ ਜਿਹੜੀ ਬੋਡੀ ਦੇ ਮਸਲ ਆ ਉਹ ਕਮਜ਼ੋਰ ਹੋਣ ਲੱਗ ਪੈਂਦੇ ਆ, ਥੱਕੇ ਰਹਿੰਦੇ ਆ, ਤੇ ਥੋੜਾ ਜਿਹਾ ਜਿੱਦਾਂ ਪੈਰਾਲਾਈਜ਼ ਹੁੰਦੇ ਇਦਾਂ ਹੋ ਜਾਂਦੇ ਆ। ਤੇ ਦੱਸਿਆ ਸੀ ਲੱਤਾਂ ਇਹਨਾਂ ਦੀਆਂ ਬਹੁਤ ਥੱਕੀਆਂ ਰਹਿੰਦੀਆਂ ਸੀ ਹਨਾ, ਤੇ ਦੁਖਦੀਆਂ ਵੀ ਅਸੀਂ। ਤੇ ਇਹਨਾਂ ਦੇ ਗਲੇ ਵਿੱਚ ਜਦੋਂ ਖਾਂਦੇ ਸੀ ਉਹ ਲੰਘਦਾ ਨਹੀਂ ਸੀ ਫੂਡ ਕਰਕੇ, ਉਹ ਜਿਹੜੀ ਫੂਡ ਪਾਈਪ ਆ ਐਸੋਫੇਗਸ ਇਹਨਾਂ ਦਾ ਥੋੜਾ ਜਿਹਾ ਪੈਰਾਲਾਈਜ਼ ਹੋਇਆ ਸੀ, ਉਹ ਮਸਲ ਡੈਮੇਜ ਹੋਏ ਸੀ, ਉਹਦੇ ਮਸਲ ਵੀਕਨੈਸ ਹੋਈ ਸੀ। ਹੁਣ ਮੈਨੂੰ ਨਹੀਂ ਸੀ ਪਤਾ ਇਹ ਸਿੰਪਟਮ ਦਾ, ਪੇ ਵੀ ਇਹਨਾਂ ਦਾ ਹੈਗਾ ਸਿੰਪਟਮ ਪੇ ਫੂਡ ਨਹੀਂ ਲੰਘ ਰਿਹਾ। ਪਰ ਹੋਮਿਓਪੈਥਿਕ ਦਵਾਈ ਏਦਾਂ ਹੀ ਆ ਭਾਜੀ, ਕਈ ਵਾਰੀ ਉਹ ਦਈ ਦੀ ਇੱਕ ਬਿਮਾਰੀ ਲਈ ਆ, ਉਹ ਹੋਰ ਵੀ ਬਿਮਾਰੀਆਂ ਨਾਲ ਹੀ ਠੀਕ ਕਰ ਦਿੰਦੀ ਆ ਕਰਕੇ ਅਸੀਂ ਉਹ ਸਿਲੈਕਟਿਵ ਬੰਦੇ ਲਈ ਕਰੀਦੀ, ਉਹਦੀ ਪਰਸਨੈਲਿਟੀ ਲਈ ਸਿਲੈਕਟ ਕਰੀਦੀ ਦਵਾਈ। ਸੋ ਅਮੇਜ਼ਿੰਗ ਰਿਜ਼ਲਟ ਆਇਆ। ਇਹ ਬਿਮਾਰੀ ਵਾਲੀ ਹਾਲੇ ਰਿਸਰਚ ਹੋ ਰਹੀ, ਬਹੁਤ ਡਾਕਟਰਾਂ ਨੂੰ ਪਤਾ ਹੀ ਨਹੀਂ ਹੈਗਾ, ਹਾਲੇ ਜੀਪੀ ਨੂੰ ਪੁੱਛਿਓ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਬਿਮਾਰੀ ਹੈਗੀ ਇੱਕ। ਹਾਂਜੀ, ਤੇ ਇਹਦਾ ਕੋਈ ਇਲਾਜ ਨਹੀਂ ਹੈਗਾ। ਹੋਮਿਓਪੈਥਿਕ ਦਵਾਈ ਨੇ ਫਿਰ ਵੀ ਇਹਦੇ ਵਿੱਚ ਕਮਾਲ ਕਰ ਦਿੱਤੀ। ਮੈਂ ਜ਼ਰਾ ਮੈਨੂੰ ਬਾਈ ਦਾ ਭਾਈ ਮੋਬਾਈਲ ਕਾਲ ਤੇ ਮੈਨੂੰ ਕਾਲ ਆ ਰਹੇ ਨੇ, ਪਲੀਜ਼ ਤੁਸੀਂ ਨਾ ਜਿਹੜਾ ਸਕਰੀਨ ਉੱਪਰ ਨੰਬਰ ਉਹਦੇ ਤੇ ਕਾਲ ਕਰੋ, ਬਿਕੋਜ਼ ਮੋਬਾਈਲ ਆਨਸਰ ਨਹੀਂ ਮੈਂ ਕਰ ਸਕਦਾ ਕਿਉਂਕਿ ਫਿਰ ਉਹ ਆਵਾਜ਼ ਨਹੀਂ ਆਏਗੀ ਡਾਕਟਰ ਸਾਹਿਬ ਨੂੰ ਵੀ। 0121551101 ਜਾਂ ਤੇ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ, ਮੈਂ ਪੜ੍ਹ ਦੇਵਾਂਗਾ, ਜਾਂ ਤੁਸੀਂ ਵਾਪਸ ਕਾਲ ਕਰੋ। ਤੇ ਇੱਕ ਹੋਰ ਮੇਰੇ ਕੋਈ ਫਰੈਂਡ ਹੈਗਾ ਭਾਜੀ, ਉਹਦਾ ਵੀ ਮੈਸੇਜ ਆਇਆ, ਆਈ ਹੋਪ ਤੁਸੀਂ ਦੇਖਦੇ ਹੋ। ਉਹਨਾਂ ਨੂੰ ਨਾ ਲੱਤਾਂ ਉਹਨਾਂ ਦੀਆਂ ਬੜੀਆਂ ਦੁਖਦੀਆਂ ਰਹਿੰਦੀਆਂ, ਬਹੁਤ
ਰੀਅਲੀ ਸਵੇਰ ਪੇਨ ਹੁੰਦੀ, ਸਪੈਸ਼ਲੀ ਸਾਰਾ ਦਿਨ ਹੀ, ਤਕਰੀਬਨ ਰਾਤ ਨੂੰ ਜ਼ਿਆਦਾ ਹੁੰਦੀ ਹੈ। ਹਾਂਜੀ ਹਾਂਜੀ। ਤੇ ਸੋ ਸਵੇਰ ਪੇਨ ਹੋ ਸਕਦੀ ਹੈ ਵੀ ਉਹਨਾਂ ਦੇ ਆਪਣਾ ਪਹਿਲਾਂ ਤਾਂ ਡਾਇਬੀਟੀਜ਼ ਚੈੱਕ ਕਰਾਵੇ ਜ਼ਰੂਰੀ, ਤੇ ਨੰਬਰ 2 ਉਹਨਾਂ ਦੀ ਸਰਕੂਲੇਸ਼ਨ ਨਹੀਂ ਪੂਰੀ ਹੋ ਰਹੀ। ਸਰਕੂਲੇਸ਼ਨ ਨਹੀਂ ਹੋਣ ਨਾਲ ਆਕਸੀਜਨ ਪੂਰੀ ਮਿਲਦੀ ਨਹੀਂ ਸੈਲਸ ਨੂੰ, ਹਾਂਜੀ, ਤੇ ਜਦੋਂ ਆਕਸੀਜਨ ਨਹੀਂ ਮਿਲਦੀ ਹੈਗੀ ਫਿਰ ਉਹ ਤੁਹਾਡੇ ਦੁਖਣ ਲੱਗ ਪੈਂਦੇ ਆ ਜਿਹੜੇ ਮਸਲਸ ਆ। ਦੈਟਸ ਦ ਰੀਜ਼ਨ। ਉਹਦੇ ਕਰਕੇ ਹਾਂ, ਮੈਂ ਇਹਦੀ ਗੱਲ ਕਰਦਾ, ਥੋੜੀ ਭਾਈ ਕਾਲ ਲੈ ਲੈਣੇ ਕਿਉਂਕਿ ਟਾਈਮ ਬਹੁਤ ਥੋੜਾ ਰਹਿੰਦਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲਦੇ ਹੋ ਜੀ? ਕੁਝ ਨਾਮ ਦੱਸਣਾ ਚਾਹੋਗੇ? ਹਾਂਜੀ, ਮੇਰਾ ਨਾਮ ਰਾਮਦਾਸ ਹੈ, ਮੈਂ ਲੰਡਨ ਤੋਂ ਬੋਲਦਾ। ਹਾਂਜੀ, ਸਵਾਗਤ। ਕੀ ਪੁੱਛਣਾ ਚਾਹੁੰਦੇ ਹੋ ਜੀ? ਤੇ ਮੇਰਾ ਨਾਮ ਹਾਂਜੀ ਭਾਜੀ, ਮੈਨੂੰ ਨਾ 1 ਸਾਲ ਤੋਂ ਉੱਪਰ ਹੋ ਗਿਆ ਹੈ। ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦਾ? ਬਿਲਕੁਲ ਸੁਣਦੇ ਪਏ, ਤੁਸੀਂ ਬੋਲੀ ਜਾਓ। ਹਾਂਜੀ ਬੋਲੋ। ਹਾਂਜੀ, ਉਹ ਨਾ ਮੈਂ 1 ਸਾਲ ਤੋਂ ਜ਼ਿਆਦਾ ਹੋ ਗਿਆ, ਮੇਰਾ 15 ਕੁ ਮਹੀਨੇ ਹੋ ਗਏ ਆ। ਮੈਨੂੰ ਨਾ ਜਿਹੜੀ ਮੇਰੇ ਸਟੂਲ ਆ ਬਹੁਤ ਪਾਣੀ ਵਰਗੀ ਆ ਰਹੀ ਆ। ਹਾਂਜੀ ਭਾਜੀ, ਕੋਈ ਚੈੱਕਅਪ ਕਰਾਇਆ ਤੁਸੀਂ? ਭਾਜੀ ਕੋਈ ਟੈਸਟ ਕਰਾਇਆ ਜਾ ਕੇ? ਭਾਜੀ ਮੈਨੂੰ ਲੱਗਦਾ ਤੁਸੀਂ ਟੀਵੀ ਦੇਖਦੇ ਹੋ, ਉਧਰ ਨਾ ਧਿਆਨ ਦਿਓ, ਆਪਣਾ ਫੋਨ ਤੇ ਗੱਲ ਕਰੋ। ਡਾਕਟਰ ਸਾਹਿਬ ਤੁਹਾਨੂੰ ਕੁਝ ਪੁੱਛ ਰਹੇ, ਉਹਨਾਂ ਦਾ ਜਵਾਬ ਦਿਵੋ। ਹਾਂਜੀ ਹਾਂਜੀ, ਪੁੱਛੋ। ਸੌਰੀ। ਹਾਂਜੀ, ਕੋਈ ਤੁਸੀਂ ਟੈਸਟ ਕਰਾਇਆ ਭਾਜੀ ਸਟੂਲ ਦਾ? ਹਾਂਜੀ, ਮੈਂ ਕਰਾਇਆ ਸੀਗਾ, ਉਹ ਨਾਰਮਲ ਆਇਆ। ਫਿਰ ਮੈਂ ਆਪਣਾ ਯੂਰਿਨ ਟੈਸਟ ਕਰਾਇਆ, ਉਹ ਵੀ ਨਾਰਮਲ ਆਇਆ ਸੀਗਾ। ਅੱਛਾ ਜੀ। ਤੇ ਮੈਨੂੰ ਨਾ ਇੱਕ ਉਹਦਾ ਵੈਸੇ ਹੋਰ ਪ੍ਰੋਬਲਮ, ਮੇਰੀ ਨਾ ਰਿਬਸ ਖਿੱਚ ਹੋਏ ਆ ਜਦੋਂ ਮੈਂ ਕੰਮ ਤੇ, ਮੈਂ ਨਾ ਕਾਰਪੈਂਟਰ ਦਾ ਕੰਮ ਕਰਦਾ ਵੈਸੇ। ਤੇ ਉਹ ਮੇਰਾ ਨਾ ਰਾਈਟ ਹੈਂਡ ਸਾਈਡ ਦੇ ਬੈਕ ਦੇ ਜਿਹੜੇ ਨਾ ਰਿਬ ਕੇਜ ਨਹੀਂ ਹੈਗੀ। ਹਾਂਜੀ। ਹੈਲੋ। ਹਾਂਜੀ ਹਾਂਜੀ, ਸੁਣ ਰਿਹਾ। ਹਾਂਜੀ, ਉਹ ਮੇਰੇ ਰਿਬ ਨਾ ਅੰਦਰੋਂ ਜਿਹੜੇ ਮਸਲ ਪੁੱਲ ਹੋ ਗਏ ਜ਼ਿਆਦਾ ਜਿੱਦਾਂ ਨਾ। ਹਾਂਜੀ। ਤੇ ਉਹ ਮੈਂ MRI ਵੀ ਕਰਾਈ ਸੀਗੀ ਤੇ ਕਈ ਕੁਝ ਕਰਾਇਆ ਸੀ, ਉਹ ਸੈੱਟ ਨਹੀਂ ਆ ਰਿਹਾ। ਹਾਂਜੀ। ਸੋ ਭਾਜੀ ਇਹ ਹੋ ਸਕਦਾ ਵੀ ਤੁਸੀਂ ਭਾਰਾ ਕੰਮ ਕਰਦੇ ਹਨ ਨਾ, ਹਾਂਜੀ, ਤੇ ਤੁਹਾਡੀ ਆਂਦਰਾਂ ਨੂੰ ਸਟ੍ਰੇਨ ਹੋ ਗਈ ਆ। ਹਾਂਜੀ, ਪਰ ਹੁਣ ਮੈਂ ਕੰਮ ਛੱਡੇ ਨੂੰ ਵੀ 15 ਕੁ ਮਹੀਨੇ ਹੋ ਗਏ ਹਨ। ਹਾਂਜੀ ਹਾਂਜੀ, ਉਹ ਪਹਿਲਾਂ ਦਾ ਹੋਈ ਆ ਸਟ੍ਰੇਨ, ਹਨਾ? ਨਹੀਂ, ਪਿਛਲੀ ਜੁਲਾਈ 'ਚ ਹੋਈ ਸੀਗੀ, ਪਰ ਸਟੂਲ ਦੀ ਪ੍ਰੋਬਲਮ ਮੈਨੂੰ ਪਹਿਲਾਂ ਤੋਂ ਹੀ ਹੁੰਦਾ, ਜਿੱਦਾਂ ਮਾਰਚ ਅਪ੍ਰੈਲ ਦੀ ਆ। ਹਾਂ, ਉਹੀ ਮੈਂ ਭਾਜੀ ਕਹਿੰਦਾ ਤੁਹਾਡੇ ਕਿਤੇ ਨਾ ਕਿਤੇ ਸਟ੍ਰੇਨ ਹੋਏ ਆ ਅੰਦਰਾਂ ਨੂੰ, ਤੇ ਉਹ ਹੁਣ ਫੰਕਸ਼ਨ ਨਹੀਂ ਕਰ ਰਹੀਆਂ ਸਹੀ ਤਰੀਕੇ ਨਾਲ। ਉਹਦਾ ਕੀ ਕਰ ਸਕਦੇ ਹਾਂ? ਇਹਦਾ ਹੋਮਿਓਪੈਥਿਕ ਦਵਾਈ ਦਾ ਇਲਾਜ ਹੈ, ਸਿਰਫ ਹੋਰ ਕਿਸੇ ਦਵਾਈ ਨਾਲ ਠੀਕ ਨਹੀਂ ਹੋਣਾ ਜੀ। ਓਕੇ, ਠੀਕ ਹੈ ਜੀ। ਕਿਉਂਕਿ ਮੈਂ ਸਾਰਾ ਕੁਝ ਕਰਾ ਲਿਆ ਪਰ ਗੱਲ ਬਣਦੀ ਨਹੀਂ। ਹਾਂਜੀ ਹਾਂਜੀ, ਸਟ੍ਰੇਨ ਹੋਇਆ ਤੁਹਾਡੇ ਅੰਦਰ, ਤੇ ਉਹ ਜਿਹੜੇ ਅੰਦਰਾਂ ਦੇ ਮਸਲ ਹੁੰਦੇ ਆ ਨਾ, ਉਹ ਸਟ੍ਰੇਨ ਹੋ ਗਏ ਆ, ਤੇ ਅੰਦਰਾਂ ਕਈ ਵਾਰੀ ਥੋੜੀ ਜਿਹੀ ਡਿਸਪਲੇਸ ਹੋ ਜਾਂਦੀ ਹੈ, ਇੱਧਰ ਉੱਧਰ ਹੋ ਜਾਂਦੀ ਹੈ। ਠੀਕ ਹੈ। ਹਾਂਜੀ, ਕੋਈ ਨਹੀਂ, ਹੋਮਿਓਪੈਥਿਕ ਦਵਾਈ ਦੇਵਾਂਗੇ ਤੁਹਾਨੂੰ ਭਾਜੀ, ਫੋਨ ਕਰਾਂਗੇ ਅਸੀਂ। ਓਕੇ ਭਾਈ, ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਮਿਹਰਬਾਨੀ ਤੁਹਾਡੇ ਕਾਲ ਕਰਨ ਦਾ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸ਼ੋਅ ਦੇਖਦੇ ਰਹੋ ਕਿਉਂਕਿ ਸਾਰੀ ਬਿਮਾਰੀਆਂ ਦਾ ਪਤਾ ਲੱਗਦਾ ਰਹਿੰਦਾ, ਬਹੁਤ ਅੱਛਾ ਲੱਗਦਾ। ਐਵਰੀ ਮੰਗਲਵਾਰ 11 ਤੋਂ 12 ਦੇਖਿਆ ਕਰੋ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ। ਹਾਂਜੀ ਡਾਕਟਰ ਸਾਹਿਬ। ਭਾਈ, ਸੋ ਆਪਾਂ ਕਹਿ ਰਹੇ ਸੀ ਵੀ ਕਈ ਵਾਰੀ ਬਿਮਾਰੀਆਂ ਕਈ ਹੁੰਦੀਆਂ, ਤੇ ਹੋਮਿਓਪੈਥਿਕ ਦਵਾਈ ਇੱਕ ਬਿਮਾਰੀ ਲਈ ਸਿਲੈਕਟ ਕਰੀਦੀ ਆ, ਉਹ ਨਾਲ ਕੋਈ ਹੋਰ ਬਿਮਾਰੀ ਵੀ ਠੀਕ ਹੋ ਜਾਂਦੀ ਆ। ਤੇ ਕਈ ਵਾਰੀ ਏਦਾਂ ਹੋਇਆ ਸਾਨੂੰ, ਉਹ ਜਿਹੜੇ ਪਹਿਲੇ ਭਾਈ ਸਾਹਿਬ ਦਾ ਸੀ ਉਹਨਾਂ ਦਾ ਇਹੀ ਹਿਸਾਬ ਹੋਇਆ ਨਾ। ਇਹੀ ਹੋਇਆ ਨਾ, ਅਸੀਂ ਦਿੱਤੀ ਸੀ ਉਹਨਾਂ ਨੂੰ ਦਵਾਈ ਪਈ ਉਹਨਾਂ ਦੇ ਬਲੈਡਰ ਠੀਕ ਕਰਨ ਨੂੰ, ਤੇ ਉਹਨਾਂ ਦਾ ਡਾਈਜੈਸਸ਼ਨ ਠੀਕ ਕਰਨ ਨੂੰ, ਹਨਾ? ਤੇ ਉਹ ਜਿਹੜਾ ਫੂਡ ਨਾ ਸੀ ਲੰਘਦਾ ਉਹਨਾਂ ਦੇ, ਜਦੋਂ ਖਾਦਾ ਹੈ ਨਾ, ਉਹ ਵੀ ਠੀਕ ਹੋ ਗਿਆ। ਪਿਸ਼ਾਬ ਜਾਣ ਦਾ ਵੀ ਹੋ ਗਿਆ ਉਹਨਾਂ ਨੂੰ, ਨੂੰ ਮੈਨੂੰ ਪਤਾ ਨਹੀਂ ਸੀ ਪੇ ਸਿੰਪਟਮ ਉਹਨਾਂ ਨੂੰ ਹੈਗਾ ਆ, ਉਹ ਵੀ ਠੀਕ ਹੋ ਗਿਆ। ਉਹ ਸੀਗਾ ਇਸ ਰੇਅਰ ਬਿਮਾਰੀ ਹੈ, ਬਹੁਤ ਰੇਅਰ, ਜਿਹੜੀ ਮਾਇਓਸਾਈਟਿਸ, ਉਹਦਾ ਸਿੰਪਟਮ ਸੀ ਇਹ ਭਾਜੀ। ਰੀਅਲੀ? ਹਾਂਜੀ। ਹੁਣ ਦੇਖੋ, ਰੇਅਰ ਬਿਮਾਰੀ ਹੈ, ਉਹਦਾ ਕੋਈ ਇਲਾਜ ਨਹੀਂ, ਬੜਾ ਲੋਕਾਂ ਨੂੰ ਪਤਾ ਨਹੀਂ ਉਹਦੇ ਬਾਰੇ, ਡਾਕਟਰਾਂ ਨੂੰ ਵੀ ਨਹੀਂ ਪਤਾ, ਸਪੈਸ਼ਲਿਸਟ ਨੂੰ ਵੀ ਨਹੀਂ ਪਤਾ। ਤੇ ਇਹਨੇ ਮੈਨੂੰ ਦੱਸਿਆ ਵੀ ਜਦੋਂ ਇਹਨਾਂ ਦੇ ਡਾਇਗਨੋਸ ਹੋਈ, ਉਹਨੇ ਜੌਨ ਹੌਪਕਿੰਸ ਯੂਨੀਵਰਸਿਟੀ, ਸਭ ਤੋਂ ਫੇਮਸ ਜਿਹੜੀ USA ਵਿੱਚ, ਉਹਨਾਂ ਨਾਲ ਕੰਟੈਕਟ ਕਰਕੇ ਇਹ ਡਾਇਗਨੋਸ ਕੀਤਾ ਸੀ। ਰੀਅਲੀ? ਹਾਂਜੀ, ਤੇ ਉਹ ਦੇਖੋ, ਉਹ ਠੀਕ ਹੋ ਗਈ ਹੋਮਿਓਪੈਥੀ ਨਾਲ। ਕਿਉਂਕਿ ਇਹ ਗਲੇ ਚ ਅੜਦਾ ਕਿ ਉਹ ਜਦੋਂ ਖਾਣਾ ਖਾਂਦੇ, ਉਹ ਮਸਲ ਵੀਕਨੈਸ ਭਾਜੀ, ਜਦੋਂ ਤੁਸੀਂ ਨਿਗਾਉਂਦੇ ਆ, ਉਹ ਮਸਲਸ ਨੂੰ ਰਿਲੈਕਸ ਹੋਣਾ ਪੈਂਦਾ, ਕੰਟਰੈਕਟ ਹੋਣਾ ਪੈਂਦਾ, ਹਨਾ? ਉਹ ਮਸਲ ਵੀਕਨੈਸ ਹੋ ਕੇ ਉਹ ਫਿਰ ਉਹ ਨਹੀਂ ਹੁੰਦਾ ਤੇ ਉੱਥੇ ਸਟਕ ਹੋ ਜਾਂਦਾ ਫੂਡ। ਹਾਂਜੀ, ਬਟ ਦੈਟਸ ਕੁਆਇਟ ਡੇਂਜਰਸ ਵੀ ਹੋ ਸਕਦਾ। ਦੈਟਸ ਰਾਈਟ। ਹਾਂਜੀ, ਰੋਂਗ ਪਾਸੇ ਨੂੰ ਵੀ ਜਾ ਸਕਦਾ ਫੂਡ, ਹਾਂਜੀ, ਤੁਹਾਡੀ ਸਾਹ ਦੀ ਨਾਲੀ 'ਚ ਜਾ ਸਕਦਾ ਹੈ। ਤੇ ਉਹ ਅਮੇਜ਼ਿੰਗ ਦੇਖੋ ਚੀਜ਼ ਆ ਵੀ ਹੋਮਿਓਪੈਥੀ ਨੇ ਉਹ ਵੀ ਠੀਕ ਕਰ ਦਿੱਤਾ। ਵੈਰੀ ਨਾਈਸ। ਤੇ ਸੋ ਆਪਾਂ ਗੱਲ ਕਰ ਰਹੇ ਸੀ ਐਂਜ਼ਾਈਮਸ ਦੀ, ਤੇ ਉਹ ਰੈੱਡ ਬਲੱਡ ਸੈਲਸ ਜਿਹੜੇ ਹਨ ਨਾ, ਤੇ ਇੱਕ ਤੁਹਾਨੂੰ ਕਈ ਵਾਰੀ ਲੋਕਾਂ ਨੂੰ ਦਿੰਦੇ ਆ ਬਲੱਡ ਥਿਨਰਸ ਟੈਬਲੇਟਸ, ਹਨਾ? ਤੇ ਉਹ ਕਹਿੰਦੇ ਜੀ ਇਹ ਖੂਨ ਪਤਲਾ ਕਰਦੀਆਂ ਆ, ਹਨਾ? ਤੇ ਐਕਚੁਅਲੀ ਉਹ ਖੂਨ ਨੂੰ ਪਤਲਾ ਨਹੀਂ ਕਰਦੀਆਂ, ਹਾਂਜੀ, ਉਹ ਸਿਰਫ ਜਿਹੜਾ ਕਲੌਟਿੰਗ ਮੈਕੈਨਿਜ਼ਮ ਆ ਉਹਨੂੰ ਰੋਕਦੀਆਂ। ਹਾਂਜੀ, ਪਰ ਅਸੀਂ ਕਹਿੰਦੇ ਕਿ ਪਤਲਾ ਕਰਦੇ, ਅਸੀਂ ਕਹਿੰਦੇ ਪਤਲਾ ਕਰਦੇ, ਉਹ ਬਿਲਕੁਲ ਗਲਤ ਆ ਚੀਜ਼। ਉਹ ਪਤਲਾ ਨਹੀਂ, ਖੂਨ ਨਹੀਂ ਕਰ ਰਹੀ। ਪਤਲਾ ਸਿਰਫ ਐਂਜ਼ਾਈਮਸ ਕਰ ਸਕਦੇ ਖੂਨ, ਹਾਂਜੀ, ਕਿਉਂਕਿ ਜਦੋਂ ਖੂਨ ਗਾੜਾ ਹੋ ਜਾਂਦਾ ਹੈ ਨਾ, ਉਹ ਰੈੱਡ ਬਲੱਡ ਸੈਲਸ ਜਿਹੜੇ ਸਟਿਕੀ ਜਿਹੇ ਹੋ ਜਾਂਦੇ ਆ, ਸਟਿਕੀ ਹੋਣ ਲੱਗ ਪੈਂਦੇ ਆ, ਉਹਦਾ ਫਿਰ ਖਤਰਾ ਰਹਿੰਦਾ ਵੀ ਸਟ੍ਰੋਕ ਹੋ ਸਕਦੇ ਜਾਂ ਹਾਰਟ ਅਟੈਕ ਹੋ ਸਕਦਾ, ਜਾਂ ਕੋਈ ਹੋਰ ਬਿਮਾਰੀ ਲੱਗ ਸਕਦੀ ਹੈ। ਤੇ
ਐਕਚੁਅਲੀ ਉਹ ਐਂਜ਼ਾਈਮਸ ਜਿਹੜੇ ਆ ਉਹ ਸੈਪਰੇਟ ਕਰਦੇ ਆ ਰੈੱਡ ਬਲੱਡ ਸੈਲਸ ਨੂੰ ਕਲੀਨ ਅਪ ਕਰਕੇ, ਹਾਂਜੀ। ਤੇ ਹੁਣ ਨਵੀਆਂ ਰਿਵਾਰੋਕਸਬੈਨ, ਪਿਕਸਬੈਨ ਇਦਾਂ ਦੀਆਂ ਦਵਾਈਆਂ ਵਰਤਦੇ ਅੱਜ ਕੱਲ੍ਹ, ਉਹ ਥੋੜ੍ਹੀਆਂ ਸੇਫਰ ਆ, ਪਰ ਫਿਰ ਵੀ ਉਹ ਸਟਿਕੀਨੈਸ ਨਹੀਂ ਹਟਾਉਣੀਆਂ ਹੈਗੀਆਂ, ਹਾਂਜੀ। ਉਹ ਸਿਰਫ ਕਲੋਟਿੰਗ ਮੈਕੈਨਿਜ਼ਮ ਨੂੰ ਉਹ ਕੰਟਰੋਲ ਕਰਦੀਆਂ। ਤੇ ਲੋਕਾਂ ਨੂੰ ਇੱਕ, ਮੈਨੂੰ ਕਿਸੇ ਦਾ ਕਾਲ ਆਇਆ ਸੀ, ਉਹਦਾ ਮੈਂ ਕੁਇਕਲੀ ਮੈਂਸ਼ਨ ਕਰ ਦਿੰਦਾ, ਸਲੀਪ ਐਪਨੀਆ। ਸਲੀਪ ਐਪਨੀਆ ਹੁੰਦਾ ਜਦੋਂ ਸੁੱਤਾ ਪਿਆ ਬੰਦਾ, ਉਹਨੂੰ ਜਾਗ ਆਉਂਦੀ, ਸਾਹ ਨਹੀਂ ਆਉਂਦਾ, ਉਹ ਕਹਿੰਦਾ ਮੇਰਾ ਸਾਹ ਬੰਦ ਹੋ ਗਿਆ, ਸਾਹ ਬੰਦ ਹੋ ਗਿਆ, ਫਿਰ ਉਹ ਡੂੰਘੇ ਡੂੰਘੇ ਮਸੀਂ ਸਾਹ ਲੈਂਦਾ। ਤੇ ਉਹ ਜਦੋਂ ਇਹ ਹੋ ਜਾਂਦਾ, ਫਿਰ ਉਹਨਾਂ ਨੂੰ ਇੱਕ ਮਸ਼ੀਨ ਤੇ ਲਾਉਂਦੇ ਆ, ਰਾਤ ਨੂੰ ਮਸ਼ੀਨ ਲਾ ਕੇ ਸੌਣਾ ਪੈਂਦਾ ਉਹਨਾਂ ਨੂੰ, ਹਾਂਜੀ। ਤੇ ਇਹਦਾ ਕਾਜ਼ ਇਹ ਮੈਂ ਦੱਸ ਦਿੰਦਾ ਕੀ ਆ। ਇਹੀ ਆ ਵੀ ਉਹ ਜਿਹੜੇ ਐਂਜ਼ਾਈਮਸ ਦੀ ਘਾਟ ਆ, ਤੇ ਰੈੱਡ ਬਲੱਡ ਸੈਲਸ ਜਿਹੜੇ ਉਹ ਸਟਿਕ ਹੋਣ ਲੱਗ ਪੈਂਦੇ ਆ, ਤੇ ਆਕਸੀਜਨ, ਤੁਹਾਨੂੰ ਪਤਾ ਹੈ ਵੀ ਰੈੱਡ ਬਲੱਡ ਸੈਲਸ ਜਿਹੜੇ ਉਹੀ ਆਕਸੀਜਨ ਪਹੁੰਚਾਉਂਦੇ ਆ ਸੈਲਸ ਵਿੱਚ, ਹਾਂਜੀ। ਤਾਂ ਉਹ ਫਿਰ ਜਦੋਂ ਸਟਿਕੀ ਹੋ ਜਾਂਦੇ ਆ, ਆਕਸੀਜਨ ਉਹ ਬਾਈਂਡ ਨਹੀਂ ਕਰ ਸਕਦੇ, ਤੁਹਾਨੂੰ ਆਕਸੀਜਨ ਪਹੁੰਚਦੀ ਨਹੀਂ ਹੈਗੀ, ਰਾਤ ਨੂੰ ਫਿਰ ਜਾਗ ਆਉਂਦੀ ਆ, ਸਾਹ ਨਹੀਂ ਆਉਂਦਾ। ਇਹ ਸਲੀਪ ਐਪਨੀਆ ਦਾ ਪ੍ਰੋਬਲਮ ਆ। ਤੇ ਹੁਣ ਜੇ ਤੁਸੀਂ ਪੁੱਛੋ, ਉਹ ਕਹਿੰਦੇ ਸਲੀਪ ਐਪਨੀਆ ਦਾ ਕੋਈ ਇਲਾਜ ਹੀ ਹੈ ਨਹੀਂਗਾ, ਹਨਾ। ਅਸੀਂ ਤਾਂ ਸਭ ਕੁਝ ਟਰਾਈ ਕਰ ਹਟੇ ਆ, ਸਭ ਕੁਝ ਰਿਸਰਚ ਕਰ ਹਟੇ ਆ, ਤੇ ਇਹਦਾ ਕੋਈ ਇਲਾਜ ਨਹੀਂ ਹੈਗਾ। ਮਸ਼ੀਨ ਲਾ ਕੇ ਹੁਣ ਅਸੀਂ ਤਾਂ ਸੌਣਾ ਆ, ਹਾਂਜੀ। ਸਲੀਪ ਮਸ਼ੀਨ ਲਾਈ ਜਾਓ ਸਾਰੀ ਉਮਰ, ਕਿੰਨਾ ਚਿਰ ਮਸ਼ੀਨ ਲਾ ਰੱਖੋ। ਡਾਕਟਰ ਸਾਹਿਬ, ਕੁਝ ਸਾਡੇ ਪਾਸ ਇੱਕ ਅੱਧੇ ਕਿ ਮਿੰਟ ਦੇ ਵਿੱਚ ਨਾ ਮੇਰੇ ਹੁਣੀ ਦਿਮਾਗ 'ਚ ਗੱਲ ਆਈ ਹੈ। ਦੇਖੋ, ਹਰ ਦੁਨੀਆ 'ਚ ਵਿੱਚ ਮੁਸੀਬਤ ਰਹਿੰਦੀ, ਕੋਈ ਨਾ ਕੋਈ ਇਨਸਾਨ ਨੂੰ ਫਿਕਰ ਰਹਿੰਦਾ, ਬੜੇ ਬੜੇ ਮਤਲਬ ਰੀਜ਼ਨ ਹੁੰਦੇ ਨੇ। ਕੋਈ ਇਕੱਲਾ ਇਨਸਾਨ ਆ, ਕੋਈ ਫੈਮਿਲੀ ਵੱਲੋਂ ਹੈਗਾ, ਜੀਣਾ ਤਾਂ ਹੈ 5-10 ਸਾਲ, ਜੋ ਵੀ ਜ਼ਿੰਦਗੀ ਥੋੜੀ 15 ਸਾਲ ਰੱਬ ਲੰਬੀ ਉਮਰ ਦੇਵੇ। ਲੋਕੀ ਨਾ ਬੈਠ ਕੇ ਫੂਡ ਇੰਜੋਏ ਨਹੀਂ ਕਰਦੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹ ਤਾਂ ਉਹਦੇ ਕੋਈ ਦੁਆ ਤਾਂ ਦੇ ਨਹੀਂ ਸਕਦੇ ਖੁਸ਼ ਹੋਣ ਦੀ, ਹਾਂਜੀ। ਫੂਡ ਪਹਿਲਾਂ ਤਾਂ ਸਿਲੈਕਟ ਕਰਨਾ ਚਾਹੀਦਾ ਜਿਹੜਾ ਵਧੀਆ ਫੂਡ ਤੁਹਾਡੀ ਬੋਡੀ ਨੂੰ ਚਾਹੀਦਾ ਆ, ਹਾਂਜੀ। ਨੈਚੁਰਲ ਫੂਡ ਵਰਤੋ ਤੁਸੀਂ, ਆ ਪੈਕਟਾਂ ਵਿੱਚੋਂ ਨਾ ਖਾਈ ਜਾਓ, ਕੱਢ ਕੇ ਟੀਨਸ ਵਿੱਚੋਂ ਨਾ ਖਾਈ ਜਾਓ, ਉਹਦੇ ਵਿੱਚ ਸਿਰਫ ਪ੍ਰੀਜ਼ਰਵੇਟਿਵਸ ਪਾਏ ਹੁੰਦੇ ਆ, ਕੈਮੀਕਲਸ, ਜਿਹੜਾ ਤੁਹਾਨੂੰ ਨੁਕਸਾਨ ਕਰਦਾ ਹੈ। ਰਾਜੀ, ਥੈਂਕ ਯੂ ਸੋ ਮਚ। ਮਾਫੀ ਚਾਹਾਂਗਾ ਤੁਹਾਨੂੰ ਕੱਟ ਕੀਤਾ, ਟਾਈਮ ਜ਼ਿਆਦਾ ਨਹੀਂ ਦਿੰਦਾ, ਬੜੀ ਇੱਜ਼ਤ ਕਰਨੀ ਪੈਂਦੀ ਟਾਈਮ ਦੀ, ਇਹ ਨਹੀਂ ਰੁਕਦਾ ਕਦੇ ਵੀ। ਐਵਰੀ ਮੰਗਲਵਾਰ 11 ਤੋਂ 12 ਪਲੀਜ਼ ਡਾਕਟਰ ਬੈਂਸ ਦਾ, ਰਾਜ ਜੀ ਦਾ ਤੁਸੀਂ ਪ੍ਰੋਗਰਾਮ ਦੇਖਿਆ ਕਰੋ, ਬਹੁਤ ਇੰਟਰਸਟਿੰਗ। ਜਿਨ੍ਹਾਂ ਨੇ ਕਾਲ ਕੀਤਾ, ਤੁਹਾਡਾ ਸ਼ੁਕਰਾਨਾ ਕਰਦੇ ਹਾਂ। ਬਹੁਤ ਅੱਛਾ ਲੱਗਦਾ ਜਦੋਂ ਤੁਸੀਂ ਹਿੰਮਤ ਦਿੰਦੇ ਹੋ, ਸਾਡੀ ਹੌਸਲਾ ਦਿੰਦੇ ਹੋ। ਜਿਨ੍ਹਾਂ ਦੇ ਅਸੀਂ ਕਾਲ ਨਹੀਂ ਲੈ ਸਕੇ, ਮਾਫੀ ਚਾਹਾਂਗੇ, ਪਰ ਤੁਸੀਂ ਕਾਲ ਕਰੀ ਜਾਵੋ। ਐਟਲੀਸਟ ਤੁਹਾਡਾ ਕਾਲ ਡਾਕਟਰ ਸਾਹਿਬ ਨੂੰ ਬਾਅਦ ਦਿੱਤਾ ਜਾਏਗਾ। ਸਾਡਾ ਕਾਲ ਸੈਂਟਰ ਖੁੱਲ੍ਹਾ। ਨੈਕਸਟ ਵੀਕ ਸੇਮ ਟਾਈਮ ਫਿਰ ਮੁਲਾਕਾਤ ਹੋगी। तब तक रब रखा। वाहिगुरू जी का खालसा, वाहिगुरू जी की फतेह। बोले सोने हाल सा